ਸਵਾਗਤ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਫੋਕਸ ਤੇ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਸੰਧਾਵਾਲੀਆ। ਅਸੀਂ ਆਪਣੇ ਸਮੇਂ ਮੁਤਾਬਕ ਹਾਜ਼ਰ ਹਾਂ ਜੀ ਤੇ ਹਰ ਰੋਜ਼ ਇਸ ਵੇਲੇ ਆਪ ਜੀ ਦੇ ਨਾਲ ਗੱਲਾਂ ਬਾਤਾਂ ਦੀ ਸਾਂਝ ਪਾਈ ਦੀ ਹੈ। ਉਹਦੇ 'ਚ ਵੈਸੇ ਕਹਿਣ ਨੂੰ ਖਬਰਾਂ ਹੁੰਦੀਆਂ, ਪਰ ਖਬਰਾਂ ਦੇ ਨਾਲ ਨਾਲ ਜਿਹੜੀਆਂ ਆਪਣੀਆਂ ਗੱਲਾਂ ਬਾਤਾਂ ਉਹ ਵੀ ਅਸੀਂ ਕਰ ਲਈਦੀਆਂ। ਅੱਜ ਵੀ ਗੱਲਬਾਤ ਕਰਾਂਗੇ ਪੰਜਾਬ ਦੀ, ਪੰਜਾਬ ਸਰਕਾਰ ਦੀ, ਫਿਰ ਵਿਰੋਧੀ ਪਾਰਟੀਆਂ ਦੀ, ਫਿਰ ਲੋਕਾਂ ਦੀ, ਕਿਸਾਨਾਂ ਦੀ, ਫਿਰ ਦੇਸ਼ ਦੀ, ਫਿਰ ਦੇਸ਼ ਤੋਂ ਬਾਹਰ ਦੀ। ਇਹ ਸਾਰੀਆਂ ਗੱਲਾਂ ਬਾਤਾਂ ਤਾਂ ਜੋ ਆਪ ਜੀ ਨੂੰ ਥੋੜ੍ਹਾ ਜਿਹਾ ਸਿਨੈਰੀਓ ਪਤਾ ਲੱਗੇ ਵੀ ਆਸੇ ਪਾਸੇ ਵਾਪਰ ਕੀ ਰਿਹਾ, ਚੱਲ ਕੀ ਰਿਹਾ। ਨਾਲ ਆਪਣੇ ਵੀਰ ਪਰਮਵੀਰ ਬਾਠ ਹੋਣੀ। ਹੋਰ ਬਾਠ ਸਾਹਿਬ ਸਿਹਤਾਂ? ਚੜ੍ਹਦੀ ਕਲਾ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਮਹਾਰਾਜ। ਕਿੱਦਾਂ ਗੱਲਾਂ ਬਾਤਾਂ? ਗੱਲਾਂ ਬਾਤਾਂ ਠੀਕ ਆ, ਬਸ ਲੰਗਰ ਪਾਣੀ ਤੁਰਿਆ। ਆਹਾ, ਰਾਤੀ ਤੂਰੀਆਂ ਧਰ ਲਈਆਂ ਸੀ। ਅੱਜ ਕੱਦੂ ਹੈਗਾ। ਕੱਲ੍ਹ ਨੂੰ ਫੇਰ ਦੇਖਾਂਗੇ। ਕਿਆ ਮਤਲਬ ਇਹ ਆ ਅਸਲ ਦੇ ਵਿੱਚ ਪਲੈਨਿੰਗ। ਆਹਾ ਵੀ ਮਤਲਬ ਕੱਦੂ ਤੋਰੀਆਂ ਤੱਕ ਦੀ ਪਲੈਨਿੰਗ ਕਰਕੇ ਤੁਸੀਂ ਚੱਲਦੇ ਜ਼ਿੰਦਗੀ। ਕਿੱਥੇ ਫੇਲ ਹੋਣਾ ਤੁਸੀਂ, ਕਿਤੇ ਮਤਲਬ ਰਲ ਦੇਣਾ ਸਾਨੂੰ ਨਾਲ। ਮੈਂ ਤਾਂ ਇਹ ਕਹਿਣਾ ਕਿ ਤੁਸੀਂ ਹੁਣ ਬਹੁਤੀ ਗੱਲ ਨਾ ਇਹ ਅੱਗੇ ਵਧਾਇਓ, ਨਹੀਂ ਤਾਂ ਸ਼੍ਰੀਲੰਕਾ ਵਾਲਿਆਂ ਨੇ ਮੈਨੂੰ ਸਲਾਹ ਕਰ ਰੱਖ ਲੈਣੀ। ਹਾਂ, ਨਹੀਂ ਉਹਨਾਂ ਨੂੰ ਲੋੜ ਵੀ ਹੈ ਕਿ ਸਾਡੇ ਕੋਲ ਦੇਸ਼ ਨਹੀਂ ਚੱਲਿਆ। ਹਾਂ, ਤੋਰੀ ਫੁਲਕੇ ਦਾ ਪ੍ਰਬੰਧ ਤਾਂ ਹੁੰਦਾ ਨਹੀਂ ਲੋਕਾਂ ਦਾ, ਤਾਂ ਹੀ ਅਗਲੇ ਗਲ ਪੈਂਦੇ ਆ। ਆਹਦੇ ਤੁਹਾਡੇ ਕੋਲੇ ਤੋਰੀ ਤੇ ਫੁਲਕੇ ਦੇ ਨਾਲ ਨਾਲ ਕੱਦੂਆਂ ਦਾ ਵੀ ਹੈਗਾ। ਬਾਕੀ ਸੰਧਾਲੀਆ ਸਾਹਿਬ ਇੱਦਾਂ ਥੋੜ੍ਹੀ ਜਿਹੀ ਸ਼੍ਰੀਲੰਕਾ ਦੀ ਗੱਲ ਜੇ ਤੋਰੀ ਆ ਤਾਂ ਤੁਸੀਂ ਦੇਖੋ ਕਿ ਸਿਆਸਤਦਾਨ ਜਿਹੜੇ ਆ ਨਾ, ਯਕੀਨ ਵਾਲੇ ਬੰਦੇ ਹੁੰਦੇ ਆ। ਜਿਹਦੇ ਨਾਲ ਇਹਨਾਂ ਲਾਲੀ ਫਿਰ ਲਾਲੀ ਨਿਭਾ ਦਿੰਦੇ ਉਹਦੇ ਨਾਲ। ਸਾਰੇ ਸ਼੍ਰੀਲੰਕਾ ਦੇ ਵਿੱਚ ਕੋਈ ਪਿੰਡ ਹੈ, ਕੋਈ ਸ਼ਹਿਰ ਹੈ, ਕੋਈ ਕਸਬਾ, ਕੋਈ ਛੋਟੀ ਗਲੀ, ਕੋਈ ਵੱਡੀ ਸੜਕ, ਹਰ ਜਗ੍ਹਾ ਦੇ ਉੱਤੇ ਬੰਦੇ ਬੋਰਡ ਲੈ ਕੇ ਖੜੇ ਆ, ਪ੍ਰਦਰਸ਼ਨ ਕਰਦੇ ਆ। ਕਹਿੰਦੇ ਜੀ ਚੀਨ ਨੇ ਖਾ ਲਿਆ ਲੁੱਟ ਕੇ ਦੇਸ਼। ਤੇ ਉਹਦੇ ਵਿੱਚ ਉਹ ਕਹਿੰਦੇ ਜੀ ਰਾਹਗੀਰ ਬਣੇ ਆ ਜਿਨ੍ਹਾਂ ਨੇ ਦੇਸ਼ ਨੂੰ ਲੁੱਟਣ ਦੇ ਵਿੱਚ ਹਿੱਸਾ ਪਾਇਆ ਸਾਡੇ ਲੀਡਰ ਨੇ। ਰਾਸ਼ਟਰਪਤੀ ਰਾਜਪਕਸ਼ੇ ਪਰਿਵਾਰ ਦਾ ਬਹੁਤਾ ਜ਼ੋਰ ਲੱਗਾ ਸੀ। ਉਹ ਜਿਹੜੇ ਰਾਸ਼ਟਰਪਤੀ ਭਵਨ ਦੇ ਵਿੱਚ ਬੈਠੇ ਆ ਉਹਦੇ ਮੂਹਰੇ ਧਰਨਾ ਪ੍ਰਦਰਸ਼ਨ ਲੱਗਾ, ਦਿਨ ਰਾਤ ਲਗਾਤਾਰ ਚੱਲਦਾ। ਸਾਰੇ ਦੇਸ਼ ਦੇ ਵਿੱਚ ਲੋਕ ਚੀਨ ਦਾ ਨਾਂ ਲੈ ਕੇ ਰਾਜ਼ੀ ਨਹੀਂ। ਜਦੋਂ ਰਾਜਪਕਸ਼ੇ ਉਹਨਾਂ ਨੇ ਪੁੱਛੀ ਦਿਆ, ਕਿਉਂਕਿ ਹੁਣ ਤਾਂ ਮਹੀਨੇ ਹੋ ਗਏ ਉਹਨਾਂ ਨੇ ਕੋਈ ਇੰਟਰਵਿਊ ਨਹੀਂ ਦਿੱਤਾ, ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ। ਇੱਦਾਂ ਕਹੀ ਜਾਂਦੇ ਮੈਂ ਸਥਿਤੀ ਸੁਧਾਰੂੰਗਾ, ਮਾੜਾ ਜਿਹਾ ਦੇਸ਼ ਦੇ ਲੋਕ ਥੋੜ੍ਹਾ ਜਿਹਾ ਠਰਮੇ ਤੋਂ ਕੰਮ ਲੈਣ। ਤੇ ਜਦੋਂ ਫਿਰ ਚਰਚਾ ਚੱਲੀ ਜੀ ਭਾਰਤ ਨਾਲ ਕਿੱਦਾਂ, ਉਹ ਕਹਿੰਦੇ ਜੀ ਬੜਾ ਸਾਥ ਦਿੱਤਾ, ਕ੍ਰੈਡਿਟ ਲਾਈਨ ਖੋਲ੍ਹ ਦਿੱਤੀ, ਸਾਡੇ ਦੇਸ਼ ਦਾ ਰੋਟੀ ਪਾਣੀ ਤੁਰ ਪਿਆ, ਸਾਨੂੰ ਜਿਹੜੀ ਚੀਜ਼ ਦੀ ਲੋੜ ਸੀ ਭਾਰਤ ਨੇ ਦਿੱਤੀ ਹੈ। ਤੇ ਜਦੋਂ ਚੀਨ ਬਾਰੇ ਪੁੱਛਿਆ, ਕਹਿੰਦੇ ਜੀ ਦੇਖੋ ਗੱਲ ਇਹਦਾ, ਭਾਰਤ ਵਧੀਆ ਦੇਸ਼ ਹੈ ਪਰ ਚੀਨ ਤੋਂ ਬਿਨਾਂ ਕੰਮ ਨਹੀਂ ਚੱਲਦਾ, ਚੀਨ ਤੋਂ ਬਿਨਾਂ ਡੱਖਾ ਨਹੀਂ ਤੋੜਿਆ ਸਰਦਾ, ਚੀਨ ਦਾ ਸਾਥ ਤਾਂ ਲੈਣਾ ਪਊਗਾ। ਲੋਕੀ ਫੇਰ ਭੜਕ ਪਏ। ਦੇਖੋ ਗੱਲ ਇਹ ਆ ਵੀ ਜਿਹੜਾ ਚਾਈਨਾ ਵਾਲਾ ਕੰਮ ਹੈ ਨਾ ਜੀ, ਉਹ ਹੁਣ ਪਤਾ ਨਹੀਂ ਬਾਹਰਲਿਆਂ ਨੂੰ ਸਮਝ ਆਵੇ ਨਾ ਆਵੇ, ਸਾਨੂੰ ਪੰਜਾਬ ਵਾਲਿਆਂ ਨੂੰ ਤਾਂ ਬੜਾ ਵਧੀਆ ਹੋਣਾ ਚਾਹੀਦਾ। ਨਹੀਂ ਤੇ ਦੇਸੀ ਭਾਸ਼ਾ 'ਚ ਮੈਂ ਸਮਝਾ ਦਿੰਦਾ ਵੀ ਜਿਹੜਾ ਪਿੰਡਾਂ 'ਚ ਆਮ ਤੌਰ 'ਤੇ ਸ਼ਾਹੂਕਾਰਾ ਹੁੰਦਾ ਕਿ ਨਹੀਂ, ਜਾਂ ਸ਼ਰੀਕੇਬਾਜ਼ੀ ਹੁੰਦੀ, ਉਹ ਅੱਜ ਕੱਲ੍ਹ ਦੇਸ਼ਾਂ ਦੇ ਨਾਲ ਚਾਈਨਾ ਕਰ ਰਿਹਾ। ਹੁਣ ਉਹਨਾਂ ਦਾ ਕੰਮ ਹੁੰਦਾ ਵੀ ਫਲਾਨੇ ਦਾ ਮੁੰਡਾ ਨਾ ਥੋੜ੍ਹਾ ਜਿਹਾ ਹੁਣ ਨਿਕਲਦਾ ਜੀ, ਤੇ ਇਹਨੂੰ ਕਿਤੇ ਵੇਲੇ ਕੋਲੇ ਖਿਲਾਰ ਕੇ ਤੇ ਉੱਧਰ ਆਸੇ ਪਾਸੇ ਕੋਈ ਕੌੜਾ ਮਿੱਠਾ ਪਾਣੀ ਪੂਣੀ ਪਿਆਈਏ, ਕੋਈ ਬੀੜੀ ਬੱਤੀ, ਆਹ ਹੈ ਨਾ, ਕੋਈ ਚਾਹ ਦੀ ਕੱਪੀ ਆ। ਤੇ ਫਿਰ ਉੱਧਰੋਂ ਬੰਦੇ ਨਾਲ ਆਖਣਾ ਵੀ ਮੈਂ ਹੁਣ ਉੱਧਰ ਬਹਿਣਾ। ਘਰਦਿਆਂ ਨੂੰ ਪਤਾ ਲੱਗਦਾ ਵੀ ਤੂੰ ਉੱਧਰ ਜਾਣਾ, ਤੈਨੂੰ ਦੱਸਿਆ ਵੀ ਨਾ ਜਾਇਆ ਕਰੋ, ਬੰਦੇ ਠੀਕ ਨਹੀਂ, ਆਪਣਾ ਸੁੱਖ ਨਹੀਂ ਮੰਗਦੇ। ਲੈ ਤੈਨੂੰ ਬੜਾ ਪਤਾ, ਚਾਚੇ ਹੁਣੀ ਪਤਾ ਕਿੱਡੇ ਗੁੱਡ ਬੰਦੇ। ਉਦੋਂ ਅਚਾਨਕ ਚਾਚੇ ਹੁਣੀ ਗੁੱਡ ਬੰਦੇ ਲੱਗਣ ਲੱਗ ਪੈਂਦੇ। ਫਿਰ ਉਹ ਚਾਚੇ ਹੁਣਾਂ ਨੇ ਜਿਸ ਹਿਸਾਬ ਨਾਲ ਕੰਮ ਇੱਧਰੋਂ ਸੈੱਟ ਕਰਨਾ, ਵੀ ਉਹਨਾਂ ਨੂੰ ਪਤਾ ਹੁੰਦਾ ਵੀ ਹੁਣ ਇਹ ਪੂਰੀ ਤਰ੍ਹਾਂ ਨਾਲ ਆਪਣੇ ਹੱਥ ਵਸਿਆ। ਫਿਰ ਉਹਨੇ ਘਰੇ ਲੜਾਈ ਵੀ ਪਾਉਣੀ, ਉਹਨੇ ਅੱਡ ਵੀ ਹੋਣਾ, ਉਹਨੇ ਮੇਰਾ ਹਿੱਸਾ ਕੱਢ ਦਿਓ। ਫਿਰ ਮੁੜ ਕੇ ਹਿੱਸਾ ਕੱਢ ਕੇ ਕਦੋਂ ਉਹਨਾਂ ਨੂੰ ਗਹਿਣੇ ਵੀ ਦੇ ਲੈਣਾ ਤੇ ਬਾਅਦ 'ਚ ਪਤਾ ਵੀ ਨਹੀਂ ਲੱਗਣਾ। ਉਹ ਮੁੜ ਕੇ ਇੱਧਰੋਂ ਉੱਧਰੋਂ ਰੋਂਦਿਆਂ ਪਿੱਟਦਿਆਂ ਮੁੜ ਕੇ ਚਲੋ ਮੁੰਡਾ ਵਿਆਹ ਆਉਂਦਾ। ਫਿਰ ਜਿਹੜੀ ਘਰੇ ਵਿਚਾਰੀ ਉਹਦੀ ਨਾਲ ਦੀ ਜਾਂ ਨਿੱਕੇ ਨਿਆਣੇ ਹੁੰਦੇ, ਉਹਨੇ ਫਿਰ ਆਪਣੇ ਉਹਨਾਂ ਚਾਚਿਆਂ ਤਾਇਆਂ ਕੋਲ ਜਾਣਾ ਵੀ ਇਹਨੇ ਤਾਏ ਸਮਝਾਓ, ਇਹਨੂੰ ਕੁਛ ਕਰੋ। ਉਹ ਫਿਰ ਵੀ ਚੱਲ ਨੇੜੇ ਲਾਉਂਦੇ, ਤੂੰ ਨਾ ਜਾਇਆ ਕਦਰ। ਉਹਨੇ ਨਹੀਂ ਮੈਂ ਨਹੀਂ ਜਾਂਦਾ ਤਾਏ, ਪਰ ਚਾਚੇ ਹੁਣੀ ਬੰਦੇ ਠੀਕ ਆ। ਬੰਦੇ ਤੁਹਾਨੂੰ ਨਹੀਂ ਪਤਾ ਹੈਗਾ ਕਿੰਨੇ ਵਧੀਆ ਬੰਦੇ ਆ ਉਹ ਕੰਮ ਚਾਈਨਾ ਨੇ ਕੀਤਾ ਵੀ ਉਹਨਾਂ ਮੁਲਕਾਂ ਨੇ ਉਹਨੇ ਕਰਜ਼ਾ ਇਸ ਹਿਸਾਬ ਨਾਲ ਦਿੱਤਾ ਵੀ ਅਗਲਿਆਂ ਦੀ ਹੁਣ GDP ਕੋਲੋਂ ਵੀ ਸਾਂਭਿਆ ਨਹੀਂ ਜਾਂਦਾ। ਤੇ ਹੁਣ ਜੇ ਲੋਕਾਂ ਨੂੰ ਸਮਝ ਆ ਗਈ ਆ, ਪਰ ਜਿਹੜੇ ਬੰਦਿਆਂ ਨੇ ਉਹ ਮੁੰਡੇ ਵਾਲਾ ਹੀ ਕੰਮ ਹੈ, ਉਹਦੇ ਰਿਸ਼ਤੇਦਾਰ ਸਾਰੇ ਸਮਝਾਉਂਦੇ ਵੀ ਤੂੰ ਨਾ ਜਾ। ਉਹਨਾਂ ਨਹੀਂ ਉਹਦੇ ਬੰਦੇ ਬੜੇ ਵਧੀਆ, ਤੁਹਾਨੂੰ ਨਹੀਂ ਜੀ ਪਤਾ। ਸੰਧਾਲੀਆ ਸਾਹਿਬ ਹੋਲੀ ਖੇਡਦੇ ਭਾਰਤ ਦੇ ਵਿੱਚ ਬਹੁਤ ਲੋਕ, ਤੇ ਛੋਟੇ ਇਹਨਾਂ ਨੂੰ ਲੈ ਕੇ ਦਿੰਦੇ ਪਿਚਕਾਰੀ, ਪਿਸਤੌਲ ਵਰਗੀ ਪਿਚ। ਜਦੋਂ ਤੱਕ ਤਾਂ ਭਾਰਤ ਦੇ ਵਿੱਚ ਪਿਚਕਾਰੀਆਂ ਬਣਦੀਆਂ ਸੀ, ਉਹ ਪਿਚਕਾਰੀ ਦੇ ਵਿੱਚ ਉੱਪਰਲੇ ਪਾਸਿਓਂ ਢੱਕਣ ਜਿਹਾ ਲਾਉਣਾ, ਉਹਦੇ ਵਿੱਚ ਹੌਲੀ ਹੌਲੀ ਕਰਕੇ ਥੋੜ੍ਹਾ ਜਿਹਾ ਸ਼ੇਕ ਹੋਣਾ, ਪਾਣੀ ਭਰਨਾ, ਮਾੜਾ ਮੋਟਾ ਰੰਗ ਐਂ ਕਰਨਾ, ਫਿਰ ਪਿਚਕਾਰੀ ਨਾਲ ਖੇਡਣਾ। ਉਹ ਪਿਚਕਾਰੀ ਇੱਕਦਮ ਕਦੇ ਖਰਾਬ ਨਹੀਂ ਸੀ ਹੁੰਦੀ। ਉਹ ਪਿਚਕਾਰੀ ਚੱਲੀ ਜਾਣੀ। ਹਾਂ, ਹੌਲੀ ਹੌਲੀ ਹੋ ਸਕਦਾ ਜੇ ਪਿਚਕਾਰੀ ਵਾਲੀ ਧਾਰ ਥੋੜ੍ਹੀ ਜਿਹੀ 10 ਫੁੱਟ 'ਤੇ ਪੈਂਦੀ ਆ, ਫਿਰ 6 'ਤੇ ਰਹਿ ਜਾਣੀ, 5 'ਤੇ ਰਹਿਣੀ, 4, ਹੌਲੀ ਕਰਕੇ ਵਧਣੀ। ਉਧਰੋਂ ਚਾਈਨਾ ਦੀਆਂ ਪਿਚਕਾਰੀਆਂ ਹੋਣ ਲੱਗ ਪਈਆਂ। ਜਦੋਂ ਜਿੰਨੀ ਦੇਰ ਤੋਂ ਚੱਲਣੀ ਆ ਉਨੀ ਦੇਰ ਤਾਂ 20 ਫੁੱਟ ਦੂਰ ਤੱਕ ਪਾਣੀ ਜਾਣਾ, ਜਦੋਂ ਬੰਦ ਹੋਣੀ ਇੱਕਦਮ ਬੰਦ ਹੋ ਜਾਣੀ। ਇਹ ਚੀਨ ਦੇ ਕਰਜ਼ੇ ਵਾਲੀ ਸਥਿਤੀ ਵੀ ਇੱਦਾਂ ਦੀ ਹੈ। ਜਿਹੜੀਆਂ ਸ਼ਰਤਾਂ ਤੇ ਜਿਹੜੇ ਢੰਗ ਤਰੀਕਿਆਂ ਦੇ ਨਾਲ ਚੀਨ ਦੂਸਰੇ ਮੁਲਕਾਂ ਨੂੰ ਕਰਜ਼ਾ ਦਿੰਦਾ, ਬੜਾ ਵਧੀਆ ਲੱਗਦਾ ਜੀ। ਸੜਕਾਂ ਬਣ ਜਾਣੀਆਂ, ਬੰਦਰਗਾਹ ਦੀ ਡਿਵੈਲਪਮੈਂਟ ਹੋ ਜਾਣੀ ਹੈ, ਮੁੱਢਲਾ ਢਾਂਚਾ ਬਣ ਜਾਣਾ। ਪਤਾ ਉਦੋਂ ਲੱਗਦਾ ਜਦੋਂ ਕਹਿੰਦਾ ਥੋੜ੍ਹਾ ਜਿਹਾ ਪਰੇ ਹੋ ਕੇ ਬੈਠੇ ਹੋ, ਬੰਦਰਗਾਹ ਸਾਡੀ ਆ। ਨਹੀਂ, ਇਹ ਤਾਂ ਗੱਲ ਹੈਗੀ ਆ। ਚਲੋ
ਮੈਨੂੰ ਲੱਗਦਾ ਵੀ ਇਹ ਸੋਝੀ ਦੇ ਨਾਲ ਇਸ ਵਕਤ ਮੌਕਾ ਜੇ ਸਭ ਤੋਂ ਵਧੀਆ ਜੀ ਉਹ ਭਾਰਤ ਕੋਲ ਹੈ। ਹੋ ਸਕਦਾ ਵੀ ਕਿਸੇ ਵੇਲੇ ਆਪਾਂ ਨੂੰ ਇਹ ਲੱਗੇ ਵੀ ਯਾਰ ਅਜੇ ਆਪਣੇ ਨਹੀਂ ਉਹ ਸਾਂਭੀ ਜਾਂਦੀ ਤੇ ਹੁਣ ਗੁਆਂਢੀਆਂ ਨੂੰ ਕਿੰਨਾ ਕੁ ਚੱਲੀਏ, ਹੈ ਨਾ। ਪਰ ਕਿਸੇ ਵੇਲੇ ਹੁੰਦਾ ਵੀ ਜੇ ਇਹੋ ਜਿਹੇ ਮੌਕੇ ਤੇ ਗੁਆਂਢੀ ਦੀ ਬਾਂਹ ਫੜ ਲਓ ਜੀ, ਥੋੜ੍ਹਾ ਜਿਹਾ ਕਿਸੇ ਹੁੰਦਾ ਨਾ ਵੀ ਚੱਲ ਕੋਈ ਗੱਲ ਨਹੀਂ ਅੱਜ ਤੂੰ ਫਿਰ ਦਾਲ ਹੀ ਬਣਾ ਲਾ, ਕੋਈ ਗੱਲ ਨਹੀਂ ਆਪਾਂ ਉਹਨਾਂ ਨੂੰ ਵੀ 4 ਰੋਟੀਆਂ ਦੇ ਆਵਾਂਗੇ। ਕੁਛ ਨਹੀਂ ਪਤਾ ਹੁੰਦਾ ਵੀ ਇਹ ਇਸ ਵੇਲੇ ਦਾ ਕੀਤਾ ਕਰਾਇਆ ਕਦੋਂ ਕਿੱਥੇ ਜਾ ਕੇ ਕੰਮ ਆਵੇ, ਕਿਉਂਕਿ ਜਿਸ ਹਿਸਾਬ ਨਾਲ ਪਹਿਲਾਂ ਦੌਰ ਚੱਲਿਆ ਸੀ ਉਹਦੇ ਤੋਂ ਤੇ ਆਪਾਂ ਵੇਖ ਹੀ ਲਿਆ ਵੀ ਆਂਢੀ ਗੁਆਂਢੀ ਕਿੱਦਾਂ ਹੈ। ਅੱਜ ਕੱਲ੍ਹ ਆਪਣੇ ਇਹਦੇ ਸ਼ਬਦ ਕੀ ਉਹਦੇ ਪ੍ਰੂਨਿੰਗ, ਉਹ ਕੀ ਉਹ ਜਿਹੜਾ ਕਾਂਡ ਛਾਂਡ ਜੀ ਨਹੀਂ ਕਰਦੇ ਪ੍ਰੂਨਿੰਗ ਕਰ ਸ਼ੰਗਾਈ ਜੀ ਕਰ ਕਰਕੇ ਜਿਹੜਾ ਇੰਡੀਆ ਦੇ ਘਿਰੋਂ ਦੇ ਆਂਢੀ ਗੁਆਂਢੀ ਜਿਹੜੇ ਉਹ ਲਾਂਭੇ ਕਰਕੇ ਤੇ ਉਹਨੇ ਆਪਣੇ ਹਿਸਾਬ ਨਾਲ ਜੋੜੇ ਚਾਈਨਾ ਨਾ, ਉਹਨਾਂ ਨੂੰ ਦੁਬਾਰਾ ਆਪਣੇ ਨਾਲ ਜੋੜਨ ਦਾ ਮੌਕਾ ਤੇ ਹੈਗਾ ਤੇ ਆਪਣੀ ਸਰਕਾਰ ਖੈਰ ਕਰ ਵੀ ਰਹੀ, ਇਸ ਪਾਸੇ ਧਿਆਨ ਵੀ ਹੈਗਾ ਉਹਨਾਂ ਦਾ। ਮੈਨੂੰ ਲੱਗਦਾ ਵੀ ਜੇ ਇਸ ਹਿਸਾਬ ਨਾਲ ਇਸ ਮੌਕੇ 'ਤੇ ਸਾਰਾ ਕੁਝ ਕਰ ਲਿਆ ਜਾਵੇ ਤੇ ਜਿਹੜਾ ਇਹ ਆਪਾਂ ਆਂਦੇ ਸੀ ਵੀ ਯਾਰ ਵੀ ਇੰਡੀਆ ਕਿਹਨੂੰ ਦੇਵੇ ਚੀਜ਼ਾਂ, ਐਕਸਪੋਰਟ ਕਿਹਨੂੰ ਕਰੇ ਚੀਜ਼ਾਂ, ਉਹ ਐਕਸਪੋਰਟ ਕਰਨ ਲਈ ਜਿੱਦਾਂ ਚਾਈਨਾ ਨੇ ਮੰਡੀਆਂ ਲੱਭੀਆਂ ਇੰਡੀਆ ਨੂੰ ਲੱਭ ਸਕਦੀਆਂ। ਨਹੀਂ, ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ। ਮੈਨੂੰ ਲੱਗਦਾ ਕਿ ਸਭ ਤੋਂ ਵੱਧ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੋ ਸ਼੍ਰੀਲੰਕਾ ਨਾਲ ਹੋਇਆ ਉਹ ਹੋਰ ਕਿਸੇ ਮੁਲਕ ਦੇ ਨਾਲ ਨਾ ਹੋਵੇ। ਉੱਥੋਂ ਦੀਆਂ ਸਰਕਾਰਾਂ ਮਾੜਾ ਮੋਟਾ ਸ਼੍ਰੀਲੰਕਾ ਦੇ ਬਾਰੇ ਪੜ੍ਹਨ, ਸਮਝੌਤੇ ਕਿੱਦਾਂ ਹੋਏ ਸੀ, ਪਹਿਲਾਂ ਬਿਆਨ ਕਿਹਨੇ ਕੀ ਦਿੱਤੇ ਸੀ, ਚੀਨ ਵਾਲੇ ਲੀਡਰ ਆ ਕੇ ਕੀ ਕਹਿੰਦੇ ਸੀ, ਉਦੋਂ ਪਫਦ ਆਉਂਦੇ ਸੀ, ਐਂ ਕਰਕੇ ਹੱਥ ਮਿਲਾਉਂਦੇ ਹੁੰਦੇ, ਕਿੰਨੀ ਦੇਰ ਪ੍ਰੈਸ ਦੇ ਸਾਹਮਣੇ ਆ ਕੇ ਸਮਝੌਤਾ ਕਰਕੇ 2 3 4 ਮਿੰਟ ਹੀ ਆਮ ਤੌਰ ਤੇ ਬੰਦਾ ਹੱਥ ਮਿਲਾਉਂਦਾ, ਮੈਂ ਤੁਹਾਡੇ ਨਾਲ ਹੱਥ ਮਿਲਾਵਾਂ ਤੇ ਹੱਥ ਮਿਲਾਉਣਾ ਤੁਹਾਡੇ ਵੱਲ ਦੇਖਣਾ, ਉਹ ਹੱਥ ਮਿਲਾਉਂਦੇ ਦੇਖਣਾ ਪੱਤਰਕਾਰਾਂ ਨੂੰ ਹੁੰਦਾ ਐ ਕਰੀ ਜਾਣਾ ਉਧਰਲੇ ਪਾਸਿਓਂ। ਨਹੀਂ ਉਹ ਦੱਸ ਦਿੰਦੇ ਵੀ ਆਹ ਕਾਬੂ ਕਰ ਲਿਆ, ਕਾਬੂ ਕਰ ਲਿਆ, ਹੁਣ ਨਹੀਂ ਜਾਂਦਾ ਕਿਤੇ। ਉਹ ਅਗਲੇ ਵੀ ਅੱਖੀ ਮਾਰੇ ਇਹਦੇ ਵੀ ਹਿੱਲੂ ਨਾ ਸਵਾਲ ਹੀ ਪਾ ਰਹਿੰਦਾ ਹਿੱਲੂ ਕਿਧਰੇ, ਐਨ ਕੈਮ ਕਰਕੇ ਖੜਾ ਕੀਤਾ ਹੀ ਕਹਿਣਾ। ਚਲੋ ਹੁਣ ਸੰਧਾਲੀਆ ਸਾਹਿਬ ਫਿਰ ਆਪਾਂ ਚੱਲਦੇ ਆ ਪੰਜਾਬ ਨੂੰ। ਅੱਛਾ ਜੀ, ਜ਼ਰੂਰੀ ਹੈ ਕਿਉਂਕਿ ਕਿਸਾਨਾਂ ਦੇ ਉੱਤੇ ਪਰਚੇ ਹੋਣ ਦਾ ਰੌਲਾ ਰੱਪਾ ਪੈਂਦਾ ਸੀ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕਿਹਾ ਕਿ ਨਹੀਂ ਜੀ, ਜਿਹੜੇ ਕਿਸਾਨ ਡਿਫਾਲਟਰ ਹੋ ਗਏ, ਕਰਜ਼ਾ ਜਿਨ੍ਹਾਂ ਦੇ ਸਿਰ ਚੜ ਗਿਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ। ਫਿਰ ਰਿਪੋਰਟਾਂ ਆਉਣ ਲੱਗ ਪਈਆਂ ਜੀ ਇੰਨੇ ਹਜ਼ਾਰ ਕਿਸਾਨਾਂ ਦੇ ਵਾਰੰਟ ਤਿਆਰ ਪਏ ਆ, ਇੰਨੇ ਹਜ਼ਾਰ ਕਿਸਾਨ ਜਿਹੜੇ ਆ ਉਹਨਾਂ ਦੇ ਉੱਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਪਈ ਹੈ। ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਕਿਹਾ ਸੀ ਜੀ ਅਸੀਂ ਮਸਾਂ ਬੰਦ ਕਰਾਇਆ ਸੀ ਸਾਰਾ ਕੁਝ, ਆ ਭਗਵੰਤ ਮਾਨ ਦੀ ਸਰਕਾਰ ਦਾ ਤੋਹਫਾ ਲੈ ਲਓ, ਕਿਸਾਨਾਂ ਨੂੰ ਫੜਨ ਲੱਗ ਪਏ ਆ। ਕਾਂਗਰਸ ਪਾਰਟੀ ਵਾਲਿਆਂ ਨੇ ਵੀ ਕਿਹਾ ਜੀ ਬਹੁਤ ਮਾੜੀ ਗੱਲ ਹੈ। ਹੁਣ ਸਾਰੇ ਹੈਰਾਨ ਕਿ ਇੱਕਦਮ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਹੋ ਕੀ ਗਿਆ ਕਿ ਜੇ ਸੱਚੀ ਮੁੱਚੀ ਡਿਫਾਲਟਰ ਜਿਹੜੇ ਕਿਸਾਨ ਨੇ, ਖਾਸ ਤੌਰ ਦੇ ਉੱਤੇ ਖੇਤੀਬਾੜੀ ਵਿਕਾਸ ਬੈਂਕਾਂ ਵਾਲੇ, ਤਾਂ ਫਿਰ ਤੇ ਇਹਦਾ ਮਤਲਬ ਹੈ ਕਿ ਕਿਸਾਨ ਜਥੇਬੰਦੀਆਂ ਕਿਤੇ ਸੜਕਾਂ ਤੇ ਨਾ ਜਾਣ। ਹਰਪਾਲ ਸਿੰਘ ਚੀਮਾ ਸਾਹਮਣੇ ਆਏ ਜਦੋਂ SYL ਵਾਲੇ ਮੁੱਦੇ ਤੇ ਆਏ ਸੀ, ਉਹ ਕਹਿੰਦੇ ਜੀ ਦੇਖੋ ਮੈਂ ਵਿੱਤ ਮੰਤਰੀ ਹਾਂ, ਮੈਂ ਤਾਂ ਪਹਿਲਾਂ ਕਹਿੰਦੇ ਇਹ ਗੱਲ ਕਲੀਅਰ ਕਰਦਾ ਕਿ ਇੱਕ ਵੀ ਵਾਰੰਟ ਕਿਸੇ ਡਿਫਾਲਟਰ ਕਿਸਾਨ ਦਾ ਸਾਡੀ ਸਰਕਾਰ ਦੇ ਵੇਲੇ ਜਾਰੀ ਨਹੀਂ ਹੋਇਆ, ਕਿਸੇ ਨੂੰ ਅਸੀਂ ਨੋਟਿਸ ਨਹੀਂ ਕੱਢਿਆ। ਇਹ ਜਿਹੜੀ ਪਿਛਲੀ ਸਰਕਾਰ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ, ਵੋਟਾਂ ਪੈਣ ਤੋਂ ਪਹਿਲਾਂ ਸੀ ਕਾਂਗਰਸ ਪਾਰਟੀ ਦੀ, ਸਾਰਾ ਉਹਦਾ ਕੀਤਾ ਕਰਾਇਆ ਸਾਡੇ ਗਲ ਪਾਈ ਜਾਂਦੇ ਆ। ਤਰੀਕਾਂ ਦੇਖ ਲਓ, ਰਜਿਸਟਰਾਂ ਦੇ ਵਿੱਚ ਦਰਜ ਐਂਟਰੀਆਂ ਦੇਖ ਲਓ। ਅਸੀਂ ਨਹੀਂ ਕਹਿੰਦੇ ਕਿਸੇ ਵੀ ਕਿਸਾਨ ਦਾ ਵਾਰੰਟ ਜਾਰੀ ਕੀਤਾ, ਸਗੋਂ ਪਿਛਲੀ ਸਰਕਾਰ ਨੇ ਜਿਨ੍ਹਾਂ ਦੇ ਵਾਰੰਟ ਕਾਗਜ਼ਾਂ ਪੱਤਰਾਂ ਜਾਰੀ ਕਰਤੇ ਸੀ ਪਰ ਐਲਾਨ ਨਹੀਂ ਸੀ ਕੀਤੇ, ਅਸੀਂ ਸਾਰੇ ਰੱਦ ਕਰ ਦਿਆਂਗੇ। ਕਹਿੰਦੇ ਸਾਡੇ ਖਿਲਾਫ ਗਲਤ ਬਿਆਨਬਾਜ਼ੀ ਕਰਨ ਤੋਂ ਵਿਰੋਧੀ ਧਿਰਾਂ ਗੁਰੇਜ਼ ਕਰ ਲੈਣ ਤਾਂ ਚੰਗਾ ਨਹੀਂ। ਪਰ ਸਵਾਲ ਇੱਕ ਇਹ ਵੀ ਹੈ ਹੋ ਸਕਦਾ ਕਿਉਂਕਿ ਜੇ ਚੀਮਾ ਸਾਹਿਬ ਨੇ ਗੱਲ ਕਹੀ ਹੈ ਇੱਦਾਂ ਹੀ ਹੋਵੇ, ਪਰ ਸਵਾਲ ਇੱਕ ਇਹ ਆ ਵੀ ਆਮ ਤੌਰ ਤੇ ਇਹ ਹੁੰਦਾ ਵੀ ਜਦੋਂ ਸਰਕਾਰ ਬਦਲਦੀ ਹੁੰਦੀ ਆ ਤੇ ਜਿਹੜੇ ਅਫਸਰਾਨ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਪਿਛਲੀ ਸਰਕਾਰ ਦੇ ਆਰਡਰ ਵੀ ਪਿਛਲੀ ਸਰਕਾਰ ਦੇ ਨਾਲ ਹੀ ਚੱਲ ਗਏ ਭਾਈ ਸਾਹਿਬ, ਹੁਣ ਜਿਨ੍ਹਾਂ ਦੇ ਕੋਲ ਮਹਿਕਮਾ, ਜਿਨ੍ਹਾਂ ਦੇ ਕੋਲੋਂ ਹਰੀ ਰੰਗ ਦਾ ਪੈਨ ਆ, ਉਹਨਾਂ ਦੇ ਹਿਸਾਬ ਨਾਲ ਆਪਾਂ ਚੱਲਣਾ। ਹੁਣ ਜਿਹੜੇ ਵੀ ਵਾਰੰਟ ਜਿੰਨੇ ਵੀ ਕਾਇਮ ਕੀਤੇ ਜਾਂ ਦੁਬਾਰਾ ਨੋਟਿਸ ਕੱਢੇ ਜਾਂ ਉਹ ਰੌਲਾ ਵੀ ਪਿਆ ਸੀ ਵੀ 2 ਜਣੇ ਫੜੇ ਵੀ ਆ ਜੀ ਬਾਅਦ ਚਲੋ ਛੱਡਤੇ, ਉਹ ਕਿਸੇ ਨਾ ਕਿਸੇ ਨੇ ਤੇ ਪੁੱਛਿਆ ਹੀ ਹੋਊਗਾ ਨਾ ਵੀ ਮਹਾਰਾਜ ਇੱਦਾਂ ਕਰ ਲਈਏ ਜੀ। ਜੇ ਤੇ ਉਹ ਕਿਸੇ ਨੇ ਪੁੱਛ ਕੇ ਕੀਤਾ ਤਾਂ ਵੀ, ਤੇ ਜੇ ਪੁੱਛ ਕੇ ਨਹੀਂ ਕੀਤਾ ਤੇ ਫਿਰ ਮੇਰੇ ਖਿਆਲ ਨਾਲ ਇੱਕ ਉਹ ਸਮਾਂ ਚੀਮਾ ਸਾਹਿਬ ਦੇ ਲਈ ਜਾਂ ਮਾਨ ਸਰਕਾਰ ਦੇ ਲਈ ਵੀ ਉਹ ਚੈੱਕ ਜ਼ਰੂਰ ਕਰ ਲੈਣ ਵੀ ਕਿਤੇ ਇੱਦਾਂ ਦੇ ਨਹੀਂ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਵਾਰ ਵਿਰੋਧੀ ਧਿਰਾਂ ਇਸ ਚੀਜ਼ ਦੇ ਬਾਰੇ ਗੱਲ ਨਹੀਂ ਕਰਦੀਆਂ, ਉਹ ਸਰਕਾਰ ਹੀ ਉਹਨਾਂ ਦੇ ਆ, ਬੰਦੇ ਤੇ ਆਪਣੇ ਆ, ਵੀ ਉਹ ਸਰਕਾਰ ਹੀ ਉਹਨਾਂ ਦੀ ਆ ਤੇ ਬੰਦੇ ਹੀ ਆਪਣੇ ਆ। ਜੇ ਉਹ ਬੰਦੇ ਅਜੇ ਵੀ ਕਿਸੇ ਦੇ ਹੈਗੇ ਆ ਨਾ, ਉਹਨਾਂ ਦਾ ਜ਼ਰੂਰ ਇੱਕ ਨਾ ਤੇਲ ਪਾਣੀ ਚੈੱਕ ਕਰ ਲੈਣ ਵੀ ਵੀਰ ਮੇਰਾ ਕਿੱਦਾਂ ਜੀ ਇੱਦਾਂ ਹੋਇਆ ਤੇ ਨਹੀਂ। ਬਹੁਤ ਜ਼ਰੂਰੀ ਹੈ ਕਿਉਂਕਿ ਅਗਲਿਆਂ ਨੇ ਮਾੜਾ ਜਿਹਾ ਇਸ਼ਾਰੇ ਕਰਨਾ, ਕੱਢਦੇ 2 ਵਾਰੰਟ ਜਿਹੜੇ ਜਾਰੀ ਹੋਏ ਸੀ ਪਿੱਛੇ, ਜਿਹੜਾ ਕੰਮ ਹੋਇਆ ਸੀ ਮਾੜਾ ਜਿਹਾ ਤੋਰੋ ਫਾਈਲਾਂ ਗੱਲ ਕਰਨ ਨੂੰ ਥਾਂ ਮਿਲੇ। ਘੱਟੋ ਘੱਟ ਸਰਕਾਰ ਬਹੁਤ ਹੀ ਤੇਜ਼ ਕਦਮੀ ਅੱਗੇ ਜਾਂਦੀ ਹੈ, ਮਾੜੀਆਂ ਮੋਟੀਆਂ ਬ੍ਰੇਕਾਂ ਮਾਰੀਏ। ਹੁਣ ਆਮ ਹੀ ਗੱਲ ਚੱਲਦੀ ਵੀ ਬਹੁਤੇ ਅਫਸਰ ਫਲਾਨਿਆਂ ਦੇ ਲਾਏ ਆ, ਦੇਖੋ ਜਿਨ੍ਹਾਂ ਦੀਆਂ ਸਰਕਾਰਾਂ ਉਹਨਾਂ ਨੇ ਲਾਉਣੇ ਆ, ਐਸੀ ਗੱਲ ਤਾਂ ਕੋਈ ਨਹੀਂ, ਪਰ ਅਫਸਰਸ਼ਾਹੀ ਹੁਣ ਦੇਖ ਕੇ ਢੰਗ ਤਰੀਕੇ ਨਾਲ ਚੱਲੇ। ਹਾਂ, ਕਿਸਾਨ ਇੱਕ ਤਾਂ ਕਣਕ ਦੇ ਝਾੜ ਘਟਣ ਦਾ ਮਾਰਿਆ, ਉੱਪਰੋਂ ਹੁਣ ਮੀਂਹ ਪੈ ਗਿਆ, ਪਹਿਲਾਂ ਗਰਮੀ ਬੜੀ ਪੈ ਗਈ ਸੀ, ਝੱਖੜ ਝੁੱਖੜ ਵਗਿਆ, ਕਿਸਾਨ ਦਾ ਨੁਕਸਾਨ ਫੇਰ ਹੋਇਆ। ਤਾਂ ਜੇ ਤੀਸਰਾ ਇਸੇ ਤਰੀਕੇ ਵਾਰੰਟ ਜਾਰੀ ਹੋਣ ਲੱਗ ਪਿਆ, ਕੁਰਕੀ ਵਾਲੀਆਂ ਖਬਰਾਂ ਚੱਲਣ ਲੱਗ ਪਈਆਂ, ਠੀਕ ਹੈ ਹਰਪਾਲ ਸਿੰਘ ਚੀਮਾ ਸਾਹਿਬ ਨੇ ਬ੍ਰੇਕਾਂ ਲਾਈਆਂ, ਤਾਂ ਕਿਸਾਨ ਦੀ ਮੁਸੀਬਤ ਸੰਧਾਲੀਆ ਸਾਹਿਬ ਵਧੂਗੀ। ਥੋੜ੍ਹਾ ਜਿਹਾ ਧਿਆਨ ਰੱਖ ਕੇ ਢੰਗ ਤਰੀਕੇ ਨਾਲ ਸੋਚ ਕੇ ਚੱਲਣਾ ਚਾਹੀਦਾ। ਤੇ ਜਿਹੜਾ ਖੇਤ ਮਜ਼ਦੂਰ ਹੈ ਉਹਦੇ ਤੇ ਵੀ ਉਨਾ ਹੀ ਪ੍ਰਭਾਵ ਪੈਂਦਾ, ਉਹ ਵੀ ਉਨਾ ਹੀ ਨੁਕਸਾਨਿਆ ਜਾਂਦਾ।
ਉਹਦੇ ਵੱਲ ਵੀ ਸਰਕਾਰ ਮਾੜਾ ਮੋਟਾ ਸੋਚੇ ਤਾਂ ਚੰਗਾ। ਨਹੀਂ ਗੱਲ ਹੈਗੀ ਆ, ਚਲੋ ਬਾਕੀ ਆਸ ਕਰਦੇ ਹਾਂ ਵੀ ਹੁਣ ਜੇ ਸਰਕਾਰ ਨੇ ਕਹਿ ਤਾ ਵੀ ਅਸੀਂ ਵਾਰੰਟ ਨਹੀਂ ਕੱਢੇ, ਗਾਂ ਕਿਸੇ ਦੇ ਵਾਰੰਟ ਨਹੀਂ ਨਿਕਲਣਗੇ, ਵਿਰੋਧੀ ਧਿਰਾਂ ਨੇ ਵੀ ਆਪਣਾ ਰੋਲ ਅਦਾ ਕੀਤਾ ਵੀ ਜੇ ਭਾਈ ਸਾਹਿਬ ਇੱਧਰ ਨੂੰ ਤੁਸੀਂ ਤੁਰੇ ਤੇ ਅਸੀਂ ਵੀ ਫਿਰ ਸੰਘਰਸ਼ ਦੇ ਰਾਹ 'ਤੇ ਤੁਰ ਪੈਣਾ। ਕਿਸਾਨ ਜਥੇਬੰਦੀਆਂ ਨੇ ਵੀ ਹਾਲ ਦਾ ਨਾਅਰਾ ਮਾਰਿਆ। ਸਵਾਲ ਇਹ ਆ ਵੀ ਇਹ ਸਾਰੇ ਕੁਛ ਨੂੰ ਇੱਕ ਵਾਰਾਂ ਦਬਾਇਆ ਤੇ ਜਾ ਸਕਦਾ, ਪਰ ਇਹ ਜ਼ਰੂਰ ਲੱਭਣ ਦੀ ਲੋੜ ਹੈਗੀ ਵੀ ਅਸਲ ਦੇ ਵਿੱਚ ਇਹ ਰੋਗ ਜਿਹੜਾ ਇਹ ਹੈ ਕਿਹੜੀ ਗੱਲੋਂ। ਕਿਸੇ ਨੂੰ ਹੁੰਦਾ ਨਾ ਵੀ ਵਾਰ-ਵਾਰ ਪਤਾ ਨਹੀਂ ਕਿਉਂ ਨਾ ਉਹ ਪੀੜ ਜੀ ਉੱਠਦੀ ਹੈ ਲੱਤ ਦੇ ਵਿੱਚ, ਉਹ ਲੱਤ 'ਚ ਪੀੜ ਹੈ ਕਾਹਦੀ, ਉਹ ਗੈਸ ਦਾ ਕਰਕੇ ਆ, ਕੋਈ ਡਿਸਕ ਹਿੱਲੀ ਆ, ਜਾਂ ਫਿਰ ਪੈਰ 'ਚ ਨੁਕਸ ਸੀਗਾ, ਕੋਈ ਮੋਚ ਆਈ ਆ, ਕੋਈ ਮਾਸਪਾਟਾ ਕੀ ਆ, ਉਹ ਜ਼ਰੂਰ ਚੈੱਕ ਕਰ ਲਿਆ ਜਾਵੇ। ਕਿਉਂਕਿ ਇਹ ਹੋ ਸਕਦਾ ਵੀ ਪੇਨ ਕਿਲਰ ਆਰਜੀ ਤੌਰ ਤੇ ਦੇ ਕੇ ਵੀ 2-4 ਦਿਨ ਤਾਂ ਟਪਾਏ ਜਾ ਸਕਣ, ਪਰ ਹੋ ਸਕਦਾ ਵੀ ਅੱਜ ਟਪਾ ਲਏ ਜਾਂਦੇ 6 ਮਹੀਨੇ ਬਾਅਦ ਕੋਈ ਨਾ ਕੋਈ ਹੋਰ ਗੱਲ ਸਾਹਮਣੇ ਆ ਜਾਵੇ ਵੀ ਮਹਾਰਾਜ ਤੁਸੀਂ ਉਦੋਂ ਆਹ ਕੰਮ ਨਹੀਂ ਸੀ ਕਰਨ ਦਿੱਤਾ, ਹੁਣ ਇਹਦਾ ਕਰਕੇ ਆਹ ਹੋ ਗਿਆ। ਸੋ ਉਹਨਾਂ ਦਾ ਹੱਲ ਜ਼ਰੂਰ ਲੱਭਿਆ ਜਾਣਾ ਚਾਹੀਦਾ। ਸੰਧਾਲੀਆ ਸਾਹਿਬ ਗੱਲ ਤੁਹਾਡੀ ਠੀਕ ਹੈ, ਪੇਨ ਕਿਲਰ ਕਿਹਨੂੰ ਦੇਣੀ ਹੈ ਪਤਾ ਨਹੀਂ, ਪਰ ਕਾਂਗਰਸ ਪਾਰਟੀ ਦਾ ਕਹਿੰਦੇ ਆਪਰੇਸ਼ਨ ਹੋਊਗਾ, ਫੇਸ ਬੂਥ ਆਉਣਾ, ਹੁਣ ਪੇਨ ਕਿਲਰ ਨਾਲ ਗੱਲ ਨਹੀਂ ਚੱਲਦੀ, ਹੁਣ ਗੱਲ ਗਾਂਹ ਵੱਧ ਗਈ ਹੈ, ਟਾਈਮ ਨਾਲ ਇਲਾਜ ਇਹਨਾਂ ਨੇ ਕਰਾਇਆ ਨਹੀਂ, ਨੁਕਸਾਨ ਬਹੁਤਾ ਕਰਾ ਲਿਆ। ਸੋ ਅੱਜ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ, ਨਤੀਜੇ ਆਉਣ ਤੋਂ ਬਾਅਦ, ਕਾਂਗਰਸ ਦੀ ਹਾਰ ਤੋਂ ਬਾਅਦ ਨਵਾਂ ਪ੍ਰਧਾਨ ਓਫੀਸ਼ੀਅਲੀ ਕਾਗਜ਼ੀ ਪੱਤਰੀ ਕਾਂਗਰਸ ਪਾਰਟੀ ਦੀ ਪੰਜਾਬ ਇਕਾਈ ਨੂੰ ਮਿਲਣ ਜਾ ਰਿਹਾ। 3 ਵਾਰ ਦੇ ਲਗਾਤਾਰ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਪਾਰਟੀ ਦੇ ਰਜਿਸਟਰ ਦੇ ਵਿੱਚ ਅੱਜ ਦਸਤਖਤ ਕਰਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਰੂਪ ਦੇ ਵਿੱਚ ਕੰਮਕਾਰ ਸ਼ੁਰੂ ਕਰ ਦੇਣਗੇ। ਐਲਾਨ ਹੋ ਚੁੱਕਿਆ, ਬਹੁਤੇ ਲੀਡਰਾਂ ਨੂੰ ਘਰੋਂ ਘਰੀ ਜਾ ਕੇ ਉਹ ਮਿਲ ਚੁੱਕੇ ਆ, ਪਰ ਸਵਾਲ ਸਾਰਾ ਉੱਥੇ ਹੀ ਖੜਾ ਹੈ ਕਿ ਕੀ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਉਣਗੇ, ਕੀ ਸ਼ਮਸ਼ੇਰ ਸਿੰਘ ਦੂਲੋ ਆਉਣਗੇ, ਕੀ ਸੁਨੀਲ ਜਾਖੜ ਆਉਣਗੇ। ਬਾਜਵਾ ਸਾਹਿਬ ਨੇ ਤਾਂ ਆਉਣਾ। ਜਿਹੜਾ ਤਿੰਨਾਂ ਜਣਿਆਂ ਦੇ ਮੈਂ ਨਾਂ ਲਿਆ ਉਹ ਕਾਂਗਰਸ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਨੇ। ਹੁਣ ਪਾਰਟੀ ਨੂੰ ਇਕਮੁੱਠ ਕਰਨਗੇ ਤਾਂ ਸ਼ਾਇਦ ਉੱਪਰ ਚਲੇ ਜਾਓ। ਚਰਚਾ ਚੱਲੀ ਜਾਂਦੀ ਸੀ ਕਿ ਭਾਈ ਸਿੱਧੂ ਸਾਹਿਬ ਦਾ ਨਹੀਂ ਪਤਾ ਲੱਗਦਾ, ਦੋਨਾਂ ਪ੍ਰਧਾਨਾਂ ਦੀ ਇੱਕ ਸਾਬਕਾ ਤੇ ਇੱਕ ਮੌਜੂਦਾ ਮੀਟਿੰਗ ਨਹੀਂ ਹੋਈ, ਸਿੱਧੂ ਸਾਹਿਬ ਨੇ ਪੱਤੇ ਖੋਲਤੇ। ਪੱਤਰਕਾਰਾਂ ਨੇ ਪੁੱਛਿਆ ਸਿੱਧੂ ਸਾਹਿਬ ਦੱਸੋ ਮਾੜਾ ਜਿਹਾ, ਸਾਰੇ ਪਾਸੇ ਗੱਲਾਂ ਚੱਲੀ ਜਾਂਦੀਆਂ, ਤੁਹਾਡੇ ਨਾਲ ਮੁਲਾਕਾਤ ਨਹੀਂ ਹੋਈ। ਉਹ ਕਹਿੰਦੇ ਪਹਿਲੀ ਗੱਲ ਇਹ ਹੈ ਕਿਉਂਕਿ ਸਿੱਧੂ ਸਾਹਿਬ ਦੱਸਦੇ ਨਹੀਂ ਹੈ, ਇਹ ਤਾਂ ਗੱਲ ਨਹੀਂ ਸੀ ਕਰਦੇ। ਨਾ ਰਾਜਾ ਵੜਿੰਗ ਸਿੱਧੂ ਸਾਹਿਬ ਦੇ ਖਿਲਾਫ ਬੋਲਦਾ ਸੀ, ਨਾ ਸਿੱਧੂ ਸਾਹਿਬ ਰਾਜਾ ਵੜਿੰਗ ਸਾਹਿਬ ਦੇ ਖਿਲਾਫ ਬੋਲਦੇ ਸੀ। ਪਰ ਹੁਣ ਉਹ ਕਹਿੰਦੇ ਜੀ ਸਾਰਿਆਂ ਦੇ ਘਰੇ ਗਿਆ ਰਾਜਾ ਵੜਿੰਗ, ਮੇਰੇ ਤਾਂ ਆਇਆ ਨਹੀਂ। ਜੇ ਸਾਰਿਆਂ ਦੇ ਜਾ ਸਕਦਾ ਸਾਡੇ ਵੀ ਆ ਜਾਂਦਾ, ਬੂਹੇ ਖੁੱਲੇ ਨੇ। ਬਾਕੀ ਕਹਿੰਦੇ ਜਿੱਦਣ ਅੰਮ੍ਰਿਤਸਰ ਆਇਆ, ਮੇਰਾ 10 ਦਿਨ ਪਹਿਲਾਂ ਦਾ ਪ੍ਰੋਗਰਾਮ ਬਣਿਆ ਸੀ, ਜਿਹਨੂੰ ਮਰਜ਼ੀ ਪੁੱਛ ਲਓ ਕਿ ਮੈਂ ਸਮਰਾਲੇ ਜਾਣਾ ਸੀ ਤਾਂ ਫਿਰ ਮੈਂ ਉੱਥੇ ਜਾਣਾ ਹੀ ਸੀ। ਦੂਸਰੀ ਗੱਲ ਉਹ ਕਹਿੰਦੇ 3 ਦਿਨ ਪਹਿਲਾਂ ਡੈਨੀ ਦੇ ਫੋਨ ਤੋਂ, ਸੁਖਵਿੰਦਰ ਸਿੰਘ ਡੈਨੀ, ਕਿ ਉਹਨਾਂ ਦੇ ਫੋਨ ਤੋਂ ਫੋਨ ਆਇਆ ਤੇ ਮੈਂ ਕਿਹਾ ਜਦੋਂ ਮਰਜ਼ੀ ਆ ਜਾ ਵੜਿੰਗ, ਰਾਜੇ ਤੂੰ ਆ, ਦਰਵਾਜ਼ੇ ਖੁੱਲੇ ਆ ਤੇਰੇ ਲਈ, ਗੱਲ ਕਿਹੜੀ ਆ, ਆਪਾਂ ਇਕੱਠੇ ਆ। ਹੁਣ ਕਹਿੰਦੇ ਫਿਰ ਟੈਲੀਫੋਨ ਆਇਆ ਤੇ ਕਹਿੰਦੇ ਦੇਖੋ ਜੇ ਬਾਕੀਆਂ ਦੇ ਜਾਇਆ ਜਾ ਸਕਦਾ ਸਾਡੇ, ਫਿਰ ਉਹਨਾਂ ਨੇ ਉਦਾਹਰਨ ਦਿੱਤੀ, ਕਹਿੰਦੇ ਮੇਰੀ ਕਾਹਦੀ ਲੜਾਈ ਆ, ਤੁਹਾਡੀ ਮੀਡੀਆ ਵਾਲਿਆਂ ਦੀ ਲੜਾਈ ਪਾਈ ਆ। ਉਹ ਕਹਿੰਦੇ ਜਿੱਦਣ ਅਮਰਿੰਦਰ ਸਿੰਘ ਰਾਜਾ ਵੜਿੰਗ ਬਠਿੰਡਿਓਂ ਚੋਣ ਲੜਦਾ, ਮੈਨੂੰ ਬਿਨਾਂ ਪੁੱਛੇ ਕਹਿੰਦੇ ਮੇਰੀ ਘਰ ਵਾਲੀ ਕੋ ਡਾਕਟਰ ਨਵਜੋਤ ਕੌਰ ਸਿੱਧੂ ਕੋਲ, ਕਹਿੰਦੇ ਉਹਨਾਂ ਦੇ ਕੋਲੇ ਗਏ, ਕਹਿੰਦੇ ਭਾਬੀ ਜੀ ਤੁਸੀਂ 10 ਰੈਲੀਆਂ ਨੂੰ ਸੰਬੋਧਨ ਕਰਨਾ ਹੈ। ਉਹ ਕਹਿੰਦੇ ਉਹ ਗਏ 10 ਰੈਲੀਆਂ ਨੂੰ ਸੰਬੋਧਨ ਕੀਤਾ, ਕਹਿੰਦੇ ਹੋਰ ਤਾਂ ਨਹੀਂ ਕੋਈ ਆਇਆ, ਮੈਂ ਗਿਆ। ਸਭ ਤੋਂ ਵੱਧ ਰਾਜੇ ਦੀਆਂ ਸਿਫਤਾਂ ਕੀਤੀਆਂ, ਲੜਾਈ ਵੀ ਮੁੱਲ ਲਈ ਕਿਉਂਕਿ ਅਸਤੀਫਾ ਉਹਦੇ ਤੋਂ ਬਾਅਦ ਹੀ ਦੇਣਾ ਪਿਆ ਸੀ। ਉਹਦੇ ਤੋਂ ਬਾਅਦ ਵੀ ਕਹਿੰਦੇ ਕਿੱਥੇ ਆ ਜਿੱਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਮੈਂ ਨਹੀਂ ਖੜਿਆ। ਹੁਣ ਫਿਰ ਰਾਜਾ ਪ੍ਰਧਾਨ ਬਣ ਗਿਆ ਅਮਰਿੰਦਰ ਸਿੰਘ ਰਾਜਾ ਵੜਿੰਗ, ਤੇ ਕਹਿੰਦੇ ਹੁਣ ਉਹਨੇ ਦੇਖਣਾ ਜੇ ਇਸ ਤਰੀਕੇ ਸਿੱਧੂ ਸਾਹਿਬ ਨੇ ਕਿਹਾ ਕਿ ਲੜਾਈ ਕੋਈ ਨਹੀਂ, ਜਦੋਂ ਮਰਜ਼ੀ ਘਰੇ ਆ ਜਾਣ, ਮੇਰੇ ਤਾਂ ਨਹੀਂ ਆਏ ਬਾਕੀਆਂ ਦੇ ਆਏ, ਟੈਲੀਫੋਨ ਕਹਿੰਦੇ ਹੁਣ ਗੱਲ ਹੋਈ ਹੈ। ਫਿਰ ਵੀ ਅੱਜ ਸਾਰੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਰਹਿਣੀਆਂ ਕਿ ਸਿੱਧੂ ਸਾਹਿਬ ਜਿਸ ਤਰੀਕੇ ਪਾਰਟੀ ਚੋਂ ਕੱਢੇ ਕੇਵਲ ਸਿੰਘ ਢਿੱਲੋਂ ਨੂੰ ਮਿਲੇ, ਨੋਟਿਸ ਜਾਰੀ ਹੋਏ ਜਾਖੜ ਸਾਹਿਬ ਨੂੰ ਮਿਲੇ, ਪਾਰਟੀ ਦੇ ਵਿੱਚੋਂ ਕੱਢੇ ਹੋਏ ਸੁਰਜੀਤ ਸਿੰਘ ਧਮਾਨ ਨੂੰ ਮਿਲੇ ਤੇ ਨਾਲ ਲੈ ਕੇ ਬਹਿੰਦੇ ਆ, ਪਾਰਟੀ ਦੇ ਵਿੱਚੋਂ ਬਾਹਰ ਕੀਤੇ ਹੋਏ ਅਮਰੀਕ ਸਿੰਘ ਢਿੱਲੋਂ ਸਮਰਾਲੇ ਦੇ 4R ਦੇ MLA ਨੂੰ ਮਿਲੇ। ਉਹਦੇ ਤੋਂ ਬਾਅਦ ਅੱਜ ਦਾ ਦਿਨ ਇੰਪੋਰਟੈਂਟ ਹੈ। ਜੇ ਤਾਂ ਨਵਜੋਤ ਸਿੰਘ ਸਿੱਧੂ ਅੱਜ ਰਾਜਾ ਵੜਿੰਗ ਦੀ ਪ੍ਰਧਾਨਗੀ ਦੇ ਸਮਾਰੋਹ 'ਚ ਜਾਂਦੇ ਆ, ਇਹਦਾ ਮਤਲਬ ਹੈ ਕਿ ਢੱਕ ਲਪੇਟ ਕੇ ਹੋ ਸਕਦਾ ਕਿ ਕੁਝ ਮਹੀਨੇ ਹੋਰ ਦੋਨੋਂ ਧਿਰਾਂ ਕੱਢ ਜਾਣ। ਜੇ ਨਹੀਂ ਜਾਂਦੇ ਤਾਂ ਫਿਰ ਸਿੱਧੂ ਸਾਹਿਬ ਦਾ ਰਾਹ ਮੰਨ ਕੇ ਚੱਲਿਆ ਜਾਵੇ, ਕੁਝ ਹੱਦ ਤੱਕ ਵੱਖਰਾ ਹੋ ਸਕਦਾ ਹੈ। ਨਹੀਂ ਵੱਖਰੇ ਦੀ ਆਸ ਤੇ ਵੈਸੇ ਬਹੁਤਾ ਕਰਕੇ ਲਾਈ ਬੈਠੇ ਬਾਕੀ ਦੇ ਬੰਦੇ। ਮੈਂ ਸੁਣ ਰਿਹਾ ਸੀ ਸਾਬਕਾ ਉਪ ਮੁੱਖ ਮੰਤਰੀ ਸੁਖੀ ਰੰਧਾਵਾ ਸਾਹਿਬ ਦੀ ਗੱਲਬਾਤ, ਉਹ ਕਹਿੰਦੇ ਵੀ ਰੰਧਾਵਾ ਸਾਹਿਬ ਕਿਵੇਂ ਜਾਪਦਾ ਤੁਹਾਨੂੰ ਵੀ ਸਿੱਧੂ ਸਾਹਿਬ ਉੱਥੇ ਜਾਣ। ਕਹਿੰਦੇ ਵੀ ਦੇਖੋ ਮੈਂ ਕੌਣ ਹੁੰਦਾ ਫਿਰ ਉਹਨੂੰ ਕਹਿਣ ਵਾਲਾ ਵੀ ਜਾਓ ਨਾ ਜਾਓ। ਕਹਿੰਦੇ ਵੀ ਉਹ ਸਾਬਕਾ ਪ੍ਰਧਾਨ ਨੇ, ਗਾਂ ਅਗਲਿਆਂ ਨੇ ਨਵਾਂ ਪ੍ਰਧਾਨ ਲਾਤਾ, ਉਹਨਾਂ ਨੇ ਉਹਨਾਂ ਕੋਲੋਂ ਚਾਰਜ ਲੈਣਾ, ਉਹਨਾਂ ਨੂੰ ਉੱਥੇ ਜਾਣਾ ਚਾਹੀਦਾ। ਉਹ ਕਹਿੰਦੇ ਵੀ ਤੁਸੀਂ ਕਹਿੰਦੇ ਦੇਖੋ ਕਾਰਨ ਹੈ ਵੀ ਮੇਰੀ ਤੇ ਨਹੀਂ ਅਜੇ ਤੱਕ ਕਦੀ ਕੋਈ ਗੱਲ ਹੋਈ, ਤੇ ਜੇ ਤੁਹਾਨੂੰ ਮੈਂ ਸਿੱਧਾ ਕਹਾਂ ਤੇ ਸਮਝੋ ਬੋਲਚਾਲ ਸਾਡਾ ਬੰਦ ਹੀ ਆ ਵੀ ਜਦੋਂ ਸਾਡਾ ਬੋਲਚਾਲ ਹੀ ਬੰਦ ਹੈ ਸਾਨੂੰ ਉਹਦੇ ਨਾਲ ਕੀ ਲੈਣਾ ਦੇਣਾ, ਭਾਈ ਸਾਹਿਬ ਕਿੰਨੇ ਕਿੱਥੇ ਕੀ ਕਰਨਾ। ਉਹ ਕਹਿੰਦੇ ਨਹੀਂ ਇੱਦਾਂ ਦੀ ਇਹ ਗੱਲ ਨਹੀਂ ਹੈਗੀ। ਦੇਖੋ ਸਿੱਧੂ ਸਾਹਿਬ ਹੁਣ ਦੇਖੋ ਕਿੰਨੇ ਸਰਗਰਮ ਨੇ, ਰਾਜਪਾਲ ਸਾਹਿਬ ਨੂੰ ਮਿਲ ਕੇ ਆਏ ਆ, ਉਹ ਮਹਾਰਾਜ ਮਸਲਿਆਂ ਦੇ ਉੱਪਰ ਤੁਰੇ ਫਿਰ ਰਹੇ। ਉਹ ਕਹਿੰਦੇ
ਸਿੱਧੂ ਸਾਹਿਬ ਨੇ ਆ ਹੁਣ ਜੋ ਮਸਲਿਆਂ ਦੇ ਮਿਲਦੇ ਪਏ ਜੇ ਇਹੋ ਕੰਮ ਪਹਿਲਾਂ ਕਰਨੇ ਦੇ ਇਕੱਠੇ ਹੋ ਗਏ ਤੇ ਕੋਈ ਆਪਣੀ ਕੋਈ ਗੱਲ ਬਣ ਜਾਂਦੀ। ਦੂਜੀ ਕਹਿੰਦੇ ਉਹ ਕਹਿੰਦੇ ਤੁਸੀਂ ਨਹੀਂ ਨਾਲ ਗਏ, ਕਹਿੰਦੇ ਸਾਨੂੰ ਕਿਹੜਾ ਕਿਸੇ ਨੇ ਸੱਦਿਆ, ਆਪੇ ਹੀ ਚੱਲ ਜਾਂਦੇ, ਆਪੇ ਹੀ ਚਲੇ ਜਾਂਦੇ, ਉਹ ਕਿਹੜਾ ਕਿਸੇ ਦਾ ਨਾਂ ਲੈਂਦੇ ਆ। ਉਹ ਕਹਿੰਦੇ ਨਹੀਂ ਇਦਾਂ ਦੀ ਤਾਂ ਗੱਲ ਕੋਈ ਨਹੀਂ, ਉਹ ਕਹਿੰਦੇ ਮੈਂ ਪਾਰਟੀ ਦੇ ਲਈ ਗੱਲ ਕਰ ਰਿਹਾ। ਉਹ ਕਹਿੰਦੇ ਜੇ ਪਾਰਟੀ ਦੇ ਲਈ ਕਰ ਰਹੇ ਤੇ ਜਿਹੜੇ ਨਾਲ ਬੰਦੇ ਗਏ ਸੀ ਉਹਦੇ ਪਾਰਟੀ ਚੋਂ ਹੀ ਕੱਢਿਆ। ਤੇ ਬੰਦੇ ਨੂੰ ਇੰਨਾ ਕਿਤੇ ਸੋਚ ਹੀ ਲੈਣਾ ਚਾਹੀਦਾ ਵੀ ਯਾਰ ਜਿਹੜੇ ਬੰਦੇ ਨੂੰ ਪਾਰਟੀ ਨੇ ਆਖਿਆ ਵੀ ਇਹ ਸਾਡਾ ਬੰਦਾ ਹੀ ਨਹੀਂ, ਉਸ ਬੰਦੇ ਨੂੰ ਲੈ ਕੇ ਆਪਾਂ ਰਾਜਪਾਲ ਦੇ ਕੋਲ ਚੱਲ ਰਹੇ ਹਾਂ। ਤੇ ਜਿਹੜੇ ਬੰਦਿਆਂ ਨੂੰ ਮਿਲਣਾ ਚਾਹੀਦਾ ਸੀ ਜਾਂ ਇਕੱਠੇ ਹੋਣਾ ਚਾਹੀਦਾ ਸੀ ਉਹਨਾਂ ਨਾਲ ਬੋਲਚਾਲ ਬੰਦ ਆ। ਉਹ ਕਹਿੰਦੇ ਵੀ ਮੈਨੂੰ ਤੇ ਆਸ ਵੈਸੇ ਘੱਟ ਲੱਗਦੀ, ਬਾਕੀ ਚਲੋ ਕੱਲ੍ਹ ਦਾ ਦਿਨ ਇਹ ਕੱਲ੍ਹ ਦੀ ਗੱਲ ਆ ਵੀ ਕੱਲ੍ਹ ਦਾ ਦਿਨ ਜਦੋਂ ਵੇਖੀਏ ਮਤਲਬ ਉਹਨਾਂ ਨੇ ਵੀ ਇਸੇ ਚੀਜ਼ ਦੇ ਉੱਪਰ ਆਸ ਰੱਖੀ ਆ ਵੀ ਅੱਜ ਦਾ ਦਿਨ ਜਿਹੜਾ ਕਹਿ ਲਓ ਕਿ ਵੀ ਨਵੇਂ ਪ੍ਰਧਾਨ ਦੀ ਤਾਜਪੋਸ਼ੀ ਦਾ ਉਹ ਕਿਹੋ ਜਿਹਾ ਲੰਘਦਾ। ਦੇਖੋ ਗੱਲ ਤਾਂ ਸੰਧਾਲੀਆ ਸਾਹਿਬ ਰੰਧਾਵਾ ਸਾਹਿਬ ਦੀ ਠੀਕ ਹੈ ਕਿ ਭਾਈ ਸਾਨੂੰ ਕਿਹੜਾ ਕਿਸੇ ਨੇ ਦੱਸਿਆ, ਪਾਰਟੀ ਦੇ ਪੱਧਰ ਦੇ ਉੱਤੇ ਮਿਲਣ ਜਾਂਦੇ, ਕਹਿੰਦੇ ਚੰਗਾ ਲੱਗਦਾ, ਸਾਰੇ ਜਣੇ ਇਕੱਠੇ ਹੋ ਕੇ ਜਾਂਦੇ, ਵਰਕਰ ਨੂੰ ਵੀ ਠੀਕ ਲੱਗਦਾ। ਪਰ ਇੱਕ ਗੱਲ ਹੈਗੀ ਹੈ, ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਮੁੱਖ ਮੰਤਰੀ ਦੇ ਦਾਅਵੇਦਾਰ ਸੀ, ਕਹਿੰਦੇ ਸਿੱਧੂ ਸਾਹਿਬ ਨੇ ਬ੍ਰੇਕਾਂ ਲਵਾਈਆਂ। ਉਪ ਮੁੱਖ ਮੰਤਰੀ ਰਹਿ ਗ੍ਰਹਿ ਵਿਭਾਗ ਉਹਨਾਂ ਦੇ ਕੋਲ, ਤੇ MLA ਸੁਖ ਨਾਲ ਉਹ ਫਿਰ ਚੁਣੇ ਗਏ ਆ, ਉਹਨਾਂ ਦੇ ਸਾਥੀ ਵੀ ਚੁਣੇ ਗਏ ਦੁਬਾਰਾ ਬਹੁਤੇ। ਉਹਨਾਂ ਨੂੰ ਅੱਗੇ ਹੋ ਕੇ ਮਿਹਨਤ ਕਰਨੀ ਚਾਹੀਦੀ ਹੈ, ਚਾਹੇ ਉਹ ਵਿਰੋਧੀ ਧਿਰ ਦੇ ਨੇਤਾ ਨਹੀਂ ਬਣੇ, ਚਾਹੇ ਕਾਂਗਰਸ ਪਾਰਟੀ ਦੇ ਉਹਨਾਂ ਨੂੰ ਸੂਬਾ ਪ੍ਰਧਾਨ ਜਾਂ ਕਾਰਜਕਾਰੀ ਪ੍ਰਧਾਨ ਨਹੀਂ ਬਣਾਇਆ, ਪਰ ਰੰਧਾਵਾ ਸਾਹਿਬ ਨੂੰ ਲੀਡ ਤਾਂ ਕਰਨੀ ਚਾਹੀਦੀ ਹੈ। ਕਿਉਂਕਿ ਜੇ ਹੁਣ ਨਵਜੋਤ ਸਿੰਘ ਸਿੱਧੂ ਹੋਰੀ ਗਏ ਆ ਰਾਜਪਾਲ ਦੇ ਕੋਲ ਤੇ ਉੱਥੇ ਮੰਗ ਕਰਕੇ ਆਏ ਨੇ ਕਿ 500 ਰੁਪਈਆ ਪ੍ਰਤੀ ਕੁਇੰਟਲ ਰੁਪਈਏ ਦਿਓ ਪੰਜਾਬ ਦੇ ਕਿਸਾਨਾਂ ਨੂੰ, ਕਿਉਂਕਿ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਕਣਕ ਮਹਿੰਗੀ ਵਿਕਦੀ ਹੈ। ਉਹ ਕਹਿੰਦੇ ਨੁਕਸਾਨ ਹੁੰਦਾ ਤਾਂ ਕਿਸਾਨ ਦਾ ਹੁੰਦਾ। ਅੱਜ ਕਿਸਾਨ ਦੁਆਰਾ ਪੈਦਾ ਕੀਤੀ ਗਈ ਫਸਲ ਤੋਂ ਜੇ ਵੱਧ ਮੁੱਲ ਵੱਟ ਹੁੰਦਾ ਤਾਂ ਉਹਦੇ ਵਿੱਚੋਂ ਮਾੜਾ ਮੋਟਾ ਲਾਭ ਕਿਸਾਨ ਨੂੰ ਵੀ ਦੇ ਦਿਓ। ਅਮਨ ਕਾਨੂੰਨ ਦੀ ਸਥਿਤੀ ਦੀ ਗੱਲ ਕਰਦੇ ਆ ਜਾਂ ਹੋਰ ਕਈ ਮੁੱਦੇ ਚੁੱਕੇ ਆ। ਚੰਗਾ ਹੁੰਦਾ ਰੰਧਾਵਾ ਸਾਹਿਬ ਹੀ ਚਲ ਜਾਂਦੇ, ਸਿੱਧੂ ਸਾਹਿਬ ਨੂੰ ਮੌਕਾ ਹੀ ਨਾ ਦਿੰਦੇ। ਯਾਨੀ ਕਾਂਗਰਸ ਪਾਰਟੀ ਦੇ ਲੀਡਰ ਚਾਹੇ ਰੰਧਾਵਾ ਸਾਹਿਬ ਨੇ, ਚਾਹੇ ਕੋਈ, ਘਰ ਬੈਠਣ ਦਾ ਸਮਾਂ ਨਹੀਂ ਹੈ, ਘਰ ਬੈਠਣ ਦਾ ਮੌਕਾ ਨਹੀਂ ਹੈ। ਵਰਕਰ ਤੁਹਾਡੇ ਟੁੱਟ ਚੱਲੇ ਆ, ਸਪੋਰਟਰ ਤੁਹਾਡੇ ਟੁੱਟ ਚੱਲੇ ਆ। ਤੁਸੀਂ 5 ਸਾਲ ਸਰਕਾਰ ਚਲਾਈ ਹੋਵੇ, ਤੁਸੀਂ 2-2 3-3 4-4 ਹਜ਼ਾਰ ਵੋਟਾਂ ਦੇ ਉੱਤੇ ਜਿੱਤਦੇ ਹੋ, ਬਹੁਤੇ ਬੰਦੇ ਤੁਹਾਡੇ ਹਾਰ ਜਾਂਦੇ ਆ। ਫਿਰ ਘਰੇ ਬੈਠੇ ਗੱਲਾਂ ਥੋੜੀ ਹੋਣੀਆਂ ਕਿ ਭਾਈ ਉਹ ਚੱਲ ਗਿਆ ਸਾਨੂੰ ਨਾਲ ਲੈ ਗਿਆ, ਤੁਸੀਂ ਅੱਗੇ ਲੱਗੋ। ਹਾਂਜੀ ਇਹ ਵੀ ਗੱਲ ਠੀਕ ਹੈ, ਪਰ ਮੈਨੂੰ ਲੱਗਦਾ ਵੀ ਉਹ ਸਾਰੇ, ਕਿਉਂਕਿ ਪਿਛਲੇ ਦਿਨ ਆਪਾਂ ਰਾਜਾ ਵੜਿੰਗ ਸਾਹਿਬ ਦੇ ਮੂੰਹ ਵੀ ਸੁਣਿਆ ਸੀ, ਬਾਜਵਾ ਸਾਹਿਬ ਵੀ ਕਹਿ ਹਟਿਆ, ਰੰਧਾਵਾ ਸਾਹਿਬ ਨੇ ਇਹੋ ਗੱਲ ਕਹੀ। ਉਹ ਕਹਿੰਦੇ ਵੀ ਦੇਖੋ ਕਾਰਨ ਹੈ ਵੀ ਐਡਾ ਵੱਡਾ ਮੈਂਡੇਟ ਦਿੱਤਾ ਪੰਜਾਬ ਦੇ ਲੋਕਾਂ ਨੇ ਇੱਕ ਨਵੀਂ ਸਰਕਾਰ ਨੂੰ, ਤੇ ਅਸੀਂ ਅੱਜ ਤੋਂ ਹੀ ਆਖੀ ਐ ਨਹੀਂ ਕੀਤਾ, ਜਿਉਂ ਨਹੀਂ ਕੀਤਾ ਉਹ ਵੀ ਚੰਗੇ ਨਹੀਂ ਲੱਗੀਦਾ। ਅਸੀਂ ਇਹ ਡੀਕਦੇ ਆ ਵੀ ਚਲੋ 2-3 ਮਹੀਨੇ ਉਹਨਾਂ ਨੂੰ ਕੰਮ ਕਰਨ ਨੂੰ ਮਿਲਣ, ਇੱਕ ਵਾਰ ਬਜਟ ਆ ਜਾਵੇ, ਪਤਾ ਲੱਗੇ ਵੀ ਕੀ ਪਾਲਿਸੀ ਕਿੱਧਰ ਨੂੰ ਜਾਂਦੇ ਆ, ਫਿਰ ਅਸੀਂ ਕਹਿੰਦੇ ਉਹਦੇ 'ਤੇ ਗੱਲ ਵੀ ਕਰ ਲਵਾਂਗੇ। ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਜਿਸ ਹਿਸਾਬ ਨਾਲ ਸਿੱਧੂ ਸਾਹਿਬ ਸਰਗਰਮੀ ਕਰ ਰਹੇ ਨੇ, ਆਹ ਨਹੀਂ ਕੀਤਾ ਉਹ ਨਹੀਂ ਕੀਤਾ, ਸ਼ਾਇਦ ਕਿਤੇ ਨਾ ਕਿਤੇ ਬਹੁਤਾ ਕਰਕੇ ਕਾਂਗਰਸ ਪਾਰਟੀ ਦੇ ਜਿਹੜੇ ਬਾਕੀ ਦੇ ਮੈਂਬਰ ਨੇ ਉਹ ਵੀ ਇਸ ਗੱਲ ਨਾਲ ਬਹੁਤੇ ਸਹਿਮਤ ਨਹੀਂ ਹੈਗੇ ਵੀ ਯਾਰ ਉੱਡ ਕੇ ਹੁਣ ਵੀ ਆਪਾਂ ਬਿਆਨ ਦੇਵਾਂਗੇ, ਉਹਨੂੰ ਚੰਗਾ ਵੀ 2-3 ਮਹੀਨੇ ਵੇਖ ਲਓ। ਇੱਕ ਗੱਲ ਕਹੀ ਵੈਸੇ ਰੰਧਾਵਾ ਸਾਹਿਬ ਨੇ, ਉਹ ਕਹਿੰਦੇ ਵੇਖ ਲਓ ਸਾਡੇ ਤਾਂ ਬੋਲਣ ਦੀ ਲੋੜ ਨਹੀਂ ਪੈਣੀ, ਇੱਥੇ ਸਾਡੇ ਸਾਹਮਣੇ ਹੋ ਜਾਣਾ ਸਾਰਾ ਕੁਝ। ਉਹਨਾਂ ਨੂੰ ਪਤਾ ਸਰਕਾਰ ਚੋਂ ਆਏ ਨਾ ਵੀ ਪੀਪੇ 'ਚ ਹੈ ਕੀ ਆ, ਪੀਪੇ 'ਚ ਹੈ ਕੁਝ ਨਹੀਂ ਆ। ਕਹਿੰਦੇ ਵੀ ਜਲੂਸ ਇੱਥੇ ਨਿਕਲ ਜਾਣਾ, ਤੁਸੀਂ ਸਾਰਿਆਂ ਨੇ ਆਪ ਵੇਖ ਲੈਣਾ। ਹੁਣ ਗੱਲ ਇਹ ਆ ਵੀ ਜੇ ਆਪਾਂ ਸਿੱਧੂ ਸਾਹਿਬ ਦੀ ਸਰਗਰਮੀ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੀ ਵੀ ਗੱਲ ਸਹੀ ਹੈ, ਕਿਉਂਕਿ ਜੇ ਉਹ ਮੰਨ ਲਓ 500 ਬੋਨਸ ਦੀ ਗੱਲ ਕਰਦੇ ਆ ਜਾਂ ਉਹ ਲਾਅ ਐਂਡ ਆਰਡਰ ਦੀ ਗੱਲ ਕਰਦੇ ਆ, ਕਿਉਂਕਿ ਇੱਕ ਗੱਲ ਤਾਂ ਹੈਗੀ ਆ, ਉਹ ਕਹਿੰਦੇ ਖਜ਼ਾਨਾ ਠੀਕ ਹੈ ਖਾਲੀ ਹੋਊਗਾ, ਲਾਅ ਐਂਡ ਆਰਡਰ 'ਤੇ ਰੁਪਈਆ ਨਹੀਂ ਲੱਗਦਾ ਨਾ, ਉਹਦੇ ਸਾਰਾ ਕੁਝ ਆਲਰੇਡੀ ਸਿਸਟਮ ਬਣਿਆ। ਤੇ ਜੇ ਉਹਦੇ 'ਚ ਵੀ ਆਪਣੇ ਜੇ ਕਮੀਆਂ ਤੁਰੀਆਂ ਆਉਂਦੀਆਂ ਵੀ ਯਾਰ ਉਹਦੇ ਲਈ ਤਾਂ ਆਪਾਂ ਬਜਟ ਨਹੀਂ ਨਾ ਡੀਕ ਸਕਦੇ, ਫਿਰ ਤਾਂ ਭਾਈ ਸਾਹਿਬ ਇਹ ਕਿਤੇ ਨਾ ਕਿਤੇ ਸਰਕਾਰ ਦੀ ਕਮਜ਼ੋਰੀ ਹੈਗੀ ਆ। ਹੁਣ ਉਹ ਆਪਣੀ ਥਾਂ 'ਤੇ ਸਹੀ ਦੱਸ ਰਹੇ ਆ, ਜਿਹੜੇ ਉਹਨਾਂ ਦੇ ਸਾਥੀ ਨੇ ਉਹ ਕਹਿੰਦੇ ਵੀ ਨਹੀਂ ਅਸੀਂ ਆਪਣੇ ਹਿਸਾਬ ਨਾਲ ਸੈੱਟ ਆ। ਇਹ ਹੁਣ ਆਪਣਾ ਹਿਸਾਬ ਹੀ ਨਹੀਂ ਰਲ ਰਿਹਾ ਜੇ, ਮੈਨੂੰ ਤਾਂ ਇਹੀ ਜਾਪਦਾ। ਨਹੀਂ ਰਲਦਾ ਕਿੱਦਾਂ ਨਹੀਂ, ਤੁਸੀਂ ਦੇਖੋ ਜਾਖੜ ਸਾਹਿਬ ਨੂੰ ਨੋਟਿਸ ਕੱਢਿਆ ਸੀ 7 ਦੇ ਵੀ ਹੁਣ ਦਿਨ 10 ਹੋ ਗਿਆ, ਜਵਾਬ ਉਹਨਾਂ ਨੇ ਕੋਈ ਦਿੱਤਾ ਨਹੀਂ। ਤਾਰਿਕ ਅਨਵਰ ਸਾਹਿਬ ਉਦੋਂ ਬੜੇ ਭੁੜਕੇ ਸੀ, ਲੈ ਕਾਰਵਾਈ ਕਰਾਂਗੇ। ਕਾਰਵਾਈ ਹੁਣ ਕਿਹਦੇ ਤੇ ਕਰੋਗੇ? ਕਾਰਵਾਈ ਕਰਨ ਨੂੰ ਹੋਰ ਤਾਂ ਕੋਈ ਮਸਲਾ ਨਹੀਂ। ਜਾਖੜ ਸਾਹਿਬ ਸਿੱਧੇ ਚਲੇ ਗਏ ਬਨਾਰਸ, ਉੱਥੇ ਜਾ ਕੇ, ਕਿਉਂਕਿ ਬਹੁਤ ਵੱਡਾ ਸਥਾਨ ਹੈ ਉੱਥੇ ਭਾਈਚਾਰੇ ਦਾ, ਰਵਿਦਾਸੀਆ ਭਾਈਚਾਰੇ ਦਾ, ਉੱਥੇ ਜਾ ਕੇ ਉਹਨਾਂ ਨੇ ਵੀਡੀਓ ਵੀ ਬਣਾਈ। ਉੱਥੇ ਜਾ ਕੇ ਪ੍ਰਬੰਧਕਾਂ ਨੂੰ, ਟਰਸਟ ਵਾਲਿਆਂ ਨੂੰ ਕਿਹਾ ਜੀ ਦੇਖੋ ਮੈਂ ਕੁਛ ਨਹੀਂ ਕਿਹਾ ਭਾਈਚਾਰੇ ਦੇ ਬਾਬਤ, ਮੈਂ ਪੂਰਾ ਸਤਿਕਾਰ ਕਰਦਾ, ਮੈਂ ਇਸੇ ਕਰਕੇ ਇੱਥੇ ਸਪਸ਼ਟੀਕਰਨ ਦੇਣ ਆਇਆ ਕਿ ਮੈਂ ਤਾਂ ਵਿਅਕਤੀ ਵਿਸ਼ੇਸ਼ ਦੇ ਖਿਲਾਫ ਕੁਝ ਕਿਹਾ ਹੋ ਸਕਦਾ, ਉਹ ਵੀ ਪਾਰਟੀ ਦੇ ਲੈਵਲ ਤੇ, ਮੈਂ ਤਾਂ ਭਾਈਚਾਰੇ ਦੇ ਖਿਲਾਫ ਕੁਝ ਕਹਿ ਨਹੀਂ ਸਕਦਾ। ਮੈਨੂੰ ਵੋਟਾਂ ਪਾਉਂਦੇ ਰਿਹਾ, ਮੈਨੂੰ ਜਿਤਾਉਂਦੇ ਰਿਹਾ, ਮੈਨੂੰ ਮਾਣ ਤਾਣ ਬਹੁਤ ਦਿੱਤਾ। ਪਾਰਟੀ ਦੇ ਨੋਟਿਸ ਦਾ ਜਵਾਬ ਨਾ ਦੇਣਾ, ਸਿੱਧਾ ਬਨਾਰਸ ਚਲੇ ਜਾਣਾ ਤੇ ਉੱਥੇ ਜਾ ਕੇ ਜਿਹੜਾ ਉਹ ਟਰਸਟ ਤੇ ਪ੍ਰਬੰਧਕਾਂ ਨੂੰ ਜਾ ਕੇ ਆਖਣਾ ਕਿ ਭਾਈ ਮੈਂ ਤਾਂ ਭਾਈਚਾਰੇ ਦਾ ਸਤਿਕਾਰ ਕਰਦਾ, ਮੈਂ ਕੁਝ ਵੀ ਇਦਾਂ ਦਾ ਨਹੀਂ ਕਿਹਾ ਜਿਹਦੇ ਨਾਲ ਕਿਸੇ ਨੂੰ ਠੇਸ ਪਹੁੰਚਦੀ ਹੋਵੇ, ਪਰ ਜੇ ਫਿਰ ਵੀ ਪਹੁੰਚੀ ਆ ਤਾਂ ਮੇਰਾ ਸਪਸ਼ਟੀਕਰਨ ਤੁਹਾਡੇ ਸਾਹਮਣੇ ਹੈ। ਇਹਦਾ ਮਤਲਬ ਹੈ ਕਿ ਜੇ ਕੋਈ ਬੰਦਾ ਇਹ ਸਮਝਦਾ ਕਿ ਸੁਨੀਲ ਜਾਖੜ ਸਾਹਿਬ ਨੇ ਸਰਗਰਮ ਸਿਆਸਤ ਤੋਂ ਸੰਨਿਆਸ ਲੈ ਲਿਆ ਤੇ ਹੁਣ ਉਹ ਕੱਢ ਦਿੱਤੇ ਜਾਣ ਜਾਂ ਨਾ ਕੱਢ ਦਿੱਤੇ ਜਾਣ ਕੋਈ ਫਰਕ ਨਹੀਂ ਪੈਂਦਾ, ਇਦਾਂ ਨਹੀਂ। ਜਿਸ ਤਰੀਕੇ ਦੇ ਉਹਨਾਂ ਨੇ ਬਿਆਨ ਦਿੱਤੇ, ਜਿਸ ਤਰੀਕੇ ਉਹਨਾਂ ਨੇ ਖਬਰ ਟਵੀਟ ਕੀਤੀ,
ਤੇ ਜਿਸ ਤਰੀਕੇ ਨੋਟਿਸ ਦਾ ਜਵਾਬ ਦੇਣ ਤੋਂ ਆਨਾਕਾਨੀ ਕੀਤੀ ਤੇ ਸਿੱਧੇ ਬਨਾਰਸ ਪੁੱਜ ਗਏ ਆ। ਸੰਧਾਲੀਆ ਸਾਹਿਬ, ਉਹਦੇ ਤੋਂ ਐਂ ਤਾਂ ਲੱਗਦਾ ਕਿ ਜੇ ਕਾਂਗਰਸ ਪਾਰਟੀ ਨੇ ਕਾਰਵਾਈ ਕੀਤੀ, ਉਹਨਾਂ ਨੇ ਮਿੱਟੀ ਥੱਲਿਓਂ ਪੁੱਟ ਕੇ ਪਲਟੇ ਦੇ ਨਾਲ ਪੱਟ ਕੇ ਲਿਆਉਣੀ ਕਿ ਆ ਦੇਖੋ ਭਾਈ ਜਣਾ ਕਿੱਥੇ ਤੱਕ ਗਈਆਂ ਸੀ। ਨਹੀਂ, ਗੱਲ ਹੈਗੀ ਆ। ਦੇਖੋ ਕਾਰਨ ਇਹ ਤੇ ਗੱਲ ਭੁੱਲ ਜਾਈਏ ਆਪਾਂ ਵੀ ਆਪਣੇ ਉੱਥੇ ਕੋਈ ਬੰਦਾ ਇਹ ਕਹਿ ਦਿੰਦਾ ਵੀ ਮੈਂ ਹੁਣ ਸੰਨਿਆਸ ਲਿਆ ਜਾਂ ਹੁਣ ਮੈਂ ਛੱਡਿਆ, ਤੇ ਬੰਦਾ ਸੱਚੀ ਛੱਡ ਦਿੰਦਾ। ਹੁਣ ਜੇ ਆਪਾਂ ਬਹੁਤੀ ਦੂਰ ਤੱਕ ਉਦਾਹਰਨਾਂ 'ਚ ਨਹੀਂ ਜਾਂਦੇ, ਆਪਾਂ ਇਹਨਾਂ ਇਲੈਕਸ਼ਨਾਂ ਦੀਆਂ ਉਦਾਹਰਨਾਂ ਦੀ ਗੱਲ ਹੀ ਕਰ ਲੈਂਦੇ ਹਾਂ। ਢੀਂਡਸਾ ਸਾਹਿਬ ਜਦੋਂ ਵੱਖ ਹੋਏ ਉਦੋਂ ਉਹਨਾਂ ਨੇ ਵੀ ਕਿਹਾ ਸੀ ਵੀ ਨਹੀਂ ਯਾਰ ਹੁਣ ਮਤਲਬ ਨਹੀਂ ਸਿਹਤ ਨਹੀਂ ਇਜਾਜ਼ਤ ਦਿੰਦੀ, ਬਸ SGPC ਇਲੈਕਸ਼ਨਸ ਦੇ ਵਿੱਚ ਮੈਂ ਦੇਖਾਂਗਾ, ਹੋਰ ਨਹੀਂ ਕਿਤੇ। ਪਰ ਹੁਣ ਉਹ ਪੂਰੀ ਸਰਗਰਮ ਹੈ, ਉਹਨਾਂ ਦੀ ਪਾਰਟੀ ਹੈ। ਇਹੀ ਗੱਲ ਬਾਦਲ ਸਾਹਿਬ ਵੀ 1-2 ਵਾਰ ਪਹਿਲਾਂ ਕਹਿ ਚੁੱਕਿਆ, ਪਰ ਉਹਨਾਂ ਨੇ ਵੀ ਲਾਸਟ ਇਲੈਕਸ਼ਨਾਂ ਲੜੀਆਂ। ਜੇ ਆਪਾਂ ਪਿਛਲੀਆਂ ਇਲੈਕਸ਼ਨਾਂ ਦੀ ਗੱਲ ਕਰੀਏ, ਜਦੋਂ ਮੁੱਖ ਮੰਤਰੀ ਬਣੇ ਨੇ ਕੈਪਟਨ ਸਾਹਿਬ, ਉਦੋਂ ਉਹਨਾਂ ਨੇ ਵੀ ਕਿਹਾ ਸੀ ਵੀ ਨਹੀਂ ਇਹ ਤਾਂ ਮੇਰੀ ਆਖਰੀ ਇਲੈਕਸ਼ਨ ਹੈ। ਪਰ ਜਦੋਂ ਮਗਰੋਂ ਜੋ ਆ ਕੇ ਪੇਚਾ ਪੈ ਗਿਆ, ਉਹ ਕਹਿੰਦਾ ਇੱਦਾਂ ਕਿੱਦਾਂ ਆ ਗਿਆ, ਸਿੱਧੂ ਨੇ ਜੋ ਕੁਛ ਕੀਤਾ ਇਹ ਤਾਂ ਮੈਂ ਇਹਨੂੰ ਜਿੱਤਣ ਨਹੀਂ ਦੇਣਾ, ਮੈਂ ਇਹਨੂੰ ਵੇਖੀ ਕਿੱਦਾਂ ਦੱਸਦਾ। ਥੋੜ੍ਹਾ ਜਿਹਾ ਚਿਰ ਉਹ ਵੀ ਸਰਗਰਮ ਰਿਹਾ, ਜਦੋਂ ਹੁਣ ਚਲੋ ਨਤੀਜਾ ਆ ਗਿਆ ਫਿਰ ਉਹ ਪਾਸੇ ਹੋ ਗਏ। ਹੁਣ ਗੱਲ ਇਹ ਆ ਵੀ ਸਿਆਸਤਦਾਨ ਆਪਣੇ ਹਿਸਾਬ ਨਾਲ ਦੇਖਦੇ ਆ ਵੀ ਮੈਨੂੰ ਕਿਹੜੀ ਚੀਜ਼ ਕਿੱਥੇ ਕੁ ਜੇ ਸੂਟ ਕਰਦੀ। ਹੁਣ ਰਹੀ ਗੱਲ ਜਾਖੜ ਸਾਹਿਬ ਦੀ, ਮੈਨੂੰ ਇਹ ਲੱਗਦਾ ਵੀ ਜਾਖੜ ਸਾਹਿਬ ਵੀ ਇਨਡਾਇਰੈਕਟ ਵੇ ਨਾਲ ਪਾ ਤਾਂ ਪ੍ਰੈਸ਼ਰ ਹੀ ਰਹੇ ਆ ਕਿਤੇ ਨਾ ਕਿਤੇ ਉੱਤੇ ਆਪਣੀ ਹਾਈ ਕਮਾਂਡ 'ਤੇ ਵੀ ਯਾਰ ਜੇ ਤੁਸੀਂ ਪਾਸੇ ਕਰਨਾ ਤਾਂ ਫਿਰ ਕਰ ਲਓ, ਜਾਖੜ ਨੂੰ ਕਿਹੜਾ ਰਾਹ ਨਹੀਂ ਆਉਂਦਾ। ਜਾਖੜ ਦਾ ਸ਼ਬਦ ਨਹੀਂ ਵਰਤੇ, ਸੁਨੀਲ ਵਰਤਦੇ ਹੁੰਦੇ ਵੀ ਸੁਨੀਲ ਨੂੰ ਕਿਹੜਾ ਰਾਹ ਨਹੀਂ ਆਉਂਦੇ, ਤੇ ਤੁਸੀਂ ਆਪਣਾ ਫੈਸਲਾ ਲਓ, ਉਸ ਤੋਂ ਬਾਅਦ ਮੈਂ ਆਪਣਾ ਫੈਸਲਾ ਲੈ ਲੂੰਗਾ। ਉਹ ਕਹਿੰਦੇ ਤੇ ਸੁਨੀਲ ਲੋਕਾਂ ਦਾ ਲੀਡਰ ਹੈ, ਸੁਨੀਲ ਲੋਕਾਂ ਤੋਂ ਪੁੱਛ ਕੇ ਚੱਲਦਾ ਹੈ ਬਸ। ਸੋ ਮੈਨੂੰ ਇਹ ਲੱਗਦਾ ਵੀ ਜਿਹੜਾ ਉਹਨਾਂ ਨੇ ਆਹ ਕੰਮ ਕਰ ਲਿਆ ਵੀ ਜਿੱਥੋਂ ਤੁਸੀਂ ਮੈਨੂੰ ਫਸਾਉਣੇ ਹੋ ਮੈਂ ਉਹਨਾਂ ਕੋਲ ਜਾ ਕੇ ਸਪਸ਼ਟੀਕਰਨ ਦੇ ਦਿੰਦਾ। ਹਾਂ, ਜਿਹੜਾ ਤੁਹਾਡੇ ਨਾਲ ਹਿਸਾਬ ਕਿਤਾਬ ਆ, ਕਿਉਂਕਿ ਉਹ ਹਿਸਾਬ ਕਿਤਾਬ ਵਾਰ-ਵਾਰ ਉੱਥੇ ਜਾ ਕੇ ਮੁੱਖ ਮੰਤਰੀ ਦੀ ਕੁਰਸੀ ਨਾਲ ਜਾ ਕੇ ਜੁੜਦਾ ਨਾ, ਜਿਹੜਾ ਪਿਛਲੇ ਸਮੇਂ ਸੀਗਾ, ਉਹਦਾ ਹਿਸਾਬ ਤੁਹਾਡੇ ਨਾਲ ਬਹਿ ਕੇ ਕਰ ਲਵਾਂਗੇ, ਦੱਸੋ ਕਦੋਂ ਕਰਾਉਣਾ। ਇਹ ਗੱਲ ਤੁਹਾਡੀ ਠੀਕ ਹੈ। ਥੋੜ੍ਹਾ ਜਿਹਾ ਜੇ ਕਾਂਗਰਸ ਪਾਰਟੀ ਦੇ ਵਿੱਚੋਂ ਐਨੂੰ ਹੋ ਕੇ ਪੰਜਾਬ ਵਾਲੀ ਸਰਕਾਰ ਵਾਲੇ ਪਾਸੇ ਨੂੰ ਆਈਏ, ਤਾਂ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਅਸੀਂ ਨਜਾਇਜ਼ ਮਾਈਨਿੰਗ ਨਹੀਂ ਹੋਣ ਦੇਣੀ, ਲੋਕਾਂ ਨੂੰ ਰੇਤ ਸਸਤੀ ਦੇਵਾਂਗੇ। ਲੋਕ ਫਿਰ ਵੀ ਰੌਲਾ ਪਾਉਂਦੇ ਸੀ ਕਿ ਬਾਜ਼ਾਰ ਦੇ ਵਿੱਚ ਰੇਤ ਮਹਿੰਗੀ ਹੋ ਗਈ ਕਿਉਂਕਿ ਸਪਲਾਈ ਘਟ ਗਈ। ਫਿਰ ਡਰੋਨ ਵਾਲੀ ਗੱਲ ਚੱਲੀ ਸੀ ਕਿ ਡਰੋਨ ਦੇ ਨਾਲ ਮੈਪਿੰਗ ਕਰਨੀ ਹੈ, ਡਰੋਨ ਦੇ ਨਾਲ ਨਜ਼ਰ ਰੱਖਣੀ ਹੈ ਕਿ ਕਿਤੇ ਗਲਤ ਜਗ੍ਹਾ ਤੋਂ ਰੇਤ ਮਾਈਨਿੰਗ ਤਾਂ ਨਹੀਂ ਕੀਤੀ ਜਾਂਦੀ। ਫਿਰ ਆਪਾਂ ਬੀਤੇ ਕੱਲ੍ਹ ਹੀ ਜ਼ਿਕਰ ਕੀਤਾ ਸੀ ਕਿ ਬੀਬੀ ਸਰਜੀਤ ਕੌਰ ਮਾਣੂਕੇ, ਮਨਜੀਤ ਸਿੰਘ ਬਲਾਸਪੁਰ ਤੇ ਕੁਲਵੰਤ ਸਿੰਘ ਪੰਡੋਰੀ ਆਮ ਆਦਮੀ ਪਾਰਟੀ ਦੇ 3 ਵਿਧਾਇਕ ਇਕੱਠੇ ਹੋ ਕੇ ਮਾਈਨਿੰਗ ਵਿਭਾਗ ਦੇ ਮਿਨਿਸਟਰ ਹਰਜੋਤ ਸਿੰਘ ਬੈਂਸ ਹੋਰਾਂ ਕੋਲ ਗਏ ਤੇ ਜਾ ਕੇ ਕਿਹਾ ਜੀ ਦੇਖੋ ਕੰਮ ਚੱਲੀ ਜਾਂਦਾ, ਆਪਾਂ ਨੂੰ ਪੂਰੀ ਤਰ੍ਹਾਂ ਨਜਾਇਜ਼ ਮਾਈਨਿੰਗ ਰੋਕਣੀ ਪਊਗੀ, ਨਹੀਂ ਤਾਂ ਲੋਕਾਂ ਦੇ ਵਿੱਚ ਸਰਕਾਰ ਦਾ ਅਕਸ ਡਿੱਗੂ। ਹੁਣ ਉਹਨਾਂ ਨੇ ਕਿਹਾ ਸੀ ਜੀ ਕਰਦੇ ਹਾਂ ਕੁਛ। ਮਾਈਨਿੰਗ ਵਿਭਾਗ ਦੇ ਅਫਸਰ ਸੱਦ ਲਏ ਹਰਜੋਤ ਸਿੰਘ ਬੈਂਸ ਹੋਰਾਂ ਨੇ, ਕਿਉਂਕਿ ਇਹ ਮਾਈਨਿੰਗ ਦਾ ਮੁੱਦਾ ਅਕਾਲੀ ਭਾਜਪਾ ਸਰਕਾਰ ਦੇ ਗਲ ਵੀ ਪਿਆ, ਇਹ ਕੈਪਟਨ ਸਾਹਿਬ ਦੀ ਸਰਕਾਰ ਦੇ ਗਲ ਵੀ ਪਿਆ, ਇਹ ਚੰਨੀ ਸਾਹਿਬ ਦੀ ਸਰਕਾਰ ਨੂੰ ਵੀ ਲੈ ਬੈਠਾ। ਇਸ ਸਰਕਾਰ ਦੇ ਲਈ ਜ਼ਰੂਰੀ ਹੈ ਕਿ ਜੇ ਉਹਨਾਂ ਨੇ ਰਵਾਇਤ ਤੋਂ ਪਰੇ ਹਟ ਕੇ ਕੁਝ ਕੰਮ ਕਰਨਾ ਤੇ ਕਾਬੂ ਪਾਓ। ਹਰਜੋਤ ਸਿੰਘ ਬੈਂਸ ਹੋਰੀ ਕਹਿੰਦੇ ਜੀ ਦੇਖੋ ਸ਼ਿਕਾਇਤਾਂ ਬਹੁਤ ਆਈਆਂ, ਉਹਨਾਂ ਨੇ ਉੱਥੇ ਖੇੜਾ, ਕਲਮੋਟ, ਰੋਪੜ ਜ਼ਿਲ੍ਹੇ ਦਾ ਇਲਾਕਾ ਜਿੰਨੇ ਕ੍ਰੈਸ਼ਰ ਨੇ ਸਾਰੇ ਸੀਲ ਕਰ ਦਿੱਤੇ। ਕਹਿੰਦੇ ਆ ਸਾਰੇ ਕ੍ਰੈਸ਼ਰ ਸੀਲ। ਦੂਸਰਾ ਇਹ ਕਹਿ ਦਿੱਤਾ ਕਿ ਭਾਈ ਸਾਰੇ ਠੇਕੇਦਾਰਾਂ ਨੂੰ ਚੇਤਾਵਨੀ ਦਿੱਤੀ ਕਿ ਜਿੰਨੇ ਤੁਹਾਡੇ ਬਕਾਏ ਨੇ ਤੁਰੰਤ ਜਮ੍ਹਾਂ ਕਰਾ ਦਿਓ, ਨਹੀਂ ਤਾਂ ਮਾਈਨਿੰਗ ਵਿਭਾਗ ਦੇ ਕਾਨੂੰਨ ਦੇ ਮੁਤਾਬਕ ਤੁਹਾਡੇ ਤੇ ਕਾਰਵਾਈ। ਤੀਸਰਾ ਇਹ ਵੀ ਕਹਿ ਦਿੱਤਾ ਉਹਨਾਂ ਨੇ ਕਿ ਦੇਖੋ ਅੰਮ੍ਰਿਤਸਰ ਤੇ ਮੋਗਾ ਜ਼ਿਲ੍ਹਿਆਂ ਦੇ ਬਾਰੇ ਜਾਣਕਾਰੀ ਮਿਲੀ ਹੈ ਕਿ ਉੱਥੋਂ ਹੋ ਸਕਦਾ ਕਿ ਪੰਜਾਬ ਦੀ ਸਰਕਾਰ ਆਪ ਮਾਈਨਿੰਗ ਕਰੇ। ਅੰਮ੍ਰਿਤਸਰ ਤੇ ਮੋਗਾ 2 ਜ਼ਿਲ੍ਹਿਆਂ ਦੇ ਵਿੱਚ ਆਪ ਮਾਈਨਿੰਗ ਕਰੇ। ਟ੍ਰੇਲਰ ਜਿਹਾ ਹੋ ਜਾਊਗਾ ਕਿ ਮਾਈਨਿੰਗ ਕਰਨ ਦੇ ਉੱਤੇ ਕਿੰਨਾ ਖਰਚ ਆਉਂਦਾ, ਲੋਕਾਂ ਨੂੰ ਰੇਤਾ ਪਹੁੰਚਾਉਣ ਤੇ ਕਿੰਨਾ ਖਰਚ ਆਉਂਦਾ, ਰੇਤਾ ਦਾ ਭਾਅ ਕਿੰਨਾ ਨਿਰਧਾਰਿਤ ਕੀਤਾ ਜਾਵੇ, ਕਿਹੜੀਆਂ ਮੁਸ਼ਕਲਾਂ ਆਉਂਦੀਆਂ। ਦੇਖੋ ਜੇ ਤਾਂ ਕਿਉਂਕਿ ਸਿੱਧੂ ਸਾਹਿਬ ਨੇ ਵੀ ਕਿਹਾ ਸੀ ਕਿ ਮੈਂ ਪਹਿਲੇ ਦਿਨ ਹੀ ਕਾਰਪੋਰੇਸ਼ਨ ਬਣਾਉਂਦਾ, ਪਹਿਲੇ ਦਿਨ ਹੀ ਆਪ ਰੇਤਾ ਕੱਢ ਕੇ ਸਸਤੇ ਭਾਅ ਲੋਕਾਂ ਨੂੰ ਪਹੁੰਚਾਉਂਦਾ, ਪੰਜਾਬ ਸਰਕਾਰ ਦੇ ਖਾਤੇ 4 ਪੈਸੇ ਲਿਆਉਂਦਾ। ਚਲੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ 6 ਮਹੀਨੇ ਮੰਗੇ ਸੀ ਮਾਈਨਿੰਗ ਪਾਲਿਸੀ ਲਈ। ਜੇ 2 ਜ਼ਿਲ੍ਹਿਆਂ ਦਾ ਕੰਮ ਆਪਣੇ ਹੱਥ 'ਚ ਪਹਿਲਾਂ ਲੈ ਲੈਣਗੇ ਤਾਂ ਪਾਲਿਸੀ ਬਣਾਉਣੀ ਵੀ ਸਖਾਲੀ ਹੋ ਜੂ। ਸਖਾਲੀ ਹੋ ਜੂਗੀ। ਆਪਾਂ ਤਾਂ ਇਹ ਵੀ ਬੇਨਤੀ ਕਰਦੇ ਹਾਂ ਵੀ ਜੇ ਸਿੱਧੂ ਸਾਹਿਬ ਨੇ ਉਦੋਂ ਕੰਮ ਕੀਤਾ ਜੀ, ਉਹ ਕੰਮ ਉਹਨਾਂ ਨੇ ਸਰਕਾਰ 'ਚ ਰਹਿੰਦਿਆਂ ਕੀਤਾ, ਤੇ ਉਦੋਂ ਕੁਛ ਵੀ ਲਿਖਿਆ ਜਾਵੇ ਉਹ ਲਿਖਿਆ ਇਹੀ ਜਾਣਾ ਵੀ ਪੰਜਾਬ ਸਰਕਾਰ ਦਾ ਵਫਦ, ਪੰਜਾਬ ਸਰਕਾਰ ਦੇ ਮੰਤਰੀ ਤੇਲੰਗਾਨਾ ਗਏ, ਤੇਲੰਗਾਨਾ ਜਾ ਕੇ ਆਹ ਕੰਮ ਉਹਨਾਂ ਨੇ ਕੀਤਾ, ਸਰਕਾਰੀ ਪੱਧਰ ਤੇ ਕੀਤਾ, ਇੱਕ ਰਿਪੋਰਟ ਬਣਾਈ ਤੇ ਉਹ ਉਸ ਵੇਲੇ ਦੀ ਪੰਜਾਬ ਸਰਕਾਰ ਨੂੰ ਦਿੱਤੀ। ਸਰਕਾਰ ਤੇ ਸਰਕਾਰ ਹੈ, ਹੁਣ ਵੀ ਜੇ ਆਪਾਂ ਆਖੀਏ ਤਾਂ ਉਹ ਵੀ ਪੰਜਾਬ ਸਰਕਾਰ ਹੈ। ਜੇ ਉਦੋਂ ਸਰਕਾਰੀ ਤੌਰ ਤੇ ਕੋਈ ਚੀਜ਼ ਇਨਫੋਰਮੇਸ਼ਨ ਇਕੱਠੀ ਕੀਤੀ ਗਈ ਸੀ, ਹੁਣ ਵੀ ਉਹਨੂੰ ਆਪਣੇ ਹਿਸਾਬ ਨਾਲ ਖੰਗਾਲ ਲੈਣਾ ਚਾਹੀਦਾ। ਹੋ ਸਕਦਾ ਉਹਨਾਂ ਨੂੰ ਲੱਗੇ ਵੀ ਇਨ ਬਿਨ ਲਾਗੂ ਕਰ ਦੇਣੀ ਚਾਹੀਦੀ ਹੈ, ਇਹ ਵੀ ਲੱਗ ਸਕਦਾ 50% ਲਾਗੂ ਹੋ ਸਕਦੀ, ਇਹ ਵੀ ਹੋ ਸਕਦਾ ਵੀ 25% ਹੀ ਲਾਗੂ ਹੋ ਸਕਦੀ। ਪਰ ਜੋ ਵੀ ਹੋ ਸਕਦਾ, ਜੇ ਉਹਦੇ 'ਚੋਂ 1 2 3 ਚੀਜ਼ਾਂ ਵੀ ਚੰਗੀਆਂ ਲੱਗਦੀਆਂ ਤੇ ਹੋ ਸਕਦਾ ਵੀ ਨਵੀਂ ਪਾਲਿਸੀ ਬਣਾਉਣ ਦੇ ਵਿੱਚ ਕੋਈ ਸੌਖ ਹੋ ਜਾਵੇ, ਬਜਾਏ ਦੇ ਕਿ ਵੀ ਆਪਾਂ ਹੁਣ ਨਵੇਂ ਸਿਰਿਓਂ ਸਾਰਾ ਕੁਝ ਕਰੀਏ, ਉੱਤੇ ਟਾਈਮ ਲਾਈਏ। ਉਹ ਜਿੰਨਾ ਕੁ ਟਾਈਮ ਬਚਦਾ ਬਚਾਉਣਾ ਚਾਹੀਦਾ, ਕਿਉਂਕਿ ਗੱਲ ਇਹ ਆ ਵੀ ਅੰਮ੍ਰਿਤਸਰੋਂ ਜਾਂ ਮੋਗੇ ਤੋਂ ਮੈਨੂੰ ਇਹ ਜਾਪਦਾ ਵੀ ਠੀਕ ਹੈ ਸਰਕਾਰ ਮਾਈਨਿੰਗ ਸ਼ੁਰੂ ਕਰ ਲੂਗੀ, ਇੱਕ ਵਾਰ ਹੋ ਸਕਦਾ ਵੀ ਮਤਲਬ ਚੱਕ ਲਓ ਜੀ, ਕਰ ਲਓ, ਲਓ ਜੀ ਹੁਣ ਤਾਂ ਸਰਕਾਰ ਨੇ ਆਪੇ ਕਰਨਾ।
ਪਰ ਜਦ ਤੱਕ ਉਹਦਾ ਢਾਂਚਾ ਨਹੀਂ ਬਣਦਾ, ਜਦ ਤੱਕ ਉਹਨੂੰ ਦੂਰਅੰਦੇਸ਼ੀ ਨਾਲ ਦੇਖਿਆ ਨਹੀਂ ਜਾਂਦਾ ਵੀ ਯਾਰ ਹੋਣਾ ਕਿੱਦਾਂ ਇਹ ਸਾਰਾ ਕੁਝ, ਉਨੀ ਦੇਰ ਤੱਕ ਉਹ ਲੌਂਗ ਰਨ 'ਚ ਸਕਸੈਸਫੁਲੀ ਚੱਲਦਾ ਰਹੂਗਾ। ਇਹ 'ਤੇ ਸ਼ੱਕ ਆ। ਨਹੀਂ, ਬਿਲਕੁਲ ਠੀਕ ਹੈ। ਤੇਲੰਗਾਨਾ ਸੂਬਾ ਇਸੇ ਕਰਕੇ, ਵੈਬਸਾਈਟ ਉਹਨਾਂ ਦੀ ਇਸੇ ਕਰਕੇ ਹੈ ਕਿਉਂਕਿ ਚਾਹੇ ਥੋੜੀ ਨਿਕਲਦੀ ਚਾਹੇ ਬਹੁਤੀ ਨਿਕਲਦੀ ਤਾਂ ਰੇਤਾ ਹੀ ਆ, ਤੇ ਸਪਲਾਈ ਵੀ ਰੇਤਾ ਹੀ ਹੁੰਦੀ ਹੈ ਤੇ ਲੋਕ ਖਰੀਦਦੇ ਵੀ ਰੇਤਾ, ਤੇ ਭਾਅ ਸਰਕਾਰ ਤੈਅ ਕਰਦੀ ਹੈ ਕਿਹੜੇ ਵਹੀਕਲ ਦੇ ਉੱਤੇ ਜਾਣਾ। ਉਹਨਾਂ ਨੇ ਸਾਰਾ ਕੁਝ ਨਿਰਧਾਰਤ ਕੀਤਾ। ਅਸੀਂ ਤੇਲੰਗਾਨਾ ਦੇ ਵਿੱਚੋਂ ਕਦੇ ਵੀ ਨਜਾਇਜ਼ ਮਾਈਨਿੰਗ ਦੀ ਕੋਈ ਖਬਰ ਸੁਣੀ ਨਹੀਂ। ਸਰਕਾਰ ਪੈਸੇ ਸੁੱਖ ਨਾਲ ਲੋੜੇ ਦੇ ਵੱਟਦੀ ਹੈ, ਉਹ ਪੈਸੇ ਫਿਰ ਲੋਕਾਂ ਤੇ ਲਾਉਂਦੀ ਹੈ। ਜਦੋਂ ਪੈਸੇ ਲੋਕਾਂ ਤੇ ਲੱਗਦੇ ਆ, ਲੋਕ ਫਿਰ ਸਰਕਾਰ ਤੋਂ ਖੁਸ਼ ਹੁੰਦੇ ਆ, ਉਮੀਦ ਕਰਦੇ ਆ ਨਾਲ ਲੱਗਦਾ ਹੀ। ਇਹ ਪਤਾ ਜ਼ਰੂਰੀ ਕਿਉਂ ਜੀ? ਇਹ ਜ਼ਰੂਰੀ ਇਸ ਕਰਕੇ ਆ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਉਹ ਹੈਗੇ ਆ ਇਸ ਵਕਤ ਵਿਰੋਧੀ ਧਿਰ ਦੇ ਲੀਡਰ। ਆਹਾ, ਤੇ ਜਿੱਦਾਂ ਉਹ ਅੰਕੜੇ ਕੱਢੀ ਫਿਰਦੇ ਨਾ ਕੈਲਕੂਲੇਟਰ ਵਾਲੇ ਵੀ ਇਹ ਆਂਦੇ ਇੰਨੇ ਹਜ਼ਾਰ ਕਰੋੜ ਤੇ ਮੈਂ ਕਹਿੰਦਾ ਇੰਨੇ ਹਜ਼ਾਰ ਕਰੋੜ, ਤੁਸੀਂ ਇੰਨਾ ਹੀ ਕੱਢ ਕੇ ਵਿਖਾ ਦਿਓ। ਉਹ ਜਿਹੜਾ ਹਿਸਾਬ ਤਾਂ ਉਹ ਲਾਈ ਫਿਰਦੇ ਆ। ਮੈਨੂੰ ਐਂ ਲੱਗਦਾ ਵੀ ਜਿਹੜਾ 2-3 ਮਹੀਨੇ ਤੱਕ ਦੁਬਾਰਾ ਵਿਧਾਨ ਸਭਾ ਦਾ ਸੈਸ਼ਨ ਆਉਣਾ, ਇਹ ਨਾ ਹੋਵੇ ਉਦੋਂ ਤੱਕ ਉਹ ਸਭ ਤੋਂ ਪਹਿਲਾਂ ਕਾਗਜ਼ ਕੈਲਕੂਲੇਟਰ ਵਾਲਾ ਇਹੋ ਹੀ ਕੱਢੀ ਫਿਰਨ ਜੀ ਵੀ ਬਾਕੀ ਗੱਲਾਂ ਆਪਾਂ ਬਾਅਦ ਚ ਕਰਦੇ ਹਾਂ। ਮਹਾਰਾਜ ਤੁਸੀਂ ਆਹ ਕਿਹਾ ਸੀ 3 ਮਹੀਨਿਆਂ 'ਚ ਆਹ ਇੱਥੇ ਤੁਸੀਂ ਪਹੁੰਚੇ ਹੋ, ਅਸੀਂ ਤਾਂ ਤੁਹਾਨੂੰ ਪਹਿਲਾਂ ਹੀ ਕਹੀ ਜਾਂਦੇ। ਇੱਕ ਉਹਨਾਂ ਦਾ ਜਿਹੜਾ ਪੈਟ ਡਾਇਲਾਗ ਵੀ ਜ਼ਹਿਰ ਖਾਣ ਨੂੰ ਪੈਸੇ ਹੈ ਨਹੀਂ। ਨਹੀਂ, ਦੇਖੋ 20,000 ਕਰੋੜ ਦਾ ਚਰਚਾ ਕੇਜਰੀਵਾਲ ਸਾਹਿਬ ਨੇ ਛੇੜਿਆ ਸੀ। ਉਹ ਕਹਿੰਦੇ ਸੀ 1000 ਕਰੋੜ ਹੀ ਕਰ ਦਿਓ। ਬੜੀ ਵੱਡੀ ਗੱਲ ਹੈ, ਜਿੱਦਾਂ ਤੁਸੀਂ ਕਰਦੇ ਹੋ ਆਮਦਨ ਪਹਿਲਾਂ ਨਾਲੋਂ ਵੀ ਘਟ ਜਾਣੀ ਹੈ। ਸੋ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਘੇਰਨਾ, ਐਕਸਪੀਰੀਅੰਸ ਵਾਲੇ ਲੀਡਰ ਉਹਨਾਂ ਨੇ ਵਿਰੋਧੀ ਧਿਰ ਦੇ ਨੇਤਾ ਬਣਾਏ ਆ ਕਾਂਗਰਸ ਨੇ, ਇਸੇ ਕਰਕੇ ਬਣਾਏ ਆ ਕਿ ਭਾਈ ਆਮ ਆਦਮੀ ਪਾਰਟੀ ਦੀ ਸਰਕਾਰ ਘੇਰੀ ਜਾ ਸਕੇ। ਚਰਚਾ ਬਹੁਤ ਚੱਲਦੀ ਹੁੰਦੀ ਸੀ ਸੰਧਾਲੀਆ ਸਾਹਿਬ ਕਿ ਪੰਜਾਬ ਸਰਕਾਰ ਉਹਦੇ ਬੈਂਕ ਖਾਤੇ ਪ੍ਰਾਈਵੇਟ ਬੈਂਕਾਂ 'ਚ ਨੇ। ਚਰਚਾ ਚੱਲਦੀ ਹੁੰਦੀ ਸੀ ਕਿ ਮੁਲਾਜ਼ਮਾਂ ਨੂੰ ਤਨਖਾਹ ਮਿਲਣੀ, ਕਿਸੇ ਨੂੰ ਪੈਨਸ਼ਨ ਮਿਲਣੀ, ਗ੍ਰਾਂਟ ਦੇ ਪੈਸੇ ਆਉਣੇ, ਕੋਈ ਸੋਸ਼ਲ ਸਿਕਿਉਰਿਟੀ ਸਿਸਟਮ ਦੇ ਨਾਲ ਸੰਬੰਧਿਤ ਰੁਪਈਆ ਟਕਾ ਮਿਲਣਾ ਤੇ ਉਹ ਰੁਪਈਆ ਟਕਾ ਜਿਹੜਾ ਹੈ ਉਹ ਸਰਕਾਰ ਦਾ ਪ੍ਰਾਈਵੇਟ ਬੈਂਕਾਂ ਦੇ ਰਾਹੀਂ ਲੋਕਾਂ ਦੇ ਕੋਲ ਅੱਪੜਦਾ ਸੀ। ਤੇ ਬਹੁਤ ਸਾਰੇ ਡਿਪਾਰਟਮੈਂਟ ਹੁੰਦੇ ਆ, ਡੀਸੀ ਦਫ਼ਤਰਾਂ ਦੇ ਖਾਤੇ ਹੁੰਦੇ ਆ ਕਿ ਪ੍ਰਾਈਵੇਟ ਬੈਂਕਾਂ 'ਚ ਖੁੱਲ੍ਹੇ ਆ, ਪੈਸੇ ਉੱਥੇ ਪਏ ਆ, ਜਦੋਂ ਕਿਸੇ ਨੂੰ ਗ੍ਰਾਂਟ ਜਾਰੀ ਕਰਨੀ ਆ ਤਾਂ ਉਹਦੇ ਵਿੱਚੋਂ ਕਰ ਦੇਣੀ ਆ। ਤੇ ਪ੍ਰਾਈਵੇਟ ਬੈਂਕਾਂ ਵਾਲਿਆਂ ਦੀ ਚਾਂਦੀ, ਕਰੋੜਾਂ ਰੁਪਈਏ ਉਹਨਾਂ ਨੂੰ ਵੱਟੇ ਜਾਂਦੇ ਆ ਕਿਉਂਕਿ ਆਦਾਨ ਪ੍ਰਦਾਨ ਹੁੰਦਾ, ਮਨੀ ਦਾ ਫਲੋ ਬਣਦਾ। ਇਹ ਬੜੀ ਵਾਰੀ ਚਰਚਾ ਚੱਲਦੀ ਸੀ ਕਿ ਇੱਕ ਪਾਸੇ ਤਾਂ ਕੋਆਪਰੇਟਿਵ ਬੈਂਕਾਂ ਦਾ ਭੱਠਾ ਬੈਠਾ ਪਿਆ, ਕੋਆਪਰੇਟਿਵ ਬੈਂਕਾਂ ਦੀ ਆਮਦਨ ਘਟਦੀ ਹੈ, ਤਾਂ ਜੇ ਪੰਜਾਬ ਸਰਕਾਰਾਂ ਇੰਨੀਆਂ ਹੀ ਸੁਹਿਰਦ ਨੇ ਤਾਂ ਕੋਆਪਰੇਟਿਵ ਬੈਂਕਾਂ ਦੇ ਵਿੱਚ ਸਰਕਾਰੀ ਖਾਤੇ ਕਿਉਂ ਨਹੀਂ ਹੁੰਦੇ? ਬੜੀ ਚਰਚਾ ਚੱਲਣੀ, ਕਹਿਣਾ ਨਹੀਂ ਜੀ ਅੰਦਰ ਖਾਤੇ ਸਾਂਝ ਭਿਆਲੀਆਂ ਹੁੰਦੀਆਂ ਇਹਨਾਂ ਦੀਆਂ, ਇੱਦਾਂ ਥੋੜ੍ਹੀ ਹੈ। ਪਰ ਹੁਣ ਪਤਾ ਲੱਗਾ ਕਿ ਭਗਵੰਤ ਮਾਨ ਹੋਰਾਂ ਦੀ ਸਰਕਾਰ ਸਾਰੇ ਹੀ ਸਰਕਾਰੀ ਬੈਂਕ ਖਾਤੇ ਨਿੱਜੀ ਜਾਣੀ ਕਿ ਪ੍ਰਾਈਵੇਟ ਬੈਂਕਾਂ ਦੇ ਵਿੱਚੋਂ ਤਬਦੀਲ ਕਰਕੇ ਕੋਆਪਰੇਟਿਵ ਬੈਂਕਾਂ ਦੇ ਵਿੱਚ ਸ਼ਿਫਟ ਕਰਨ ਜਾ ਰਹੀ ਹੈ, ਤਾਂ ਜੋ ਨਿੱਜੀ ਬੈਂਕਾਂ ਨੂੰ ਜਿਹੜਾ ਐਵੇਂ ਹੀ ਲਾਭ ਜਾਈ ਜਾਂਦਾ ਉਹ ਬੰਦ ਹੋਵੇ, ਉਹੀ ਪੈਸੇ ਦਾ ਲਾਭ ਕੋਆਪਰੇਟਿਵ ਬੈਂਕਾਂ ਨੂੰ ਹੋਵੇ। ਕੋਆਪਰੇਟਿਵ ਬੈਂਕਾਂ ਨੇ ਕਿਸਾਨਾਂ ਨੂੰ ਪੈਸੇ ਦੇਣੇ ਹੁੰਦੇ ਆ, ਕੋਆਪਰੇਟਿਵ ਬੈਂਕਾਂ ਨੇ ਮਜ਼ਦੂਰ ਨੂੰ ਪੈਸੇ ਦੇਣੇ ਹੁੰਦੇ ਆ, ਛੋਟੇ ਵਪਾਰੀ ਨੂੰ, ਛੋਟੇ ਦੁਕਾਨਦਾਰ ਨੂੰ ਕਰਜ਼ਾ ਦੇਣਾ ਹੁੰਦਾ। ਤੇ ਜੇ 4 ਪੈਸੇ ਉਹਦੇ ਵੱਟੇ ਜਾਂਦੇ ਆ, ਸਰਕਾਰੀ ਪੈਸਿਆਂ 'ਚੋਂ ਵੱਟੇ ਜਾਣੇ, ਸਪੈਸ਼ਲ ਉਦਮ ਤਾਂ ਕੋਈ ਕਰਨਾ ਨਹੀਂ ਤੇ ਕਰਨਾ ਚਾਹੀਦਾ। ਪਰ ਇੱਕਦਮ ਜੇ ਲੱਖਾਂ ਲੋਕਾਂ ਦਾ ਬੋਝ ਪੈ ਗਿਆ ਕੋਆਪਰੇਟਿਵ ਬੈਂਕਾਂ ਤੇ, ਵੈਸੇ ਇਹ ਗੱਲ ਹੈ ਉਹਨਾਂ ਦੇ ਕੋਲੇ ਮੁਲਾਜ਼ਮ ਕਿੰਨੇ ਨੇ, ਉਹਨਾਂ ਦੇ ATM ਕਿੰਨੇ ਕੁ ਨੇ, ਉਹਨਾਂ ਦੇ ਕੋਲੇ ਮੈਨ ਪਾਵਰ ਕਿੰਨੀ ਕੁ ਹੈ, ਇਹ ਨਾ ਹੋਵੇ ਕਿ ਢਾਂਚਾ ਪੂਰਾ ਦਰੁਸਤ ਹੋਵੇ ਨਾ, ਬੈਂਕ ਖਾਤੇ ਇੱਕਦਮ ਸ਼ਿਫਟ ਕਰ ਦਿੱਤੇ ਜਾਣ ਤੇ ਮੁੜ ਕੇ ਲੋਕ ਖੱਜਲ ਹੁੰਦੇ ਫਿਰ। ਨਹੀਂ ਵੈਸੇ ਆਈਡੀਆ ਵਧੀਆ, ਆਪਾਂ ਇਹ ਨਹੀਂ ਕਹਿੰਦੇ ਵੀ ਬਹੁਤ ਵਧੀਆ ਆਈਡੀਆ ਅੱਛਾ। ਇਸ ਆਈਡੀਆ ਤੇ ਕੰਮ ਜ਼ਰੂਰ ਹੋਣਾ ਚਾਹੀਦਾ, ਪਰ ਨਾਲ ਦੀ ਨਾਲ ਇਹ ਉਦਾਂ ਹੀ ਹੋ ਗਿਆ ਵੀ ਜਿੱਦਾਂ ਉਹ ਕਹਿੰਦੇ ਵੀ ਯਾਰ ਆਪਾਂ ਉਹਦੇ ਚਵਾਰਾ ਪਾ ਲਈਏ ਜੀ, ਚਵਾਰਾ ਜ਼ਰੂਰ ਪਾਈਏ, ਪਰ ਉਹਨੂੰ ਪਹਿਲਾਂ ਇੱਕ ਸਿਆਣਾ ਮਿਸਤਰੀ ਸਾਧ ਕੇ ਉਹਨੂੰ ਨੀਆਂ ਵਿਖਾ ਲਈਏ। ਵੀ ਕਿਸੇ ਵੇਲੇ ਹੁੰਦਾ ਨਾ ਵੀ ਯਾਰ ਉਹ ਕਹਿੰਦੇ ਚਵਾਰਾ ਤੁਸੀਂ ਜੀ ਸਦਕੇ ਪਾ ਲਓ, ਪਰ ਪਿੱਲਰ ਕੱਢਣੇ ਪੈਣੇ ਜੇ ਥੱਲੇ ਵਾਲੀ ਜਿਹੜੀ ਚਿਣਾਈ ਗਾਰੇ ਵਾਲੀ, ਇਹਨੇ ਚਵਾਰਾ ਨਹੀਂ ਜੇ ਚੱਲਣਾ। ਸੋ ਉਹ ਵਾਲੇ ਜੇ ਪਿੱਲਰ ਪੁੱਲਰ ਕੱਢਣ ਦੀ ਲੋੜ ਆ ਕਿਤੇ ਤੇ ਉਹ ਜ਼ਰੂਰ ਕੱਢ ਲਏ ਜਾਣ, ਕਿਉਂਕਿ ਇਹ ਗੱਲ ਬੜੀ ਵਾਰ ਚੱਲਦੀ ਹੁੰਦੀ ਹੈ ਵੀ ਯਾਰ ਜੇ ਮੰਨ ਲਓ ਲੱਖ ਖਾਤਾ ਵੀ ਹੈ ਤੇ ਲੱਖ ਖਾਤੇ 'ਚ ਜ਼ਿਆਦਾ ਨਹੀਂ 1000 ਰੁਪਈਆ ਵੀ ਪਿਆ ਹੀ ਰਵੇ, ਹੈ ਨਾ, ਬਾਕੀ ਚਲੋ ਆਈ ਚਲਾਈ ਚਲੀ ਗਈ, ਲੱਖ ਖਾਤੇ 'ਚ 1000 ਰੁਪਈਆ ਵੀ ਪਿਆ ਰਵੇ ਤੇ ਉਹ ਵੀ ਕਿੱਡੀ ਵੱਡੀ ਰਕਮ ਬਣ ਜਾਂਦੀ ਹੈ। ਆਫਟਰ ਆਲ ਉਹ ਕਿਸੇ ਨਾ ਕਿਸੇ ਮਹਿਕਮੇ ਦੇ ਕੋਲ ਤੇ ਹੈ ਕਿ ਨਹੀਂ, ਤੇ ਜੇ ਉਹ ਪਰਟੀਕੂਲਰ ਇੱਕ ਅਦਾਰਾ ਹੈ, ਉਹ ਸਰਕਾਰੀ ਹੈ, ਉਸ ਸਰਕਾਰੀ ਅਦਾਰੇ ਦੇ ਕੋਲ ਉਹ ਵਾਲਾ ਪੈਸਾ ਜਿਹਦੀ ਆਈ ਚਲਾਈ ਚੱਲਦੀ, ਕੱਲ੍ਹ ਨੂੰ ਕਿਸੇ ਨੂੰ ਲੋਨ ਦੇਣਾ, ਉਹਦੇ ਵਿੱਚੋਂ ਕੋਈ 100 ਗੱਲਾਂ ਚੱਲਣੀਆਂ। ਜਿਹੜਾ ਇਹ ਰੋਂਦੀਆਂ ਪਿੱਟਦੀਆਂ ਨੇ ਦੀਆਂ ਬਾਅਦ ਬੈਂਕਾਂ ਜਾਂ ਹੋਰ ਅਦਾਰੇ ਵੀ ਮਾਰਾ ਪੈਸਾ ਹੈ ਨਹੀਂ, ਉਹ ਕਿਸੇ ਵੇਲੇ ਹੁੰਦਾ ਨਾ ਵੀ ਯਾਰ ਸਰਵਾਈ ਇੱਥੇ ਬੜੀ, ਉਹ ਬਾ ਖਾਲ ਵਿੱਚ ਦੀ ਪਾਣੀ ਵਗਦਾ ਹੀ ਆ, ਜ਼ਰੂਰੀ ਨਹੀਂ ਹੁੰਦਾ ਵੀ ਉਹ ਉੱਥੇ ਨੂੰ ਲਾਉਣਾ ਹੀ ਆ, ਉਹ ਖਾਲ ਦੇ ਕੰਢੇ ਲੱਗਿਆ ਜਿਹੜਾ ਬੂਟਾ ਹੁੰਦਾ ਉਹ ਵੈਸੇ ਪਲਦਾ ਰਹਿੰਦਾ, ਸਰਵਾਈ ਨਹੀਂ। ਇਹ ਸੰਧਾਲੀਆ ਸਾਹਿਬ ਬਹੁਤ ਜ਼ਰੂਰੀ ਹੈ। ਬਾਕੀ ਇੱਕ ਗੱਲ ਹੋਰ ਵੀ ਹੈ, ਤਰੀਕਾ ਢੰਗ ਤਰੀਕਾ ਹੈਗਾ। ਕੋਆਪਰੇਟਿਵ ਬੈਂਕਾਂ ਦੀਆਂ ਜਿੰਨੀਆਂ ਕੁ ਬ੍ਰਾਂਚਾਂ ਨੇ, ਸ਼ਿਫਟਾਂ 2 ਕਰ ਦਿਓ। ਨਿਆਣੇ ਸਾਡੇ ਵਿਹਲੇ ਨੇ, ਕੰਮ ਕਰਨਾ ਚਾਹੁੰਦੇ ਨੇ, ਕਾਮਰਸ ਬਹੁਤ ਸਾਰਿਆਂ ਨੇ ਪੜ੍ਹੀ ਹੈ, ਬੁੱਕ ਕੀਪਿੰਗ ਬਹੁਤ ਸਾਰਿਆਂ ਨੂੰ ਆਉਂਦੀ ਹੈ, ਕੁਆਲੀਫਿਕੇਸ਼ਨ ਦੀ ਕਮੀ ਨਹੀਂ। ਜਿਹੜੀ ਬੈਂਕ ਸਵੇਰੇ 10 ਵਜੇ ਲੈਣ ਦੇਣ ਸ਼ੁਰੂ ਕਰਦੀ ਹੈ, ਤੁਸੀਂ 8 ਤੋਂ 2 1 ਕਰ ਦਿਓ, 2 ਤੋਂ 8 ਦੂਜੀ ਸ਼ਿਫਟ ਕਰ ਦਿਓ, ਮੈਨ ਪਾਵਰ ਡਬਲ ਕਰ ਦਿਓ, ਤਨਖਾਹ ਪੱਲਿਓਂ ਥੋੜ੍ਹਾ ਦੇਣੀ ਹੈ। ਜਦੋਂ ਸਾਰੀਆਂ ਬੈਂਕ ਸਰਕਾਰੀ ਅਦਾਰਿਆਂ ਦੇ ਖਾਤੇ ਉਹਨਾਂ ਕੋਆਪਰੇਟਿਵ ਬੈਂਕਾਂ 'ਚ ਆ ਗਏ, ਪੈਸੇ ਦਾ ਆਦਾਨ ਪ੍ਰਦਾਨ ਹੋਣ ਲੱਗ ਪਿਆ, ਆਪੇ ਹੀ ਕੋਆਪਰੇਟਿਵ ਬੈਂਕਾਂ ਨੂੰ ਆਮਦਨ ਹੋਣ ਲੱਗ ਪੈਣੀ ਹੈ। ਉਹਦੇ ਨਾਲ ਰੁਜ਼ਗਾਰ ਵੀ ਦਿੱਤਾ ਜਾਊ, ਲੋਕਾਂ ਨੂੰ ਖੱਜਲ ਵੀ ਨਾ ਹੋਣਾ ਪਊ,
ਸਰਕਾਰੀ ਡਿਪਾਰਟਮੈਂਟਾਂ ਦੇ ਖਾਤੇ ਵੀ ਕੋਆਪਰੇਟਿਵ ਬੈਂਕਾਂ ਦੇ ਵਿੱਚ ਆ ਜਾਣਗੇ ਤੇ ਸਰਕਾਰ ਨੂੰ ਵੀ 4 ਪੈਸੇ ਵੱਟ ਹੋਣ ਲੱਗ ਪੈਣਗੇ। ਬੱਲੇ ਬੱਲੇ ਸਰਕਾਰ ਦੀ ਵੱਖਰੀ ਕਿਹਾ, ਦੇਖੋ ਭਾਈ ਰੁਜ਼ਗਾਰ ਦੇ ਦਿੱਤਾ ਤੇ ਲੋਕ ਸਵੇਰੇ 9 ਵਜੇ ਕੰਮ ਤੇ ਜਾਣਾ, 8 ਵਜੇ ਆਓ ਕੰਮ ਕਰਾ ਲਓ। ਜਿਹੜਾ 5 ਵਜੇ ਮੁੜੇ ਆਉਂਦਾ ਉਹ 5 ਤੋਂ 8 ਵਜੇ ਤੱਕ ਜਦੋਂ ਮਰਜ਼ੀ ਕੰਮ ਕਰਾ ਲਓ। ਸ਼ਨੀਵਾਰ ਐਤਵਾਰ ਵੀ ਖੁੱਲੀਆਂ ਰੱਖੋ, ਭਾਵੇਂ 2 ਦਿਨ ਵਿਚਕਾਰਲੇ ਜਿਹੜੇ ਆ ਸਾਰੀਆਂ ਬ੍ਰਾਂਚਾਂ ਨਹੀਂ ਵੀ ਖੁੱਲੀਆਂ ਰੱਖਣੀਆਂ, ਮੇਨ ਬ੍ਰਾਂਚਾਂ ਸ਼ਨੀਵਾਰ ਐਤਵਾਰ ਵੀ ਖੁੱਲੀਆਂ ਰੱਖੋ, ਕੋਈ ਗੱਲ ਹੀ ਨਹੀਂ। ਲੋਕਾਂ ਨੂੰ ਸਰਵਿਸ ਦਿਓ, ਲੋਕਾਂ ਨੂੰ ਕੰਮ ਦਿਓ, ਤੁਹਾਡੀ ਬੱਲੇ ਬੱਲੇ ਆ। ਆਹੋ, ਮਤਲਬ 8 ਤੋਂ 8 ਹੋ ਗਿਆ ਤੇ ਕੰਮ 8 ਹੋ ਜਾਣਾ। 8 ਹੋ ਜਾਣਾ। ਇੱਕ ਹੋ ਸਕਦੀ ਗੱਲ ਕਿਸੇ ਨੂੰ ਲੱਗਦਾ ਹੋਵੇ ਵੀ ਯਾਰ ਇਹ ਤੁਸੀਂ ਐਵੇਂ ਇਹ ਗੱਲਾਂ ਕਰਦੇ ਨੇ, ਪ੍ਰੈਕਟੀਕਲੀ ਹੈ ਨਹੀਂ। ਕਾਰਨ ਇਹ ਆ ਵੀ ਜਦੋਂ ਕੋਈ ਗੱਡਾ ਕਿਤੇ ਫਸਿਆ ਹੋਵੇ ਉਦੋਂ ਕਈ ਕੁਝ ਕਰਨਾ ਪੈਂਦਾ। ਉਹ ਕਹਿੰਦਾ ਨਹੀਂ ਹੋਰ ਕੁਝ ਬਣਨਾ ਜਾਂਦਾ, ਕਹਿੰਦਾ ਲੱਕੜ ਲਿਆ, ਲੱਕੜ ਥੋੜ੍ਹੀ ਜਿਹੀ ਇੱਥੇ ਰੱਖ ਕੇ ਸੰਗਲ ਪਾ ਇਹਨੂੰ ਨਾਲ, ਹੈ ਨਾ। ਹੁਣ ਹਰ ਵੇਲੇ ਆਪਾਂ ਟਾਇਰ ਨੂੰ ਸੰਗਲ ਨਹੀਂ ਪਾਉਂਦੇ, ਹਰ ਵੇਲੇ ਉਹਦੇ ਨਾਲ ਲੱਕੜ ਨਹੀਂ ਬੰਨ੍ਹਦੇ, ਪਰ ਜੇ ਕਿਤੇ ਫਸਿਆ ਉਦੋਂ ਟਾਇਰ ਨੂੰ ਸੰਗਲ ਵੀ ਪਾਉਣਾ ਪੈਂਦਾ, ਉਦੋਂ ਲੱਕੜ ਵੀ ਰੱਖਣੀ ਪੈਂਦੀ ਆ। ਇਹ ਮੌਕੇ ਦੇ ਉੱਪਰ ਜੇ ਲੋੜ ਆ ਤਾਂ ਉਹਨਾਂ ਕੁ ਕਰ ਲੈਣਾ ਚਾਹੀਦਾ। ਬਾਕੀ ਇਹ ਵੀ ਜ਼ਰੂਰ ਮੇਰੇ ਖਿਆਲ ਨਾਲ ਚੈੱਕ ਕਰਨਾ ਚਾਹੀਦਾ ਕਿ ਵੀ ਕਿਸੇ ਵੇਲੇ ਹੁੰਦਾ ਨਾ ਯਾਰ ਸਰਕਾਰੀ ਬੈਂਕਾਂ ਦਾ ਨਾ ਵਿਆਜ ਘੱਟ ਆ ਤੇ ਲੋਨ ਸਸਤਾ, ਉਹ ਹੁੰਦਾ ਜ਼ਰੂਰ ਆ, ਪਰ ਕਾਰਨ ਆ ਵੀ ਉਹ ਕੋਈ ਦੱਸਣ ਹੀ ਨਹੀਂ ਜਾਂਦਾ ਕਿਉਂਕਿ ਅਗਲਿਆਂ ਕੋਲੇ ਬੰਦੇ ਨਹੀਂ ਹੁੰਦੇ। ਜਿਹਨੂੰ ਲੋਨ ਚਾਹੀਦਾ ਹੁੰਦਾ ਉਹਨੂੰ 3-4 ਫੋਨ ਉੱਧਰੋਂ ਆਉਂਦੇ, ਸਰ ਆਪਕੇ ਸਾਥ ਬਾਤ ਕਰਨੇ ਦਾ ਸਹੀ ਵਕਤ ਕਿਆ ਹੈ। ਉਹ ਜਿਨ੍ਹਾਂ ਨੇ 3-4 ਵਾਰ ਫੋਨ ਕਾਲਾਂ ਕਰਨੀਆਂ ਉਹਨਾਂ ਨੇ ਘਰੋਂ ਆਣ ਕੇ ਕਾਗਜ਼ ਭਰਾ ਲੈਣੇ ਆ। ਹੋ ਸਕਦਾ ਕਿਸੇ ਵੇਲੇ ਉਹ 3-4 ਦੁਕਾਨਾਂ ਛੱਡ ਕੇ ਸਰਕਾਰੀ ਬੈਂਕ ਹੁੰਦੀ ਆ, ਉਹਨਾਂ ਦਾ ਲੋਨ ਸਸਤਾ ਹੁੰਦਾ ਪਰ ਪਤਾ ਨਹੀਂ ਲੱਗਦਾ, ਤੇ ਦੂਸਰੇ ਮਹੱਲੇ ਵਾਲੀ ਪ੍ਰਾਈਵੇਟ ਬੈਂਕ ਵਾਲੇ ਜਿਹੜਾ ਉਹਨੂੰ ਲੋਨ ਵੀ ਦੇ ਜਾਂਦੇ ਆ। ਇਹ ਸਿਰਫ ਪਤਾ ਲੱਗਣ ਹੁਣ ਸ਼ੁਰੂ ਚੰਗਾ ਲੱਗਦਾ ਹੁੰਦਾ। ਕੋਈ ਸਮਾਂ ਸੀ ਸੰਧਾਲੀਆ ਸਾਹਿਬ, ਹੋ ਸਕਦਾ ਬਹੁਤ ਸਾਰੇ ਜਿਹੜੇ ਪ੍ਰਵਾਸੀ ਨੇ, NRIs ਨੇ, ਉਹ ਸਹਿਮਤ ਵੀ। ਹੁਣ ਇੱਕ ਸਮਾਂ ਪੰਜਾਬ 'ਚ ਇਦਾਂ ਦਾ ਆ ਗਿਆ ਸੀ ਜਦੋਂ ਪ੍ਰਾਈਵੇਟ ਬੈਂਕਾਂ ਵਾਲੇ ਜੇ ਪਤਾ ਲੱਗ ਜਾਂਦਾ ਨੇ ਕਿ ਸਾਡੇ ਬੈਂਕ ਦੇ ਵਿੱਚ ਖਾਤਾ ਐ NRI ਦਾ, ਬੜੇ ਅਕਾਊਂਟ ਖੋਲ੍ਹੇ ਗਏ, ਬੜੀਆਂ ਉਹਨਾਂ ਦੀਆਂ FDਆਂ ਕੀਤੀਆਂ ਗਈਆਂ, ਏਅਰਪੋਰਟ ਤੇ ਗੱਡੀ ਭੇਜ ਦੇਣੀ ਲੈਣ ਕਿ ਨਹੀਂ ਹੁਣ ਤੁਹਾਡਾ ਪਰਿਵਾਰ ਥੋੜ੍ਹੀ ਜਾਊਗਾ, ਅਸੀਂ ਆਵਾਂਗੇ ਤੁਹਾਨੂੰ ਏਅਰਪੋਰਟ ਤੋਂ ਰਿਸੀਵ ਕਰਨ ਦੇ ਲਈ। ਏਅਰਪੋਰਟ ਤੋਂ ਲੈ ਕੇ ਆਉਣਾ, ਮੁੜ ਕੇ ਘਰ ਮਿਲਦੇ ਗਿਲਦੇ ਵੀ ਰਹਿਣਾ, ਇਨਵੈਸਟਮੈਂਟਾਂ ਵੀ ਕਰਾਉਣੀਆਂ, ਖਾਤੇ ਵੀ ਖਿਲਾਉਣੇ। ਮਿਹਨਤ ਸੀ ਉਹਨਾਂ ਦੀ, ਪਰ ਹੌਲੀ ਹੌਲੀ ਸਮਾਂ ਬਦਲ ਗਿਆ। ਫਿਰ ਉਹ ਆਪਣੀ ਗੱਡੀ 'ਚ ਹੀ ਆਉਂਦੇ ਹੁੰਦੇ ਸੀ, ਫਿਰ ਨਹੀਂ ਸੀ ਉਹਨਾਂ ਪੁੱਛਦੇ, ਕਿਉਂਕਿ ਸ਼ੁਰੂ ਦੇ ਵਿੱਚ ਹਾਲਾਤ ਹੋਰ ਹੁੰਦੇ ਆ, ਬਾਅਦ ਵਿੱਚ ਹਾਲਾਤ ਹੋਰ ਹੁੰਦੇ ਆ। ਸਰਕਾਰੀ ਬੈਂਕਾਂ ਜੇ ਹੋ ਸਕਦਾ ਪਹਿਲਾਂ ਥੋੜ੍ਹੀਆਂ ਰੁੱਖੀਆਂ ਲੱਗਣ, ਉਹ ਫਿਰ ਬਾਅਦ ਵਿੱਚ ਉਦੋਂ ਵੱਧ ਰੁੱਖੀਆਂ ਨਹੀਂ ਹੁੰਦੀਆਂ, ਉਹ ਜਿੱਦਾਂ ਦੀਆਂ ਹੁੰਦੀਆਂ ਉੱਦਾਂ ਦੀਆਂ ਹੀ ਹੁੰਦੀਆਂ। ਨਹੀਂ, ਨਾਲ ਹੀ ਰਹੀ ਗੱਲ ਕੰਪੀਟੀਸ਼ਨ ਦੀ। ਹੁਣ ਜੇ ਮੰਨ ਲਓ ਇੱਕ ਜਵਾਕ ਆ ਉਹ ਪ੍ਰਾਈਵੇਟ 'ਚ ਲੱਗਾ, ਉਹਨੂੰ ਇਹ ਲੱਗੇ ਵੀ ਮੈਂ ਸਰਕਾਰੀ 'ਚ ਲੱਗਣਾ, ਤੇ ਕੰਮ ਜੇ ਮੈਂ ਪ੍ਰਾਈਵੇਟ 'ਚ ਕਰਨਾ ਉਹਨਾਂ ਚੰਗਾ ਮੈਂ ਸਰਕਾਰੀ 'ਚ ਕਰੀ ਜਾਵਾਂ, ਫਰਕ ਹੀ ਪੈਂਦਾ। ਜੇ ਅਗਲਾ ਆ ਕੇ ਵੀ ਕੀ ਰੇਟ ਆ ਜੀ, ਅਗਲਾ ਕਹਿੰਦਾ 10%, ਉਹ ਕਹਿੰਦਾ ਇੱਧਰ ਆਓ ਭਾਈ ਤੁਹਾਨੂੰ 6% ਨਾ ਦਵਾਈਏ। ਹੁਣ 10 ਦੀ ਬਜਾਏ ਇਹਨੂੰ 6% ਨਾਲ ਕਰਜ਼ਾ ਮਿਲ ਜਾਣਾ, ਉਹ ਕਿਉਂ ਨਾ ਲਊਗਾ। ਗੱਲ ਸਿਰਫ ਇੰਨੀ ਹੈ ਕਿ ਵੀ ਦੱਸਣ ਦੀ। ਚਲੋ ਇਹ ਸਾਰਾ ਕੁਝ ਅਜੇ ਉਹ ਗੱਲਾਂ ਨੇ ਜਿਹੜੀਆਂ ਅਜੇ ਸ਼ੁਰੂਆਤ ਦੀਆਂ ਗੱਲਾਂ ਨੇ। ਆਪਾਂ ਤਾਂ ਕਿਸੇ ਵੇਲੇ ਐਂ ਗੱਲ ਕਰਨ ਲੱਗ ਪੈਂਦੇ ਜਿੱਦਾਂ ਕਿਸੇ ਵੇਲੇ ਲੀਡਰ ਨੇ ਇਹਨਾਂ ਕੋਲੋਂ ਕੁਝ ਨਹੀਂ ਹੋਣਾ, ਇਹ ਫੇਲ ਹੋ ਗਈ ਹੈ ਸਰਕਾਰ। ਇਹ ਮੈਂ ਨਹੀਂ ਕਹਿੰਦਾ, ਇਹ ਅਸ਼ਵਨੀ ਸ਼ਰਮਾ ਸਾਹਿਬ ਕਹਿੰਦੇ ਆ। ਅੱਛਾ, ਬਕਾਇਦਾ ਚਿੱਠੀ ਲਿਖੀ ਉਹਨਾਂ ਨੇ ਗ੍ਰਹਿ ਮੰਤਰੀ ਸਾਹਿਬ ਨੂੰ। ਉਹ ਕਹਿੰਦੇ ਮਹਾਰਾਜ ਇਹ ਸਰਕਾਰ ਫੇਲ ਹੋ ਗਈ ਹੈ, ਇਹ ਸਰਕਾਰ ਅਸੀਂ ਤੁਹਾਨੂੰ ਕੀ ਦੱਸੀਏ ਜੀ, ਵੀ ਇਹਨਾਂ ਨੇ ਕੰਮ ਹੀ ਫੜ ਲਿਆ ਵੀ ਇਹਦੇ ਵੀ ਗਿੱਟੇ ਛਾਂਗਣੇ ਆ, ਉਹਦੇ ਵੀ ਗਿੱਟੇ ਛਾਂਗਣੇ, ਦੇ ਪੁਲਿਸ ਇਹਨਾਂ ਨੇ ਇਸੇ ਕੰਮ ਤੇ ਰੱਖ ਲਿਆ ਵੀ ਜਿਹੜਾ ਕਿਹੜਾ ਵੀ ਸਿਆਸੀ ਵਿਰੋਧੀ ਹੈ ਉਹਦੇ ਦੁਆਲੇ ਹੋ ਜਾਓ ਬਸ। ਤੇ ਸਿਰਫ ਇਹ ਇੱਕ ਦੂਸਰੇ ਦੇ ਨਾਲ ਕਿਹੜਾ ਕੱਢਣ ਵਾਲੇ ਪਾਸੇ ਤੁਰ ਪਿਆ। ਅਸੀਂ ਆਪ ਜੀ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਵੀ ਇਹਨਾਂ ਦਾ ਥੋੜ੍ਹਾ ਜਿਹਾ ਖਿਆਲ ਰੱਖੋ ਮਹਾਰਾਜ। ਨਹੀਂ ਦੇਖੋ, ਚਿੱਠੀਆਂ ਤਾਂ ਹੁਣ ਪਿਛਲੇ ਸਮੇਂ 'ਚ ਬਹੁਤ ਲਿਖ ਹੋਈਆਂ। ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇੱਕ ਚਿੱਠੀ ਲਿਖੀ, ਇੱਧਰੋਂ ਭਗਵੰਤ ਮਾਨ ਸਾਹਿਬ ਨੇ ਵੀ ਕਈ ਵਾਰੀ ਸੁਨੇਹੇ ਭੇਜੇ ਸੀ BBMB ਦੇ ਮੁੱਦੇ ਤੇ, ਚੰਡੀਗੜ੍ਹ ਦੇ ਮੁੱਦੇ ਤੇ। ਚਲੋ ਅਸ਼ਵਨੀ ਸ਼ਰਮਾ ਸਾਹਿਬ ਨੇ ਵੀ ਚਿੱਠੀ ਲਿਖ ਦਿੱਤੀ ਤਾਂ ਬਹੁਤ ਸੋਹਣਾ ਕੀਤਾ। ਪਰ ਆ ਜਿਹੜੀ ਨਾ, ਕਿਉਂਕਿ ਮੇਰਾ ਖਿਆਲ ਆ 20-21 ਤਰੀਕ ਨੂੰ ਹੀ ਸੰਧਾਲੀਆ ਸਾਹਿਬ ਮੰਤਰੀ ਮੰਡਲ ਦਾ ਗਠਨ ਹੋਇਆ ਸੀ। ਭਗਵੰਤ ਮਾਨ ਸਾਹਿਬ ਨੇ 16 ਨੂੰ ਸਹੁੰ ਚੁੱਕੀ ਸੀ ਪਿਛਲੇ ਮਹੀਨੇ, ਬਾਕੀ ਮੰਤਰੀ ਤਾਂ ਮੇਰੇ ਖਿਆਲ 20-21 ਤਰੀਕ ਨੂੰ ਉਹਨਾਂ ਨੇ ਥਾਪੇ ਸੀ। ਫਿਰ 1-2 ਦਿਨ ਬਾਅਦ ਉਹਨਾਂ ਨੇ ਜਾ ਕੇ ਕੰਮ ਕਰ ਸਾਂਭਿਆ ਸੀ। ਮਹੀਨਾ ਇੱਕ ਹੀ ਹੋਇਆ, ਤੇ 1 ਮਹੀਨੇ ਦੇ ਵਿੱਚ ਜਿੱਦਾਂ ਐ ਸਰਟੀਫਿਕੇਟ ਕੱਟ ਕੇ ਦੇਤਾ ਨਾ ਕਿ ਫੇਲ ਸਰਕਾਰ। ਕਈ ਵਾਰੀ ਚੀਜ਼ ਲੈਣੀ ਨਹੀਂ ਹੁੰਦੀ, ਰੁਪਈਆ ਟਕਾ ਜੇਬ 'ਚ ਨਹੀਂ ਹੁੰਦਾ, ਦੁਕਾਨ ਦੇ ਆ ਕੇ ਹਾਂ ਖਰੀ ਨਹੀਂ, ਨਿੰਬੂ ਨਹੀਂ ਠੀਕ, ਖਰੇ ਨਹੀਂ, ਥੋੜ੍ਹੇ ਸੁੱਕੇ ਲੱਗਦੇ, ਰਸਾ ਨਹੀਂ ਹੋਣਾ। ਹੁਣ ਤਾਂ ਦੁਕਾਨਦਾਰ ਵੀ ਨਿੰਬੂ 'ਚ ਨਹੁੰ ਨਹੀਂ ਮਾਰ ਦਿੰਦਾ, 400 ਨੂੰ ਕਿਲੋ ਆ, ਨਹੀਂ ਤਾਂ ਅੱਗੇ ਆਮ ਤੌਰ 'ਤੇ ਪਹਿਲਾਂ ਨਿੰਬੂ ਚੱਕ ਕੇ 'ਚ ਨਹੁੰ ਮਾਰ ਕੇ ਦੇਖਣਾ, ਖੁੱਬਦਾ ਹੀ। ਇਸ ਕਰਕੇ ਠੀਕ ਹੈ, ਸਰਕਾਰ ਦੇ ਆ ਕੁਝ ਫੇਲੀਅਰ ਵੀ ਹੋ ਸਕਦੇ ਆ, ਪਰ ਇਦਾਂ ਤਾਂ ਨਹੀਂ ਕਿ ਕੋਈ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਗਈ ਤੇ ਪੂਰੀ ਤਰ੍ਹਾਂ ਪਾਸ ਹੋ ਗਈ। ਭੋਰਾ ਕੁ ਸਮਾਂ ਦੇ ਹੀ ਦੇਣਾ ਚਾਹੀਦਾ। ਹਾਂ, ਜੇ ਕੋਈ ਵੱਡਾ ਕਾਂਡ ਹੁੰਦਾ ਹੈ, ਜੇ ਕੋਈ ਵੱਡਾ ਨੁਕਸਾਨ ਹੁੰਦਾ ਹੈ, ਬਿਲਕੁਲ ਸਰਕਾਰ ਲੀਹਾਂ ਤੋਂ ਥੜਕੀ ਜਾਂਦੀ ਹੈ, ਫਿਰ ਠੀਕ ਹੈ। ਚਿੱਠੀਆਂ ਲਿਖੀਆਂ ਉਹਨਾਂ ਨੇ ਆਪਣੇ, ਦੇਖੋ ਚਿੱਠੀ ਲਿਖੀ ਆ ਤਾਂ ਆਪਾਂ ਖਬਰ ਕੀਤੀ ਆ ਨਾ, ਤੇ ਜਦੋਂ ਹੈ ਨਾ ਚੰਗੀ ਗੱਲ ਹੈ। ਦੇਖੋ ਆਪਾਂ ਤਾਂ ਵਾਰ-ਵਾਰ ਬੇਨਤੀ ਕਰਦੇ ਹਾਂ ਵੀ ਜਿੰਨੀਆਂ ਵਿਰੋਧੀ ਧਿਰਾਂ ਨੇ ਉਹ ਜਿੰਨੀਆਂ ਕਾਇਮ ਰਹਿਣਗੀਆਂ ਉਹਨਾਂ ਚੰਗਾ, ਉਹਨਾਂ ਪੰਜਾਬ ਲੀਹ ਤੇ ਰਹੂਗਾ। ਕਿਉਂਕਿ ਜਿੱਦਣ ਇਹ ਸੁਸਤ ਹੋ ਗਏ ਉਦੋਂ ਅਗਲੇ ਨੇ ਕਹਿਣਾ ਵੀ ਕੋਈ ਗੱਲ ਨਹੀਂ, ਹੁਣ ਨਹੀਂ ਕੋਈ ਪੁੱਛਦਾ। ਕਿਉਂਕਿ ਆਮ ਲੋਕਾਂ ਤੱਕ ਤੇ ਗੱਲ ਬਾਅਦ 'ਚ ਪਹੁੰਚਦੀ ਆ, ਜਿਨ੍ਹਾਂ ਨੇ ਇਹਨੇ ਦਹਾਕੇ ਸਰਕਾਰਾਂ ਹੰਢਾਈਆਂ, ਜਿਨ੍ਹਾਂ ਨੂੰ ਪਤਾ, ਜਿਨ੍ਹਾਂ ਨੇ ਹੱਥੀਂ ਅਫਸਰ ਲਾਏ, ਹੱਥੀਂ ਦਫ਼ਤਰ ਬਣਾਏ,
ਉਹਨਾਂ ਨੂੰ ਤੇ ਉਸੇ ਵੇਲੇ ਤਾਰ ਖੜਕ ਜਾਂਦੀ ਹੋਣੀ ਵੀ ਮਹਾਰਾਜ ਇੱਧਰੋਂ ਅੱਜ ਥੋੜ੍ਹਾ ਜਿਹਾ ਸੱਜੇ ਖੱਬੇ ਹੋਇਆ ਜੇ ਕੰਮ, ਨਾਲ ਹੀ ਅਗਲੇ ਦਿਨ ਰੌਲਾ ਪਾਓ, ਲੋਕਾਂ ਨੂੰ ਪਤਾ ਲੱਗੇ ਵੀ ਹਾਂ ਬਈ ਹੋਇਆ ਹੀ। ਨਹੀਂ ਜ਼ਰੂਰੀ ਹੈ ਜੀ। ਇੱਦਾਂ ਹੀ ਜਿੱਦਾਂ ਇੱਧਰੋਂ ਚਿੱਠੀ ਦਿੱਲੀ ਨੂੰ ਗਈ ਹੈ, ਇੱਕ ਹੋਰ ਚਿੱਠੀ ਦਿੱਲੀ ਨੂੰ ਗਈ ਹੈ, ਪਰ ਇਹ ਪਹਿਲੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਨੂੰ ਗਈ ਸੀ, ਦੂਜੀ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਗਈ ਹੈ। ਪ੍ਰੋਫੈਸਰ ਭੁੱਲਰ ਸਾਹਿਬ ਜੇਲ੍ਹ 'ਚ ਨੇ, ਸਜ਼ਾ ਪੂਰੀ ਕਰ ਚੁੱਕੇ ਆ, ਰਿਹਾਈ ਦੀ ਮੰਗ ਕਈ ਵਾਰੀ ਹੋਈ, ਕਈ ਵਾਰੀ ਲੱਗਦਾ ਹੁੰਦਾ ਸੀ ਕਿ ਕੰਮ ਲੱਗ ਗਈ ਹੈ। ਸੁਖਬੀਰ ਸਿੰਘ ਬਾਦਲ ਸਾਹਿਬ ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਨੇ ਤੇ ਹੁਣ ਪੰਥਕ ਮੁੱਦਿਆਂ ਦੇ ਵੱਲ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਮੋੜਾ ਕੱਟ ਰਿਹਾ। 20 ਸਾਲ ਪਹਿਲਾਂ ਪੰਜਾਬੀਅਤ ਵੱਲ ਮੋੜਾ ਕੱਟ ਰਿਹਾ ਸੀ ਕਿ ਪਾਰਟੀ ਦਾ ਸਰੂਪ ਪੰਥਕ ਤੋਂ ਪੰਜਾਬੀਅਤ ਦਾ ਕਰੋ ਤਾਂ ਜੋ ਸਾਰਿਆਂ ਦੀਆਂ ਵੋਟਾਂ ਮਿਲਣ, ਤਾਂ ਜੋ ਪੂਰਾ ਸਮਾਂ ਤੇ ਲਗਾਤਾਰ ਸਰਕਾਰ ਚਲਾਈ ਜਾ ਸਕੇ। ਉਹ ਪੰਥਕ ਮੁੱਦਿਆਂ ਤੋਂ ਪੰਜਾਬੀਅਤ ਦੇ ਮੁੱਦਿਆਂ ਵੱਲ ਮੋੜੇ ਦੇ ਕਰਕੇ ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਕਿ ਅਕਾਲੀ ਦਲ 25 ਸਾਲ ਰਾਜ ਕਰੂਗਾ। 10 ਸਾਲ ਕੀਤਾ ਵੀ, ਐਸੀ ਗੱਲ ਨਹੀਂ, 60% ਸਮਾਂ ਉਹਦੇ ਵਿੱਚੋਂ ਕੱਢ ਵੀ, 40% ਸਮਾਂ ਕੱਢ ਵੀ ਦਿੱਤਾ, ਪਰ ਹੁਣ ਫਿਰ ਦੇਖਿਆ ਕਿ ਭਾਈ ਮੂਲ ਵੋਟ ਬੈਂਕ ਹੀ ਨਾ ਕਿਤੇ ਜਾਂਦਾ ਰਹੇ। ਤੁਸੀਂ ਇਹ ਦੇਖੋ ਕਿ ਇੰਨੀ ਛੇਤੀ ਨਹੀਂ ਸੀ ਕਦੇ ਚਿੱਠੀਆਂ ਲਿਖੀਆਂ ਗਈਆਂ। ਬੀਬੀ ਹਰਸਿਮਰਤ ਕੌਰ ਬਾਦਲ ਪਾਰਲੀਮੈਂਟ ਦੇ ਵਿੱਚ ਮੁੱਦਾ ਚੱਕਦੇ ਆ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਕਰੋ। ਇਹਦੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖਦੇ ਆ ਕਿ ਤੁਸੀਂ ਨਿੱਜੀ ਦਖਲ ਦਿਓ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰੋ। ਜੇ ਰਵਨੀਤ ਸਿੰਘ ਬਿੱਟੂ ਸਾਹਿਬ ਵਿਰੋਧਤਾ ਕਰਦੇ ਆ ਤਾਂ ਵਿਰਸਾ ਸਿੰਘ ਬਲਟੋਆ ਹੋਰੀ ਬੋਲਦੇ ਆ, 7-8 ਉਦਾਹਰਨਾਂ ਦਿੰਦੇ ਆ ਕਿ ਭਾਈ ਜੀ ਉਹ ਛੱਡੇ ਜਾ ਸਕਦੇ, ਉਹ ਛੱਡੇ ਜਾ ਸਕਦੇ, ਉਹ ਛੱਡੇ ਜਾ ਸਕਦੇ, ਇਹਨਾਂ ਨੂੰ ਕਿਉਂ ਨਹੀਂ। ਤੇ ਅਕਾਲੀ ਦਲ ਲਗਾਤਾਰ ਦੋਸ਼ ਲਾਉਂਦਾ ਸੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਰਿਹਾ ਨਹੀਂ ਕਰਦੀ, ਕਮੇਟੀ 'ਚ ਬਹੁਤੇ ਬੰਦੇ ਉਹਨਾਂ ਦੇ ਨੇ, ਉਹਨਾਂ ਨੇ ਫੈਸਲਾ ਕਰਨਾ। ਹੁਣ ਅਰਵਿੰਦ ਕੇਜਰੀਵਾਲ ਨੂੰ ਵੀ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਚਿੱਠੀ ਲਿਖਤੀ ਕਿ ਭਾਈ ਤੁਸੀਂ ਵੀ ਨਿੱਜੀ ਦਖਲ ਦਿਓ, ਨਿੱਜੀ ਇੰਟਰਸਟ ਦਿਖਾਓ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਕਰਾਓ। ਹੁਣ ਲਗਾਤਾਰ ਚਿੱਠੀਆਂ ਤੇ ਦਿੱਲੀ ਜਾ ਕੇ ਜਿਸ ਤਰੀਕੇ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਸੀ ਕਿ ਸਿੱਖਾਂ ਦੀ ਨੁਮਾਇੰਦਾ ਜਮਾਤ ਤਾਂ ਇਹੀ ਹੈ, ਸਿੱਕਮ 'ਚ, ਮਣੀਪੁਰ 'ਚ, ਯੂਪੀ 'ਚ, ਵਿਦੇਸ਼ਾਂ 'ਚ ਕਿਤੇ ਵੀ ਕਹਿੰਦੇ ਸਿੱਖ ਭਾਈਚਾਰੇ ਤੇ ਆਫਤ ਪਵੇ ਉਹ ਸਭ ਤੋਂ ਪਹਿਲਾਂ ਅਕਾਲੀ ਦਲ ਨੂੰ ਸੂਚਿਤ ਕਰਦੇ ਆ, ਉਧਰਲੇ ਪਾਸਿਓਂ ਆਸਰੇ ਦੀ ਉਮੀਦ ਕਰਦੇ ਆ। ਇਸ ਕਰਕੇ ਭਾਈ ਪਾਰਟੀ ਨੂੰ ਮਜ਼ਬੂਤ ਕਰੋ। ਪੰਥਕ ਮੁੱਦਿਆਂ ਵੱਲ ਅਕਾਲੀ ਦਲ ਦਾ ਪਰਤਣਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਕਿੰਨਾ ਕੁ ਸਹਾਇਕ ਸਿੱਧ ਹੋਊਗਾ, ਸਮਾਂ ਆਉਣ ਵਾਲਾ ਦੱਸੋ। ਨਾਲੇ ਹੁਣ ਇਹ ਵੀ ਆ ਕਿ ਇਹ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਵਾਲਾ ਮਸਲਾ ਤੇ ਜਮਾਂ ਇਲੈਕਸ਼ਨਾਂ ਦੇ ਉੱਪਰ ਵੀ ਚੱਲਦਾ ਪਿਆ ਸੀ ਨਾ। ਉਦੋਂ ਕਿਉਂ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਉਹ ਜਿਹੜਾ ਇੱਕ ਬੋਰਡ ਹੈ ਜੀ, ਸਜ਼ਾ ਸਮੀਖਿਆ ਬੋਰਡ, ਜਿਹਦੀ ਮੀਟਿੰਗ ਵੀ ਹੋਈ, ਐਂਡ ਉਦੋਂ ਆਸ ਵੀ ਵੱਜ ਗਈ ਸੀ ਵੀ ਆਹ ਲਓ ਜੀ ਸ਼ਾਇਦ ਅੱਜ ਉਹ ਗੱਲ ਬਣ ਜਾਵੇ। ਸਵੇਰ ਲਾਈਵ ਹੋ ਕੇ ਮਨਜਿੰਦਰ ਸਿੰਘ ਸਿਰਸਾ ਸਾਹਿਬ ਨੇ ਕਹਿ ਵੀ ਦਿੱਤਾ ਸੀ ਲਓ ਜੀ ਵੀ ਅੱਜ ਉਹ ਮੀਟਿੰਗ ਹੋ ਜਾਣੀ, ਅੱਜ ਰਿਹਾਈ ਹੋ ਜਾਣੀ ਆ। ਪਰ ਅਚਾਨਕ ਤੋਂ ਸਜ਼ਾ ਸਮੀਖਿਆ ਬੋਰਡ ਦੇ ਵਿੱਚ ਸਹਿਮਤੀ ਨਹੀਂ ਬਣੀ, ਉਹਨਾਂ ਦੀ ਰਿਹਾਈ ਨਹੀਂ ਹੋ ਸਕੀ, ਪਰ ਉਹ ਮਸਲਾ ਸਟਿਲ ਚੱਲ ਰਿਹਾ। ਦੂਜੀ ਗੱਲ ਮੈਨੂੰ ਲੱਗਦਾ ਇਸ ਕਰਕੇ ਵੀ ਕਿਤੇ ਨਾ ਕਿਤੇ ਅਕਾਲੀ ਦਲ ਹੁਣ ਮੋੜਾ ਕੱਟ ਰਿਹਾ ਪੰਥਕ ਮੁੱਦਿਆਂ ਵਾਲੇ ਪਾਸੇ ਕਿ ਜਿਹੜੀ ਦਿੱਲੀ ਇਕਾਈ ਆ ਉਹ ਆਪਣੇ ਆਪ 'ਚ ਇੰਡੀਪੈਂਡੈਂਟ ਹੋ ਗਈ। ਉਹਦੇ ਵਿੱਚੋਂ ਜੇ ਆਪਾਂ ਸਿਰਸਾ ਸਾਹਿਬ ਦੀ ਗੱਲ ਕਰੀਏ ਤਾਂ ਉਹ ਬੀਜੇਪੀ ਚੱਲ ਗਏ, ਜੇ ਆਪਾਂ ਕਾਲਕਾ ਸਾਹਿਬ ਦੀ ਗੱਲ ਕਰੀਏ ਉਹਨਾਂ ਨੇ ਵੱਖਰਾ ਅਕਾਲੀ ਦਲ ਬਣਾ ਲਿਆ, ਤੇ ਜੇ ਆਪਾਂ ਲੰਘੇ ਕੱਲ੍ਹ ਦੀ ਗੱਲ ਕਰ ਲਈਏ 2 ਦਿਨ ਦਿੱਲੀ ਦੇ ਵਿੱਚ ਲਾਲ ਕਿਲ੍ਹੇ 'ਚ ਬਹੁਤ ਵੱਡਾ ਸਮਾਗਮ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਦਾ। ਉੱਥੇ ਗ੍ਰਹਿ ਮੰਤਰੀ ਸਾਹਿਬ ਜਾਂਦੇ ਆ, ਪ੍ਰਧਾਨ ਮੰਤਰੀ ਸਾਹਿਬ ਜਾਂਦੇ ਆ, ਐਂਡ ਉਹਨਾਂ ਦੇ ਨਾਲ ਜੇ ਕੋਈ ਬੰਦੇ ਹੋਰ ਹੁੰਦੇ ਨੇ ਜਿਹੜੇ ਕਿ ਪਹਿਲਾਂ, ਜਿਹਨਾਂ ਨੂੰ ਪੰਜਾਬੀ ਵੈਸੇ ਤਾਂ ਬਾਕੀਆਂ ਨੂੰ ਬਹੁਤਾ ਨਹੀਂ ਜਾਣਦੇ ਕਿਉਂਕਿ ਉਹ ਉੱਥੋਂ ਦੇ ਸੀਗੇ, ਪਰ ਜਿਹੜੇ ਬੰਦਿਆਂ ਨੂੰ ਪਹਿਲਾਂ ਲੋਕ ਅਕਾਲੀ ਦਲ ਦੇ ਰੂਪ 'ਚ ਜਾਣਦੇ ਰਹੇ, ਚਾਹੇ ਉਹ ਸਿਰਸਾ ਸਾਹਿਬ ਹੋਣ ਚਾਹੇ ਕਾਲਕਾ ਸਾਹਿਬ ਹੋਣ, ਉਹ ਬੰਦੇ ਉੱਥੇ ਦੋਵੇਂ ਮੌਜੂਦ ਸੀਗੇ ਪ੍ਰਧਾਨ ਮੰਤਰੀ ਉਹਦੇ ਨਾਲ, ਪਰ ਅਕਾਲੀ ਦਲ ਦੇ ਨਹੀਂ ਸੀ। ਪਰ ਅਕਾਲੀ ਦਲ ਦੇ ਨਹੀਂ ਸੀ। ਇਹ ਇੱਕ ਜਿਹੜੀ ਚੇਂਜ ਆਈ ਆ, ਹੋ ਸਕਦਾ ਇਹ ਵੀ ਇੱਕ ਕਾਰਨ ਹੋਵੇ ਜਿਹਦਾ ਕਰਕੇ ਲੱਗਿਆ ਹੋਵੇ ਅਕਾਲੀ ਦਲ ਨੂੰ ਵੀ ਇਹ ਨਾ ਹੋਵੇ ਵੀ ਆਪਾਂ ਸਾਰੇ ਪਾਸਿਓਂ ਪਛੜ ਜਾਈਏ, ਵੀ ਆਪਣੇ ਹੀ ਬੰਦਿਆਂ ਨੂੰ ਆਪਣੇ ਤੋਂ ਹੀ ਤੋੜ ਕੇ ਅਗਲਿਆਂ ਨੇ ਆਪਣੇ ਹਿਸਾਬ ਨਾਲ ਅੱਗੇ ਲਾ ਲਿਆ। ਤੇ ਹੁਣ ਸਰਕਾਰ ਵੀ ਸੈਂਟਰ 'ਚ ਹੈ, ਸੁੱਖ ਨਾਲ ਜਿਹੜੇ ਸਟੇਟਾਂ ਦੇ ਮੁੱਦਿਆਂ ਦੀ ਇਹ ਗੱਲ ਕਰਦੇ ਨੇ ਜਾਂ ਅਕਾਲੀ ਦਲ ਗੱਲ ਕਰਦਾ, ਉਹਨਾਂ ਦੀ ਗੱਲ ਉਹ ਵੀ ਕਰਦੇ ਆ। ਈਵਨ ਸਿਰਸਾ ਸਾਹਿਬ ਤਾਂ ਉਦੋਂ ਕਹਿੰਦੇ ਸੀ ਵੀ ਮੈਂ ਤਾਂ ਆਇਆ ਹੀ ਬੀਜੇਪੀ 'ਚ ਇਸ ਕਰਕੇ ਮੈਂ ਤਾਂ ਮਸਲੇ ਹੀ ਸਾਰੇ ਹੱਲ ਕਰਾਉਣੇ ਆ, ਕਿਉਂਕਿ ਇਹ ਤੋਂ ਵਧੀਆ ਤਾਂ ਹੱਲ ਹੋ ਹੀ ਨਹੀਂ ਸਕਦੇ ਕਿਤੇ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਹੈਗੀ, ਅੱਗੇ ਕੋਈ ਵੀ ਦੇਸ਼ ਭਰ ਦੇ ਵਿੱਚ ਜਾਂ ਵਿਦੇਸ਼ਾਂ ਦੇ ਵਿੱਚ ਕੋਈ ਸਿੱਖ ਭਾਈਚਾਰੇ ਦਾ ਮਸਲਾ ਉਤਪੰਨ ਹੁੰਦਾ ਸੀ, ਸ਼੍ਰੋਮਣੀ ਅਕਾਲੀ ਦਲ ਦੇ ਕੋਲ ਹੀ ਦਿੱਲੀ ਕਮੇਟੀ ਸੀ, ਸ਼੍ਰੋਮਣੀ ਅਕਾਲੀ ਦਲ ਦੇ ਕੋਲ ਹੀ ਸ਼੍ਰੋਮਣੀ ਕਮੇਟੀ ਸੀ। ਅਕਾਲੀ ਦਲ ਦਾ ਵਫਦ ਚਲੇ ਜਾਣਾ, ਦਿੱਲੀ ਕਮੇਟੀ ਦਾ ਵਫਦ ਚਲੇ ਜਾਣਾ, ਸ਼੍ਰੋਮਣੀ ਕਮੇਟੀ ਦਾ ਵਫਦ ਚਲੇ ਜਾਣਾ, ਉਹ ਸਾਰੇ ਵਫਦ ਅਕਾਲੀਆਂ ਦੇ ਹੁੰਦੇ ਸੀ। ਹੁਣ ਤੁਸੀਂ ਦੇਖੋ ਕਿ ਬਦਲ ਪੈਦਾ ਹੋ ਗਿਆ। ਭਲਕ ਨੂੰ ਦੇਸ਼ ਦੇ ਕਿਸੇ ਹੋਰ ਸੂਬੇ ਦੇ ਵਿੱਚ ਕੋਈ ਮੁਸੀਬਤ, ਕੋਈ ਮੁੱਦਾ ਖੜਾ ਹੋਵੇ ਤਾਂ ਫਿਰ ਹੋ ਸਕਦਾ ਕਿ ਦਿੱਲੀ ਕਮੇਟੀ ਦਾ ਵਫਦ ਸਭ ਤੋਂ ਪਹਿਲਾਂ ਚੱਲ ਜਾਏ, ਉਹ ਸਭ ਤੋਂ ਪਹਿਲਾਂ ਉੱਥੇ ਵੀ ਚੱਲ ਜਾਏ, ਸਭ ਤੋਂ ਪਹਿਲਾਂ ਜਾ ਕੇ ਕੇਂਦਰ ਸਰਕਾਰ ਦੇ ਕਿਸੇ ਮਿਨਿਸਟਰ ਸਾਹਿਬ ਨੂੰ ਵੀ ਮਿਲ ਲੈਣ ਤੇ ਮਿਨਿਸਟਰ ਸਾਹਿਬ ਉਹਨਾਂ ਨਾਲ ਬਿਠਾ ਕਹਿਣ ਜੀ ਇਹਨਾਂ ਨੇ ਸਾਡੇ ਕੋਲੇ ਮੁੱਦਾ ਲਿਆਂਦਾ ਸੀ, ਆਹ ਅਸੀਂ ਹੱਲ ਕੀਤਾ। ਜਾਣੀ ਅੱਗੇ ਇੱਕੋ ਇੱਕ ਪ੍ਰਤੀਨਿਧ ਸੀ ਅਕਾਲੀ ਦਲ, ਹੁਣ ਪੰਥਕ ਮੁੱਦਿਆਂ ਦੇ ਵੱਲ ਮੋੜਾ। ਤੁਹਾਡੀ ਗੱਲ ਠੀਕ ਹੈ, ਇਸ ਕਰਕੇ ਵੀ ਹੋ ਸਕਦਾ ਕਿ ਭਾਈ ਸਿਰਸਾ ਸਾਹਿਬ ਅੱਗੇ ਬੈਠੇ ਹੁੰਦੇ ਸੀ, ਉੱਥੇ ਅਕਾਲੀ ਦਲ ਦੇ ਨੁਮਾਇੰਦੇ ਹੁੰਦੇ ਸੀ, ਕਾਲਕਾ ਸਾਹਿਬ ਬੈਠੇ ਹੁੰਦੇ ਸੀ, ਅਕਾਲੀ ਦਲ ਦੇ ਨੁਮਾਇੰਦੇ ਹੁੰਦੇ ਸੀ। ਹੁਣ ਉਹ ਬੈਠੇ ਤਾਂ ਹੈਗੇ ਪਰ ਅਕਾਲੀ ਦਲ ਦੇ ਨਹੀਂ, ਪਰ ਦਿੱਲੀ ਕਮੇਟੀ ਉਹਨਾਂ ਦੇ ਕੋਲ ਹੈ। ਤੇ ਭਲਕ ਨੂੰ ਇਦਾਂ ਥੋੜ੍ਹੀ ਹੋ ਸਕਦਾ ਜੇ ਇੱਕ ਪਾਸੇ ਐਸਜੀਪੀਸੀ ਦਾ ਵਫਦ ਹੋਵੇ, ਦੂਜੇ ਪਾਸੇ ਦਿੱਲੀ ਕਮੇਟੀ ਦਾ, ਪਰ ਹੁਣ ਅਕਾਲੀਆਂ ਦੇ ਨਹੀਂ ਹੋਣਗੇ, ਵੱਖੋ ਵੱਖਰੇ ਹੋਣਗੇ।
ਨਹੀਂ ਤਾਂ ਹੈ। ਹੁਣ ਦੇਖੋ ਪ੍ਰਧਾਨ ਮੰਤਰੀ ਸਾਹਿਬ ਨਾਲ ਮੈਂ ਜਦੋਂ ਆਉਂਦੇ ਨੇ ਉੱਥੇ ਲਾਲ ਕਿਲ੍ਹਾ ਪਹੁੰਚਦੇ ਆ, 3-4 ਜਿਹੜੇ ਨਾਲ ਚਿਹਰੇ ਸੀ ਉਹਨਾਂ ਦੇ ਵਿੱਚੋਂ ਮੈਂ ਹੁਣ ਗਿਣ ਕੇ ਹਿਸਾਬ ਲਾਉਂਦਾ ਸੀ ਵੀ 3 ਚਿਹਰੇ ਤਾਂ ਬੀਜੇਪੀ ਦੇ ਨੇ। ਹਰਦੀਪ ਸਿੰਘ ਪੁਰੀ ਸਾਹਿਬ ਉਹ ਵੀ ਬੀਜੇਪੀ ਦੇ, ਲਾਲਪੁਰਾ ਸਾਹਿਬ ਵੀ ਬੀਜੇਪੀ ਦੇ, ਸਿਰਸਾ ਸਾਹਿਬ ਵੀ ਬੀਜੇਪੀ ਦੇ। ਹਾਂ, ਕਾਲਕਾ ਸਾਹਿਬ ਨਾਲ ਵੱਖਰੇ ਸੀਗੇ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਪਹਿਲਾਂ ਕੀ ਤਸਵੀਰ ਹੁੰਦੀ ਸੀ ਤੇ ਹੁਣ ਕੀ ਤਸਵੀਰ ਹੈ। ਇਹ ਜਿਹੜੀ ਇੱਕ ਚੇਂਜ ਆ, ਇਹ ਚੇਂਜ ਅਜੇ ਤੇ ਹੋ ਸਕਦਾ ਵੀ ਸ਼ੁਰੂਆਤ ਲੱਗਦੀ, ਕੱਲ੍ਹ ਨੂੰ ਰੱਬ ਜਾਣੇ ਕਿੱਥੋਂ ਤੱਕ ਪਹੁੰਚਣੀ ਹੈ ਇਹ। ਨਹੀਂ, ਦੂਰ ਤੱਕ ਜਾਊਗੀ। ਸ਼੍ਰੋਮਣੀ ਅਕਾਲੀ ਦਲ ਇਸ ਗੱਲ ਨੂੰ ਲੈ ਵੀ ਗੰਭੀਰਤਾ ਨਾਲ ਰਿਹਾ ਕਿ ਸਾਨੂੰ ਔਖ ਹੋ ਸਕਦੀ ਹੈ। ਬਾਕੀ ਸੰਧਾਲੀਆ ਸਾਹਿਬ, ਗੁਰਮੀਤ ਰਾਮ ਰਹੀਮ ਦੀ ਮੁਸੀਬਤ ਫੇਰ ਵਧੀ ਹੈ। ਬਾਜਾਖਾਨਾ ਥਾਣੇ ਦੇ ਵਿੱਚ 2 ਪਰਚੇ ਦਰਜ ਸੀ। ਫਰੀਦਕੋਟ ਦੀ ਅਦਾਲਤ ਦੇ ਵਿੱਚ SIT ਨੇ ਜਾ ਕੇ ਕਿਹਾ ਜੀ ਪ੍ਰੋਡਕਸ਼ਨ ਵਾਰੰਟ ਚਾਹੀਦਾ ਗੁਰਮੀਤ ਰਾਮ ਰਹੀਮ ਦਾ। ਜਾਂਚ ਪੜਤਾਲ ਕਰ ਲਈ ਹੈ, ਪਰਚਾ ਦਰਜ ਹੈ, ਪੁੱਛਗਿੱਛ ਉਹਦੇ ਤੋਂ ਕਰਨੀ ਹੈ। ਜਿੰਨੀ ਦੇਰ ਪੁੱਛਗਿੱਛ ਕੀਤੀ ਨਾ ਉਨੀ ਦੇਰ ਕੰਮ ਅੱਗੇ ਨਹੀਂ ਵਧਣਾ। ਫਰੀਦਕੋਟ ਦੀ ਅਦਾਲਤ ਨੇ ਪ੍ਰੋਡਕਸ਼ਨ ਵਾਰੰਟ ਜਾਰੀ ਕਰਤਾ। ਕਹਿੰਦੇ ਜੀ 4 ਮਈ ਤੱਕ ਤੁਸੀਂ ਪੁੱਛੋ, ਗ੍ਰਿਲ ਕਰੋ, ਜਾਣਕਾਰੀਆਂ ਜਿਹੜੀਆਂ ਲੈਣੀਆਂ ਲਓ, ਕੇਸ ਨੂੰ ਅੱਗੇ ਵਧਾਓ। ਹੁਣ 2 ਮਾਮਲਿਆਂ ਦੇ ਵਿੱਚ ਇਕੱਠਾ ਪ੍ਰੋਡਕਸ਼ਨ ਵਾਰੰਟ ਜਾਰੀ ਹੋਇਆ। ਇੱਕ ਤਾਂ ਇਹ ਹੋ ਸਕਦਾ ਕਿ SIT ਜਾਵੇ ਜੇਲ੍ਹ ਦੇ ਵਿੱਚ ਜਾ ਕੇ ਉਹਨਾਂ ਨੂੰ ਕਹੇ, ਉਹ ਕਹਿਣ ਜੀ ਤੁਸੀਂ ਇੱਥੇ ਹੀ ਪੁੱਛ ਲਓ, ਬਾਹਰ ਲਿਜਾਣਾ ਉਹਨਾਂ ਨੂੰ ਖਤਰੇ ਤੋਂ ਖਾਲੀ ਨਹੀਂ ਹੁੰਦਾ। ਕਿਉਂਕਿ ਪਿਛਲੇ ਦਿਨੀ ਪੈਰੋਲ ਦੇ ਉੱਤੇ ਵੀ ਆਏ ਸੀ ਤਾਂ ਘਰ ਦੇ ਮੂਹਰੇ ਕਿੰਨੇ 300 ਬੰਦਾ ਸੀ, ਮੇਰਾ ਖਿਆਲ 100 ਬੰਦਾ 8-8 ਘੰਟੇ ਦੀ ਡਿਊਟੀ ਦਿੰਦਾ ਸੀ ਕਿ ਭਾਈ ਇੱਥੇ ਪੁੱਛਗਿੱਛ ਕਰਨੀ ਤਾਂ ਕਰ ਲਓ। ਤੁਹਾਨੂੰ ਯਾਦ ਹੋਣਾ ਸਭ ਤੋਂ ਪਹਿਲਾਂ ਜਦੋਂ ਪ੍ਰੋਡਕਸ਼ਨ ਵਾਰੰਟ ਜਾਰੀ ਹੋਇਆ ਪੰਜਾਬ ਦੀ ਇੱਕ ਅਦਾਲਤ ਚੋਂ, ਤਾਂ ਕਿਸੇ ਨੇ ਪੁੱਛਗਿੱਛ ਵੀ ਨਹੀਂ ਸੀ ਕਰਨ ਦਿੱਤੀ। ਦੂਜੀ ਵਾਰੀ ਫਿਰ ਪ੍ਰੋਡਕਸ਼ਨ ਵਾਰੰਟ ਜਾਰੀ ਹੋਇਆ ਤਾਂ ਕਹਿੰਦੇ ਸੀ ਕੋਈ ਗੱਲ ਨਹੀਂ, ਅੰਦਰ ਹੀ ਪੁੱਛਗਿੱਛ ਕਰ ਲਓ। ਐਤਕੀ ਫਿਰ ਪ੍ਰੋਡਕਸ਼ਨ ਵਾਰੰਟ ਜਾਰੀ ਹੋਇਆ ਤਾਂ ਪਹਿਲੀ ਗੱਲ ਹੈ ਕਿ ਡੇਰੇ ਵਾਲੇ ਕੋਸ਼ਿਸ਼ ਕਰਨਗੇ ਫਰੀਦਕੋਟ ਦੀ ਅਦਾਲਤ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਕਿ ਭਾਈ ਪ੍ਰੋਡਕਸ਼ਨ ਵਾਰੰਟ ਰੱਦ ਕਰੋ, ਉਹਦਾ ਯਤਨ ਕੀਤਾ ਜਾਊ। ਜੇ ਫਿਰ ਬਿਨਾਂ ਰੱਦ ਹੋਇਆ ਤਾਂ ਫਿਰ ਹੋ ਸਕਦਾ ਹੋਰ ਉੱਪਰਲੀ ਅਦਾਲਤ 'ਚ ਚਲੇ ਜਾਣ। ਜੇ ਫਿਰ ਬਿਨਾਂ ਰੱਦ ਹੋਇਆ ਤੇ ਹੋ ਸਕਦਾ ਫਿਰ ਗੁਰਮੀਤ ਰਾਮ ਰਹੀਮ ਨੂੰ ਕਹਿਣ ਕਿ ਭਾਈ ਇੱਥੇ ਅਦਾਲਤ ਦੇ ਵਿੱਚ ਜੇਲ੍ਹ ਦੇ ਵਿੱਚ ਹੀ, ਰੋਹਤਕ ਦੀ ਸੁਨਾਰੀਆ ਜੇਲ੍ਹ, ਉੱਥੇ ਇੱਕ ਕਮਰੇ ਦਾ ਪ੍ਰਬੰਧ ਹੈਗਾ, ਤੁਸੀਂ ਉੱਥੇ ਪੁੱਛਗਿੱਛ ਕਰ ਲਓ। ਉਹਦੇ ਕੁ ਸਵਾਲਾਂ ਦੇ ਵਿੱਚ ਮਾੜਾ ਮੋਟਾ ਊਆ ਕਰਦਾ ਹੁੰਦਾ ਗੁਰਮੀਤ ਰਾਮ ਰਹੀਮ, ਅੱਧੇ ਕੁ ਸਵਾਲਾਂ ਦੇ ਵਿੱਚ ਚੁੱਪ ਰਹਿੰਦਾ ਹੁੰਦਾ। ਦੇਖਦੇ ਹਾਂ SIT ਕਿੱਥੇ ਕੁ ਜਾਂਦੀ ਹੈ। ਮੈਨੂੰ ਇਹ ਲੱਗਦੀ ਹੈ ਗੱਲ ਵੀ ਸ਼ਾਇਦ ਹੁਣ ਇਸ ਪ੍ਰੋਡਕਸ਼ਨ ਵਾਰੰਟ ਤੇ ਉੱਥੋਂ ਵਾਲੀਆਂ ਜੇਲ੍ਹ ਅਥਾਰਟੀਜ਼ ਉੱਥੇ ਹੀ ਜਾਂਚ ਪੜਤਾਲ ਕਰਨ ਦੀ ਇਜਾਜ਼ਤ ਦੇ ਦੇਣ ਜੀ। ਕਿਉਂਕਿ ਇਹਦੇ ਵਿੱਚ ਵੀ ਇੱਕ ਵਾਰ ਜਦੋਂ SIT ਨੇ ਮੁਲਾਕਾਤ ਕਰਨੀ ਸੀ ਤਾਂ 2 ਵਾਰ ਆਲਰੇਡੀ ਪੁੱਛਗਿੱਛ ਹੋ ਚੁੱਕੀ। ਇਸ ਕਰਕੇ ਹੁਣ ਉਹਨਾਂ ਨੂੰ ਜਾਂਚ ਜੀ ਆ ਗਈ ਹੈ ਜੇਲ੍ਹ ਵਾਲਿਆਂ ਨੂੰ ਵੀ ਇੱਦਾਂ ਜੇ ਨਾ ਕਰਕੇ ਇੱਥੇ ਜੇ ਸੱਦ ਲਈਦਾ ਉਦੋਂ ਬੰਦਾ ਇੱਥੇ ਬਿਠਾ ਦਈਦਾ ਤੇ ਫਿਰ ਉਹ ਸਵਾਲ ਜਵਾਬ ਹੋ ਜਾਂਦੇ। ਹਾਂ, ਬਾਅਦ 'ਚ SIT ਨੂੰ ਜਦੋਂ ਪੁੱਛਿਆ ਜਾਂਦਾ ਵੀ ਹਾਂਜੀ ਤੁਹਾਡੇ ਨਾਲ ਕੀ ਗੱਲ ਹੋਈ, ਤਾਂ ਉਹ ਕਿਉਂਕਿ ਕਹਿੰਦੇ ਵੀ ਅਸੀਂ ਸਾਰਾ ਕੁਝ ਕਿਉਂਕਿ ਅਦਾਲਤ ਨੂੰ ਦੱਸਣਾ, ਕਿਉਂਕਿ ਸਿੱਧੀ ਡਾਇਰੈਕਟ ਅਦਾਲਤ ਦੇ ਅੰਡਰ ਆ ਉਹ, ਇਸ ਕਰਕੇ ਅਸੀਂ ਮੀਡੀਆ ਨਾਲ ਕੋਈ ਗੱਲ ਨਹੀਂ ਕਰਨੀ। ਹੁਣ ਵੀ ਕਿਉਂਕਿ ਜੇ ਪ੍ਰੋਡਕਸ਼ਨ ਵਾਰੰਟ ਪੁਲਿਸ ਦੇ ਕੋਲ ਆ ਤੇ ਹੋ ਸਕਦਾ ਵੀ ਉਹ ਉਸ ਚੀਜ਼ ਦਾ ਹਵਾਲਾ ਦੇ ਦੇਣ ਵੀ ਮਹਾਰਾਜ ਜੇ ਪਹਿਲਾਂ SIT ਪੁੱਛਗਿੱਛ ਕਰ ਸਕਦੀ ਸੀ ਤੇ ਜੇ ਠੀਕ ਆ ਉਹਨੂੰ ਨਹੀਂ ਲਿਆਂਦਾ ਜਾ ਸਕਦਾ, ਸਾਨੂੰ ਉੱਥੇ ਲੈ ਜਾਓ, ਪੁੱਛਗਿੱਛ ਹੀ ਕਰਨੀ ਆ। ਸੰਭਾਵਨਾ ਹੈਗੀ ਆਪਣੀ ਮੁਸੀਬਤ ਵੱਧ ਰਹੀ ਹੈ ਲਗਾਤਾਰ, ਕਿਉਂਕਿ ਵੱਖਰੇ ਵੱਖਰੇ ਕੇਸ ਨੇ, ਕਦੇ ਕਿਸੇ ਦੀ ਤਰੀਕ ਕਦੇ ਕਿਸੇ ਦੀ ਤਰੀਕ। ਤੇ ਸੰਧਾਲੀਆ ਸਾਹਿਬ, ਲੋਕ ਫਿਰ ਪਰੇਸ਼ਾਨ ਨੇ। ਨਹੀਂ, ਲੋਕ ਕਦੋਂ ਪਰੇਸ਼ਾਨ ਨੇ? ਬਿਲਕੁਲ ਪਰੇਸ਼ਾਨ ਨਹੀਂ ਹੈਗੇ। ਨਹੀਂ, ਇਸ ਮੁੱਦੇ ਤੇ ਨਹੀਂ, ਮੁੱਦਾ ਹੋਰ ਹੈ। ਅੱਛਾ। ਮਾਸਕ ਲਾਣਾ ਪੈਣਾ ਇੱਕ ਵਾਰੀ ਫਿਰ ਲੋਕਾਂ ਨੂੰ ਲੱਗਦਾ। ਹੁਣ ਬਹੁਤ ਸਾਰੇ ਲੋਕਾਂ ਦੀਆਂ ਟਿੱਪਣੀਆਂ ਆਉਂਦੀਆਂ ਕਿ ਸਰਕਾਰ ਐਵੇਂ ਡਰਾਈ ਜਾਂਦੀ ਹੈ, ਪਹਿਲਾਂ ਵੀ ਕੋਵਿਡ ਦੇ ਕਰਕੇ ਸਾਨੂੰ ਅੰਦਰ ਹੁੜ ਰੱਖਿਆ, ਕਾਰੋਬਾਰ ਸਾਡੇ ਬੰਦ ਹੋ ਗਏ, ਨੌਕਰੀਆਂ ਕਈਆਂ ਦੀਆਂ ਚਲੇ ਗਈਆਂ, ਲੋਕ ਪੈਰਾਂ ਸਿਰ ਆਏ ਨਹੀਂ। ਹੁਣ ਤਾਂ 3-4 ਮਹੀਨਿਆਂ ਤੋਂ ਐਂ ਲੱਗਦਾ ਸੀ ਪੰਜਾਬ ਦੀ ਵਿਧਾਨ ਸਭਾ ਚੋਣ ਦੇ ਚੱਲਦੇ ਪ੍ਰਚਾਰ ਦੇ ਵਿੱਚ ਹੀ ਸਾਰੀ ਦੁਨੀਆ 'ਚ ਹੀ ਮਾਸਕ ਬੰਦ ਕਰ ਦਿੱਤੇ, ਤੁਸੀਂ ਜਿੰਨਾ ਮਰਜ਼ੀ ਇਕੱਠ ਕਰ ਲਓ, ਕੋਈ ਇਦਾਂ ਦੀ ਗੱਲ ਨਹੀਂ। ਇੱਥੋਂ ਤੱਕ ਕਿ ਵਿਦੇਸ਼ਾਂ ਨੂੰ ਆਉਣ ਜਾਣ ਦੇ ਉੱਤੇ ਵੀ ਟੈਸਟ ਹਟਾ ਦਿੱਤੇ, ਯਾਰ ਠੀਕ ਹੈ ਹੁਣ ਜੋ ਕੁਛ ਹੈਗਾ। ਪਰ ਇੱਕਦਮ ਫਿਰ ਪੁਹਾਰਾ ਜਿਹਾ, ਪੰਜਾਬੀ 'ਚ ਕਹਿੰਦੇ ਨੇ ਪੁਹਾਰਾ ਜਿਹਾ ਚੱਲਦਾ ਜੀ, ਇਹ ਫਿਰ ਉੱਠਿਆ। ਚੀਨ ਦੇ ਕੁਝ ਸ਼ਹਿਰਾਂ ਦੇ ਵਿੱਚ ਲੋਕਡਾਊਨ ਲੱਗ ਗਿਆ, ਫਿਰ ਚੰਡੀਗੜ੍ਹ ਵਾਲਿਆਂ ਨੇ ਮਾਸਕ ਲਾਜ਼ਮੀ ਕਰ ਦਿੱਤਾ ਕਿ ਇੱਕਦਮ ਕੇਸ ਵੱਧ ਰਹੇ ਆ। ਕੇਂਦਰ ਸਰਕਾਰ ਵੱਲੋਂ ਹਦਾਇਤਾਂ ਆ ਗਈਆਂ ਜੀ ਕਿ ਦਿੱਲੀ, ਮਹਾਰਾਸ਼ਟਰ, ਉਧਰਲੇ ਪਾਸੇ ਮਣੀਪੁਰ, ਮਿਜ਼ੋਰਮ ਤੇ ਇਧਰਲੇ ਪਾਸੇ UP, ਕਿ ਇਹਨਾਂ 4-5 ਸੂਬਿਆਂ ਦੇ ਵਿੱਚ ਧਿਆਨ ਰੱਖਿਆ ਜਾਵੇ, ਸਾਵਧਾਨੀ ਵਰਤੀ ਜਾਵੇ, ਪ੍ਰਬੰਧ ਕਰਕੇ ਰੱਖੇ ਜਾਣ, ਕਿਉਂਕਿ ਬਹੁਤੇ ਕੇਸ ਇਹਨਾਂ 4 ਸੂਬਿਆਂ 'ਚ ਆਉਂਦੇ ਆ। ਹੁਣ ਪੰਜਾਬ ਦੇ ਗ੍ਰਹਿ ਤੇ ਸਿਹਤ ਵਿਭਾਗ ਵਾਲਿਆਂ ਨੇ ਅਫਸਰਾਂ ਦੀ ਮੁਲਾਕਾਤ ਹੋਈ, ਡਾਕਟਰ ਵਿਜੇ ਸਿੰਗਲਾ ਸਿਹਤ ਮੰਤਰੀ ਨੇ, ਉਹਨਾਂ ਨਾਲ ਵੀ ਹੋਈ, ਤੇ ਪੰਜਾਬ ਦੇ ਵਿੱਚ ਪਾਬੰਦੀਆਂ ਕੋਵਿਡ ਦੇ ਵੱਧ ਰਹੇ ਕੇਸਾਂ ਨੂੰ ਦੇਖ ਕੇ ਵਧਾਤੀਆਂ। ਉਹ ਕਹਿੰਦੇ ਜੀ ਕਲਾਸ 'ਚ ਬਹਿਣਾ ਤਾਂ ਮਾਸਕ ਲਾ ਕੇ ਬਹਿਣਾ, ਥੀਏਟਰ 'ਚ ਬਹਿਣਾ ਤਾਂ ਮਾਸਕ ਲਾ ਕੇ ਬਹਿਣਾ, ਵੱਡਾ ਕੋਈ ਸ਼ਾਪਿੰਗ ਮਾਲ ਹੈ ਉਹਦੇ ਅੰਦਰ ਜਾਣਾ ਤਾਂ ਮਾਸਕ ਲਾ ਕੇ ਜਾਣਾ ਹੈ, ਬੱਸ, ਰੇਲ ਗੱਡੀ, ਹਵਾਈ ਜਹਾਜ਼ ਦੇ ਵਿੱਚ ਸਫ਼ਰ ਕਰਨਾ ਤਾਂ ਮਾਸਕ ਲਾ ਕੇ ਕਰਨਾ ਹੈ। ਤੇ ਨਾਲ ਹੀ ਸਿਹਤ ਮੰਤਰੀ ਸਾਹਿਬ ਨੇ ਕਹਿਤਾ, ਕਹਿੰਦੇ ਘਬਰਾਉਣਾ ਨਹੀਂ, ਡਰਨ ਦੀ ਲੋੜ ਨਹੀਂ ਕਿ ਅਸੀਂ ਤੁਹਾਨੂੰ ਪਾਬੰਦੀਆਂ ਲਾ ਰਹੇ, ਹਦਾਇਤਾਂ ਦੇ ਰਹੇ ਹਾਂ, ਜੁਰਮਾਨਾ ਵੀ ਲੱਗੂਗਾ ਕਹਿੰਦੇ ਨਾ ਪਾਲਣਾ ਕੀਤੀ। ਇਹ ਸਿਰਫ ਤੇ ਸਿਰਫ ਸਾਵਧਾਨੀ ਹੈ, ਪ੍ਰਬੰਧ ਆਪਣੇ ਕੋਲੇ ਸਾਰੇ ਪੂਰੇ ਨੇ। ਹਾਂ, ਨਹੀਂ ਇਹ ਗੱਲ ਹੈਗੀ ਆ। ਦੂਜੀ ਬੇਨਤੀ ਆਪਾਂ ਇਹ ਵੀ ਕਰ ਦਿੰਦੇ ਆ ਵੀ ਇੱਕ ਤਾਂ ਮੌਸਮ ਜਿਹਾ ਬਦਲਦਾ ਜੀ, ਦੂਜਾ ਜਦੋਂ ਵਾਢੀਆਂ ਜਿਹੀਆਂ ਹੁੰਦੀਆਂ ਨੇ ਉਦੋਂ ਵੈਸੇ ਹੀ ਕੋਈ ਛਿੱਕਾਂ ਜ਼ੁਕਾਮ ਇਹ ਉਹ ਘੱਟੇ ਮਿੱਟੀ ਦੇ ਕਰਕੇ ਹੋ ਜਾਂਦਾ,
ਉਹਦੇ ਵਿੱਚ ਹੀ ਕਿਤੇ ਰਲਦਾ ਰਲਾਉਂਦਾ ਜਾਂ ਕੋਈ ਕੋਵਿਡ ਤੁਰਿਆ ਫਿਰਿਆ ਤੇ ਮੁੜ ਕੇ ਗਏ ਤਾਂ ਆਪਾਂ ਉਸੇ ਯਾਰ ਗੱਲ ਤਾਂ ਕੁਝ ਵੀ ਨਹੀਂ ਸੀ ਹੋਈ, ਐਵੇਂ ਹੀ ਬਸ ਉੱਥੇ ਹਸਪਤਾਲ ਵਾਲਿਆਂ ਇਦਾਂ ਕਰ ਲਿਆ। ਉਹਦੇ ਨਾਲੋਂ ਚੰਗਾ ਵੀ ਜੇ ਅਗਲੇ ਕਹਿੰਦੇ 4 ਦਿਨ ਮੂੰਹ, ਕਿਉਂਕਿ ਮਾਸਕ ਦੇ ਨਾਲ ਜ਼ਰੂਰੀ ਨਹੀਂ ਕੋਵਿਡ ਤੋਂ ਹੀ ਰੱਖਿਆ, ਆਹ ਘੱਟੇ ਮਿੱਟੀ ਤੋਂ ਵੀ ਐਲਰਜੀ ਲੁਰਜੀ ਤੋਂ ਵੀ ਬਚਾ ਰਹਿ ਜਾਂਦਾ। ਸੋ ਠੀਕ ਹੈ, ਜੇ ਆਪਾਂ ਨੂੰ ਲੱਗਦਾ 15-20 ਦਿਨ ਮਹੀਨਾ ਆਪਾਂ ਨੂੰ ਹੋਰ ਕੋਈ ਮੁਸ਼ਕਲ ਨਾ ਆਵੇ ਤੇ ਹਦਾਇਤਾਂ ਮੰਨ ਵੀ ਲੈਣੀਆਂ ਚਾਹੀਦੀਆਂ, ਹਰਜ ਵੀ ਕੀ ਇਹਦੇ 'ਚ। ਨਹੀਂ ਦੇਖੋ, ਧਿਆਨ ਤਾਂ ਰੱਖਣਾ ਪਊਗਾ ਸੰਧਾਲੀਆ ਸਾਹਿਬ, ਕਿਉਂਕਿ ਕੋਈ ਮੰਨੇ ਨਾ ਮੰਨੇ ਸਾਰੇ ਹੀ ਭਾਰਤ 'ਚ ਜਦੋਂ ਕੋਵਿਡ ਦੀ ਪਹਿਲੀ ਲਹਿਰ ਚੱਲੀ ਸੀ, ਸਾਨੂੰ ਪਤਾ ਲੱਗ ਗਿਆ ਸੀ ਕਿ ਸਾਡੇ ਹਸਪਤਾਲਾਂ ਦੇ ਪੱਲੇ ਕੁਛ ਨਹੀਂ। ਪ੍ਰਾਈਵੇਟ ਵਾਲੇ ਬਹੁਤੇ ਬੰਦ ਕਰਕੇ ਪਰੇ ਹੋ ਗਏ ਸੀ, ਸਰਕਾਰੀ ਵਾਲਿਆਂ 'ਚ ਮੈਨ ਪਾਵਰ ਬੜੀ ਘੱਟ ਸੀ, ਬੈੱਡ ਨਹੀਂ ਸੀ ਲੱਭਦੇ, ਆਕਸੀਜਨ ਦੀ ਕਮੀ ਦਾ ਸਾਹਮਣਾ ਕਰਨਾ ਪਿਆ ਸੀ। ਇੱਕ ਕੁਛ ਥੋੜ੍ਹਾ ਹੋਇਆ। ਚੰਗਾ ਹੁੰਦਾ ਜੀ ਉਹਦੇ ਤੋਂ ਸਬਕ ਸਿੱਖ ਕੇ ਸਭ ਤੋਂ ਪਹਿਲਾਂ ਸਿਹਤ ਸਿਸਟਮ ਦੇ ਵਿੱਚ ਸੁਧਾਰ ਕੀਤਾ ਜਾਂਦਾ। ਸਕੂਲਾਂ ਨੂੰ ਕੋਵਿਡ ਕੇਅਰ ਸੈਂਟਰ ਬਣਾ ਦਿੱਤਾ ਗਿਆ ਸੀ। ਕੋਵਿਡ ਵਲੰਟੀਅਰ ਜਿਹੜੇ ਨੇ, ਕਰੋਨਾ ਯੋਧੇ ਜਿਹੜੇ ਆ, ਪੰਜਾਬ 'ਚ ਸਪੈਸ਼ਲ ਭਰਤੀ ਕੀਤੇ ਗਏ ਸੀ, ਕਿਉਂਕਿ ਬੰਦੇ ਹੀ ਨਹੀਂ ਸੀ ਕੰਮ ਕਰਨ ਵਾਲੇ। ਉਹਦੇ ਤੋਂ ਬਾਅਦ ਉਹ ਬੰਦੇ ਪਿੱਟ ਕੇ ਥੱਕ ਕੇ ਹਟ ਗਿਆ ਕਿ ਉਹ ਸਾਨੂੰ ਪੱਕੇ ਕਰ ਦਿਓ। ਅਸੀਂ ਉਦੋਂ ਕੰਮ ਕੀਤਾ ਜਦੋਂ ਪਰਿਵਾਰ ਦੇ ਜੀ ਨੂੰ ਹੱਥ ਲਾਉਣੋਂ ਹਟ ਗਿਆ ਸੀ, ਕੱਢ ਕੇ ਬਾਹਰ ਮਾਰੇ। ਹੁਣ ਅਸੀਂ ਪਿਛਲੇ ਸਮੇਂ 'ਚ ਕੋਵਿਡ ਤੋਂ ਬਾਅਦ ਡਾਕਟਰ ਥੋੜੀ ਭਰਤੀ ਕੀਤੇ ਆ, ਨਰਸਾਂ ਥੋੜੀ ਭਰਤੀਆਂ ਕੀਤੀਆਂ, ਸਹਾਇਕ ਅਮਲਾ ਫੈਲਾ ਥੋੜੀ ਭਰਤੀ ਕੀਤਾ, ਆਕਸੀਜਨ ਦਾ ਕਿਤੇ ਕਿੰਨਾ ਕੁ ਪ੍ਰਬੰਧ ਕਰ ਲਿਆ, ਹਸਪਤਾਲਾਂ ਦੇ ਵਿੱਚ ਆਬਾਦੀ ਦੇ ਮੁਤਾਬਕ ਕਿਤੇ ਬੈੱਡ ਜਿਹੜੇ ਉਹਨਾਂ ਦੀ ਗਿਣਤੀ ਥੋੜੀ ਵਧਾਤੀ ਹੈ। ਕੰਮ ਬਹੁਤ ਕਰਨ ਵਾਲੇ ਨੇ। ਮੁੱਢਲੇ ਢਾਂਚੇ ਦੇ ਵਿੱਚ ਸਾਡੇ ਕੋਲੇ ਬਹੁਤ ਸਾਰੀਆਂ ਕਮਜ਼ੋਰੀਆਂ ਅਣਗਹਿਲੀਆਂ ਹੈਗੀਆਂ, ਉਹ ਅਸੀਂ ਪਹਿਲਾਂ ਦੂਰ ਨਹੀਂ ਕੀਤੀਆਂ। ਕਿਰਪਾ ਕਰਕੇ ਜਿਨ੍ਹਾਂ ਨੇ ਉਦੋਂ ਕੰਮ ਕੀਤਾ ਸੀ ਉਹ ਬੰਦੇ ਭਰਤੀ ਕਰ ਲਓ, ਪੱਕੇ ਭਰਤੀ ਕਰ ਲਓ। ਉਹਨਾਂ ਨੇ ਇਕੱਲਾ ਕੋਵਿਡ ਦੇ ਵਾਰ 'ਚ ਕੰਮ ਥੋੜੀ ਕਰਨਾ ਹੈ, ਹੋਰ 100 ਕੰਮ ਹੁੰਦਾ। ਹਸਪਤਾਲਾਂ ਦੇ ਵਿੱਚ ਲੋਕ ਆਉਣ ਲੱਗਣਗੇ, ਉੱਥੇ ਤਾਂ ਕੰਮ ਹੋਊਗਾ। ਸੋ ਕੱਲੀਆਂ ਗੱਲਾਂ ਨਾਲ ਨਹੀਂ, ਕੰਮ ਕਰਕੇ ਸਰਨਾ। ਨਹੀਂ ਚਲੋ ਅਸੀਂ ਤਾਂ ਕਹਿ ਹੀ ਸਕਦੇ ਹਾਂ ਵੀ ਬਾਕੀ ਕਿਸੇ ਨੇ ਮੰਨਣੀ ਨਹੀਂ ਮੰਨਣੀ ਉਹ ਤਾਂ ਅਗਲਿਆਂ ਦੀ ਗੱਲ ਹੈ, ਕਿਉਂਕਿ ਸਰਕਾਰ ਹੁਣ ਅਗਲਿਆਂ ਦੀ ਹੈ। ਦੂਜੀ ਰਹੀ ਗੱਲ ਉਹ ਇਹ ਆ ਕਿ ਵੀ ਕੇਜਰੀਵਾਲ ਸਾਹਿਬ ਹੁਣ ਕਹਿੰਦੇ ਆ ਵੀ ਹੌਲੀ ਹੌਲੀ ਹੁਣ ਬਾਕੀ ਸਟੇਟਾਂ ਵਾਲੇ ਪਾਸੇ ਵੀ ਤੁਰੇ ਆ। ਉਹਨਾਂ ਨੇ ਵੀ ਮਨ ਬਣਾਇਆ ਵੀ ਦੇਖੋ ਦਿੱਲੀ ਤਾਂ ਆਪਣੀ ਹੈ, ਪੰਜਾਬ ਆਪਣਾ ਹੋ ਗਿਆ ਹੈ, ਗੁਜਰਾਤ 'ਚ ਵੀ ਕਦੀ ਗੇੜਾ ਮਾਰਦੇ ਨੇ, ਹਿਮਾਚਲ 'ਚ ਵੀ ਮਾਰਦੇ ਨੇ, ਹੁਣ ਤਾਂ ਕਰਨਾਟਕ 'ਚ ਵੀ ਕਹਿੰਦੇ ਵੱਡੀ ਰੈਲੀ ਕੀਤੀ ਹੈ ਉੱਥੇ। ਅਤੇ ਜਿਸ ਹਿਸਾਬ ਨਾਲ ਉਸ ਰੈਲੀ ਦੇ ਵਿੱਚ ਉਹਨਾਂ ਨੇ ਉਤਸ਼ਾਹ ਭਰਿਆ ਲੋਕਾਂ 'ਚ, ਅਤੇ ਨਾਲ ਦੀ ਨਾਲ ਖਬਰਾਂ ਇਹ ਵੀ ਆਉਣ ਲੱਗ ਪਈਆਂ ਵੀ ਸ਼ਾਇਦ ਆਮ ਆਦਮੀ ਪਾਰਟੀ ਤੇ ਹੁਣ ਸਰਵੇ ਕਈ ਸਟੇਟਾਂ ਦਾ ਕਰਾਉਣ ਲੱਗ ਪਈ ਆ ਵੀ ਯਾਰ ਚੈੱਕ ਕਰੋ ਕਿੱਥੇ ਕਿੱਥੇ ਜੇ ਆਪਣੀ ਗੱਲ ਬਣ ਸਕਦੀ ਹੈ। ਉਹਦੇ ਤੋਂ ਐਂ ਜਾਪਦਾ ਵੀ ਹੁਣ 2024 'ਚ ਆਮ ਆਦਮੀ ਪਾਰਟੀ ਵੀ ਇੱਕ ਤਕੜੀ ਧਿਰ ਬਣ ਕੇ ਨਿਕਲੂਗੀ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਹੈਗੀ ਹੈ, ਜਦੋਂ ਹਫ਼ਤਾ ਕੁ ਪਹਿਲਾਂ ਰੌਲਾ ਪਿਆ ਸੀ ਕਿ ਪੰਜਾਬ 'ਚ ਮੁਫਤ ਬਿਜਲੀ ਤਾਂ ਜੁਲਾਈ ਤੋਂ ਮਿਲਣੀ ਹੈ, ਉਹ ਦੱਖਣ ਭਾਰਤ ਦੀਆਂ ਕੰਨੜ, ਤੇਲਗੂ ਇੱਦਾਂ ਦੀਆਂ ਅਖਬਾਰਾਂ ਦੇ ਵਿੱਚ ਵੀ, ਮਰਾਠੀ, ਮਲਿਆਲਮ, ਉਸ ਭਾਸ਼ਾ ਸ਼ਬਦ ਦੀਆਂ ਅਖਬਾਰਾਂ 'ਚ ਵੀ ਪੂਰੇ ਸਫ਼ੇ ਦਾ ਇਸ਼ਤਿਹਾਰ ਪੰਜਾਬ ਸਰਕਾਰ ਦੇ ਖਰਚੇ 'ਚੋਂ ਦਿੱਤਾ। ਲੋਕ ਕਹਿੰਦੇ ਸੀ ਹਿਮਾਚਲ ਮੰਨਿਆ, ਰਾਜਸਥਾਨ ਮੰਨਿਆ, ਚਲੋ ਮਾੜਾ ਮੋਟਾ ਗੁਜਰਾਤ 'ਚ ਮੰਨ ਲਿਆ, ਉੱਧਰਲੇ ਪਾਸੇ ਕਾਹਦੋਂ ਤੁਰੇ ਫਿਰਦੇ ਆ, ਹੁਣ ਪਤਾ ਲੱਗਦਾ। ਹਾਲਾਂਕਿ ਉਹ ਸੀ ਗਲਤ। ਪੰਜਾਬ ਦੇ ਲੋਕਾਂ ਦਾ ਟੈਕਸ ਦਾ ਪੈਸਾ ਦੂਜੇ ਸੂਬਿਆਂ ਦੀਆਂ ਭਾਸ਼ਾਵਾਂ ਦੇ ਵਿੱਚ ਛਪਦੀਆਂ ਅਖਬਾਰਾਂ, ਟੀਵੀ, ਰੇਡੀਓ ਦੇ ਇਸ਼ਤਿਹਾਰ ਦੇ ਉੱਤੇ ਨਹੀਂ ਖਰਚ ਕਰਨਾ ਚਾਹੀਦਾ। ਪਰ ਸਿਆਸਤ ਹੈ, ਸਿਆਸਤ ਵਿੱਚ ਅਗਲੇ ਕੰਮ ਚਲਾ ਦਿੰਦੇ ਆ। ਹੁਣ ਤੁਸੀਂ ਦੇਖੋ ਕਿ ਅਰਵਿੰਦ ਕੇਜਰੀਵਾਲ ਹੋਰਾਂ ਦੀ ਜਿਹੜੀ ਰਣਨੀਤੀ ਲੱਗਦੀ ਹੈ, ਹਰ ਉਸ ਸੂਬੇ ਦੇ ਵਿੱਚ ਜਿੱਥੇ ਖੇਤਰੀ ਪਾਰਟੀ ਜੇ ਨਹੀਂ ਜਾਂ ਕਮਜ਼ੋਰ ਹੈ, ਉੱਥੇ ਆਮ ਆਦਮੀ ਪਾਰਟੀ ਨੂੰ ਲੈ ਕੇ ਜਾ ਰਿਹਾ ਹੈ। ਤੁਸੀਂ ਇਹ ਦੇਖੋ, ਹਿਮਾਚਲ ਪ੍ਰਦੇਸ਼ ਦੇ ਵਿੱਚ ਕੋਈ ਖੇਤਰੀ ਪਾਰਟੀ ਨਹੀਂ, ਸਿੱਧੀ ਟੱਕਰ ਕਾਂਗਰਸ ਤੇ ਭਾਜਪਾ ਦੀ। ਆਮ ਆਦਮੀ ਪਾਰਟੀ ਵਾਲੇ ਉੱਥੇ ਗਏ ਸੀ ਕਿ ਭਾਈ ਕਾਂਗਰਸ ਦਾ ਬਦਲ ਬਣ ਜਾਈਏ। ਰਾਜਸਥਾਨ ਦੇ ਵਿੱਚ ਸਿੱਧੀ ਟੱਕਰ ਕਾਂਗਰਸ ਤੇ ਭਾਜਪਾ ਦੀ, ਆਮ ਆਦਮੀ ਪਾਰਟੀ ਪੈਰ ਵਸਾਰ ਰਹੀ ਹੈ। ਇਧਰਲੇ ਪਾਸੇ ਜੇ ਆਪਾਂ ਦੇਖੀਏ, ਹਰਿਆਣੇ ਦੇ ਵਿੱਚ ਚਟਾਲੇ ਦੋ ਧਿਰਾਂ 'ਚ ਵੰਡੇ ਗਏ, ਕਮਜ਼ੋਰ ਹੋ ਗਈ ਖੇਤਰੀ ਪਾਰਟੀ, ਭਾਜਪਾ ਤੇ ਕਾਂਗਰਸ ਦੀ ਟੱਕਰ ਹੈ। ਬਾਕੀ ਕਈ ਪਾਰਟੀਆਂ ਹੋਰ ਖੇਤਰੀ ਬਣੀਆਂ ਸੀ, ਕਦੇ ਹਰਿਆਣਾ ਵਿਕਾਸ ਪਾਰਟੀ, ਕਦੇ ਹਰਿਆਣਾ ਜਨਹਿਤ ਕਾਂਗਰਸ, ਖਤਮ ਹੋ ਗਈਆਂ। ਆਮ ਆਦਮੀ ਪਾਰਟੀ ਕੋਸ਼ਿਸ਼ ਕਰਨ ਲੱਗ ਪਈ। ਗੁਜਰਾਤ ਦੇ ਵਿੱਚ ਕੋਈ ਖੇਤਰੀ ਪਾਰਟੀ ਨਹੀਂ, ਸਿੱਧੇ ਤੌਰ ਤੇ ਮੁਕਾਬਲਾ ਕਾਂਗਰਸ ਤੇ ਭਾਜਪਾ ਦਾ। ਆਮ ਆਦਮੀ ਪਾਰਟੀ ਉੱਥੇ ਕਾਂਗਰਸ ਨੂੰ ਪਿੱਛੇ ਧੱਕ ਕੇ ਆਪ ਅੱਗੇ ਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਰਨਾਟਕ ਦੇ ਹਾਲਾਤ ਵੀ ਇਹੀ ਹੈ। ਕਰਨਾਟਕ ਦੇ ਵਿੱਚ ਕਾਂਗਰਸ ਤੇ ਭਾਜਪਾ ਆ, ਭਾਜਪਾ ਦੀ ਸਰਕਾਰ ਹੈ, ਕਾਂਗਰਸ ਵਿਰੋਧੀ ਧਿਰ 'ਚ ਹੈ। ਇੱਕ ਉੱਥੇ HD ਦੇਵਗੌੜਾ ਸਾਹਿਬ ਦੀ ਜਾਂ ਕੁਮਾਰਾ ਸਵਾਮੀ ਉਹਨਾਂ ਦਾ ਬੇਟਾ ਹੈ, ਦੋਨੋਂ ਮੁੱਖ ਮੰਤਰੀ ਰਹੇ। ਦੇਵਗੌੜਾ ਸਾਹਿਬ ਤਾਂ ਪ੍ਰਧਾਨ ਮੰਤਰੀ ਵੀ ਰਹੇ। ਉਹਨਾਂ ਦੀ ਹੈਗੀ ਜਨਤਾ ਦਲ ਸੈਕੂਲਰ, ਪਰ ਉਹ ਥੋੜੀ ਹੋਈ ਹੈ। ਉਹ 4 ਬੰਦੇ ਜਿੱਤਦੇ ਆ, 2 ਵਿੱਚੋਂ ਟੁੱਟ ਜਾਂਦੇ ਆ, ਫਿਰ 4 ਜਿੱਤਦੇ ਆ, 2 ਟੁੱਟ ਜਾਂਦੇ, ਇੱਥੇ ਤੱਕ ਹੀ ਹੈ। ਤੇ ਸਭ ਤੋਂ ਵੱਧ ਉੱਥੇ ਰੌਲਾ ਪੈਂਦਾ ਹੁੰਦਾ ਖਦਾਨਾਂ ਦਾ, ਖੱਡਾਂ ਦਾ, ਭ੍ਰਿਸ਼ਟਾਚਾਰ ਦਾ। 7-8 ਮਹੀਨੇ ਉੱਥੇ ਮੁੱਖ ਮੰਤਰੀ ਬਦਲ ਜਾਂਦਾ। ਸਿਆਸੀ ਤੌਰ ਦੇ ਉੱਤੇ ਸਥਿਰਤਾ ਨਹੀਂ ਹੈਗੀ। ਤੇ ਕੇਜਰੀਵਾਲ ਸਾਹਿਬ ਨੂੰ ਲੱਗਾ ਹੋਣਾ ਕਿ ਭਾਈ ਚੱਲਦੇ ਆ, ਉੱਥੇ ਵੀ ਲੋਕਾਂ ਨੂੰ ਹੋ ਸਕਦਾ ਪੰਜਾਬ ਵਾਂਗੂ ਬਦਲ ਚਾਹੀਦਾ ਹੋਵੇ। ਤੇ ਕਿਸਾਨਾਂ ਦੀ ਰੈਲੀ ਕੀਤੀ, 2-3 ਵੱਡੇ ਲੀਡਰ ਪਾਰਟੀ ਸ਼ਾਮਲ ਕਰ ਲੈ, ਤੇ ਕਿਸਾਨਾਂ ਨੂੰ ਆਖਿਆ ਕਿ ਜਦੋਂ ਮੈਂ ਬਾਰ-ਬਾਰ ਇਹ ਗੱਲ ਕਰਦਾ ਹੁੰਦਾ ਕਿ ਆਮ ਆਦਮੀ ਪਾਰਟੀ ਦੀ ਮਜਬੂਰੀ ਹੈ ਪੰਜਾਬ 'ਚ ਕੰਮ ਕਰਨਾ, ਉਹਨਾਂ ਦੇ ਲਈ ਜ਼ਰੂਰੀ ਹੈ, ਉਹ ਬਿਨਾਂ ਕੰਮ ਕੀਤੇ ਉਹ ਸਰਵਾਈਵ ਹੀ ਨਹੀਂ ਕਰ ਸਕਦੇ। ਕਰਨਾਟਕ 'ਚ ਜਾ ਕੇ ਕਿਹਾ ਪਤਾ ਕੀ, ਕਿਸਾਨਾਂ ਦੀ ਰੈਲੀ ਕੀਤੀ, ਕਹਿੰਦੇ 13 ਮਹੀਨੇ ਅੰਦੋਲਨ ਚੱਲਿਆ, ਤੁਸੀਂ ਸਰਕਾਰ ਦੇ ਪੈਰ ਨਹੀਂ ਲੱਗਣ ਦਿੱਤੇ,
ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਕਾਨੂੰਨ ਵਾਪਸ ਨਹੀਂ ਕਰਨੇ, ਤੁਸੀਂ ਤਿੰਨੋਂ ਕਾਨੂੰਨ ਜਿਹੜੇ ਵਾਪਸ ਕਰਾਏ, ਤੁਹਾਡੇ ਮੂਹਰੇ ਕੋਈ ਆੜ ਨਹੀਂ ਸਕਦਾ। ਆਮ ਆਦਮੀ ਪਾਰਟੀ ਦਿੱਲੀ ਜਿੱਤੀ, ਪੰਜਾਬ ਜਿੱਤੀ, ਹੁਣ ਆਪਾਂ ਕਰਨਾਟਕ 'ਚ ਜਿੱਤਣਾ, ਪੰਜਾਬ ਵਾਂਗੂ ਵਧੀਆ ਕੰਮ ਕਰਨਾ। ਸੰਧਾਲੀਆ ਸਾਹਿਬ ਇਸ਼ਤਿਹਾਰ ਤਾਂ ਹੀ ਦੇ ਹੋਣੇ ਆ। ਅੰਦੋਲਨ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਕਿਹਦਾ ਸੀ? ਪੰਜਾਬੀਆਂ ਦਾ ਸੀ। ਅੰਦੋਲਨ ਤੋਂ ਬਾਅਦ ਜੇ ਹੁਣ ਪੰਜਾਬ ਜਿੱਤ ਹੋ ਗਿਆ, ਜੇ ਤਾਂ ਕੀਤੇ ਹੋਏ ਵਾਅਦੇ ਪੂਰੇ ਕਰਨਗੇ, ਕਰਨਾਟਕ ਵਾਲਿਆਂ ਨੂੰ ਫੇਰ ਹੀ ਕਹਿਣਗੇ ਪੰਜਾਬ ਤੋਂ ਪੁੱਛਿਓ। ਹੁਣ ਤਾਂ ਸੁੱਖ ਨਾਲ ਕਰਨਾਟਕ ਦੇ ਕਿਸਾਨਾਂ ਦਾ, ਪੰਜਾਬ ਦੇ ਕਿਸਾਨਾਂ ਨਾਲ, ਕਰਨਾਟਕ ਦੀਆਂ ਟ੍ਰੇਡ ਯੂਨੀਅਨਸ ਦਾ, ਪੰਜਾਬ ਦੀਆਂ ਟ੍ਰੇਡ ਯੂਨੀਅਨਸ ਦੇ ਨਾਲ ਸੰਪਰਕ ਹੀ ਬੜਾ। ਤੇ ਜੇ ਇੱਥੇ ਕੁਝ ਕੀਤਾ ਨਾ ਤਾਂ ਕਰਨਾਟਕ ਵਾਲਿਆਂ ਨੇ ਸਿੱਧੀਆਂ ਜ਼ਮਾਨਤਾਂ ਜ਼ਬਤੀ ਕਰਾਉਣੀਆਂ। ਇਸ ਕਰਕੇ ਜਾਂਦੇ ਨੇ ਉੱਥੇ 100 ਵਾਰੀ ਜਾਣ, ਪੰਜਾਬ ਦੇ ਪੈਸੇ 'ਚੋਂ ਇਸ਼ਤਿਹਾਰ ਨਾ ਦੇਣ ਤੇ ਪੰਜਾਬ 'ਚ ਕੰਮ ਕਰਕੇ ਦਿਖਾਉਣ। ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਵੀ 27 ਤੱਕ ਦਾ ਟਾਈਮ ਹੈ ਨਹੀਂ ਆਮ ਆਦਮੀ ਪਾਰਟੀ ਕੋਲ। ਜੇ ਉਹ ਦੇਖਦੇ ਆ ਜਾਂ ਸੋਚਦੇ ਆ ਵੀ ਆਪਾਂ 24 ਦੇ ਵਿੱਚ ਟੱਕਰ ਪੂਰੀ ਦੇਣੀ ਹੈ, ਜਿੱਦਾਂ ਮੈਂ ਇੱਕ ਬੀਜੇਪੀ ਦੇ ਪੰਜਾਬ ਵਾਲੇ ਲੀਡਰ ਸਾਹਿਬ ਨੇ ਉਹਨਾਂ ਦਾ ਬਿਆਨ ਪੜ੍ਹ ਰਿਹਾ ਸੀ, ਉਹ ਕਹਿੰਦੇ ਵੀ ਭੁੱਲ ਜਾਣ ਕੇਜਰੀਵਾਲ ਸਾਹਿਬ ਵੀ ਪ੍ਰਧਾਨ ਮੰਤਰੀ ਬਣਨਗੇ ਕਦੀ। ਚਲੋ ਠੀਕ ਹੈ, ਵਿਰੋਧੀ ਤੌਰ ਤੇ ਉਹਨਾਂ ਦਾ ਕਹਿਣਾ ਫਰਜ਼ ਬਣਦਾ, ਅਗਲੇ ਆਪਣਾ ਦਾਅਵਾ ਕਰ ਸਕਦੇ ਵੀ ਯਾਰ ਸਾਡਾ ਲੀਡਰ ਵੱਡਾ ਹੈ ਜੀ, ਉਹ ਪ੍ਰਧਾਨ ਮੰਤਰੀ ਬਣ ਸਕਦੇ ਆ। ਪਰ ਕਾਰਨ ਇਹ ਆ ਵੀ ਉਹ ਕਿਸੇ ਵੀ ਤਰ੍ਹਾਂ ਜੇ ਲੋਕਾਂ ਨੂੰ ਆਪਣੇ ਨਾਲ ਜੋੜਨਾ, ਤੇ ਹਰੇਕ ਦਾ ਆਪੋ ਆਪਣਾ ਢੰਗ ਤਰੀਕਾ ਜੀ, ਕਿਸੇ ਨੇ ਕਿਸੇ ਤਰ੍ਹਾਂ ਨਾਲ, ਕਿਸੇ ਨੇ ਕਿਸੇ ਤਰ੍ਹਾਂ ਨਾਲ। ਪਰ ਆਮ ਆਦਮੀ ਪਾਰਟੀ ਦਾ ਢੰਗ ਤਰੀਕਾ ਹੈ ਵੀ ਅਸੀਂ ਬੇਸਿਕ ਲੋੜਾਂ ਦੀ ਗੱਲ ਕਰਦੇ ਹਾਂ, ਸਿੱਖਿਆ ਦੀ, ਸਿਹਤ ਦੀ, ਭ੍ਰਿਸ਼ਟਾਚਾਰ ਦੇ ਖਾਤਮੇ ਦੀ, ਲੋਕਾਂ ਦੀ ਪੜ੍ਹਾਈ ਦੀ, ਉਹਨਾਂ ਦੀਆਂ ਸੁੱਖ ਸਹੂਲਤਾਂ ਦੀ, ਤਾਂ ਜੋ ਜਿਹੜੀ ਚੀਜ਼ ਲੋਕ ਵਾਕਈ ਸਰਕਾਰ ਤੋਂ ਚਾਹੁੰਦੇ ਅਸੀਂ ਉਹ ਦਿੰਦੇ ਹਾਂ। ਹੁਣ ਦਿੱਲੀ 'ਚ ਉਹ ਕਹਿੰਦੇ ਵੀ ਅਸੀਂ ਉਹ ਬਣਾਇਆ ਜੀ ਸਿਸਟਮ, ਤੇ ਇਹਦਾ ਕਰਕੇ ਪੰਜਾਬੀਆਂ ਆਖਿਆ ਵੀ ਚਲੋ ਸਾਨੂੰ ਬਣਾ ਕੇ ਦੇ ਦਿਓ। ਹੁਣ ਦਿੱਲੀ 'ਚ ਤੇ ਹੋ ਗਏ ਇੰਨੇ ਸਾਲ ਤੋਂ ਜੀ, ਤੀਜੀ ਵਾਰ ਕੰਮ ਬਣ ਗਿਆ, ਜੇ ਟਾਈਮ ਉੱਥੇ ਵੀ ਹੈਗਾ। ਪਰ ਜੇ ਆਪਾਂ ਗੱਲ ਕਰੀਏ ਪੰਜਾਬ ਦੀ, ਤਾਂ ਪੰਜਾਬ 'ਚ 27 ਤੱਕ ਦਾ ਟਾਈਮ ਤੇ ਹੈਗਾ ਵੀ ਜੇ ਠੀਕ ਹੈ 27 ਤੋਂ ਬਾਅਦ ਆਪਾਂ ਦੁਕਾਨ ਬੰਦ ਕਰਕੇ ਚਲੇ ਜਾਣਾ, ਫਿਰ ਨਾ ਕਰੋ ਜੀ ਸਦਕੇ। ਪਰ ਜੇ ਇਸੇ ਦੁਕਾਨ ਦੇ ਸਿਰ ਦੇ ਉੱਪਰ ਪੂਰੇ ਦੇ ਪੂਰੇ ਇੰਡੀਆ 'ਚ ਰਾਜ ਕਰਨਾ, ਫਿਰ 24 ਹੈ। ਤੇ 24 ਦਾ ਮਤਲਬ ਇਹ ਹੋ ਗਿਆ ਵੀ 2 ਸਾਲ ਨੇ, ਇਹਨਾਂ 2 ਸਾਲਾਂ ਦੇ ਵਿੱਚ 60-70% ਜੇ ਕੰਮ ਕੀਤਾ ਹੋਊਗਾ, 100% ਤਾਂ ਆਪਾਂ ਵੀ ਨਹੀਂ ਆਉਂਦੇ, 60-70% ਕੀਤਾ ਹੋਊਗਾ, ਤਾਂ ਫਿਰ ਹੋ ਸਕਦਾ ਵੀ ਇਹ ਪੱਟ ਤੇ ਥਾਪੀ ਮਾਰ ਕੇ ਆਖਣ ਵੀ ਦੇਖਿਆ ਜੋ ਕਿਹਾ ਅਸੀਂ ਕਰਕੇ ਵਿਖਾਇਆ ਨਾ, ਇੱਕ ਨਾ ਤਕੜੇ ਹੋ ਗਏ ਸਾਨੂੰ ਵੋਟਾਂ ਪਾਓ, ਫਿਰ ਤਾਂ ਗੱਲ ਬਣ ਸਕਦੀ ਹੈ। ਜੇ ਭਗਵੰਤ ਮਾਨ ਹੋਰਾਂ ਦਾ ਇੱਕ ਬਿਆਨ ਚੇਤੇ ਕਰੀਏ ਕਿ ਆਪਾਂ ਇੱਕ ਦਿਨ ਵੀ ਚੁੱਪ ਕਰਕੇ ਨਹੀਂ ਬੈਠ ਸਕਦੇ, ਉਹਦੇ ਪਿੱਛੇ ਇੱਕ ਕਾਰਨ ਹੈ। ਤੁਸੀਂ 2024 ਤੇ ਗੱਲ ਲੈ ਕੇ ਗਏ, ਆਮ ਆਦਮੀ ਪਾਰਟੀ ਦੀ ਮਜਬੂਰੀ ਆ ਰੋਜ਼ ਕੰਮ ਕਰਨਾ, ਕਿਉਂਕਿ ਪੰਜਾਬ ਵਾਲੇ ਉੱਪਰ ਨੂੰ ਲੈ ਜਾਂਦੇ ਆ, ਥੱਲੇ ਨੂੰ ਛੇਤੀ ਲਿਆਉਂਦੇ ਆ। 7 ਮਹੀਨੇ ਬਾਅਦ ਹਿਮਾਚਲ ਦੇ ਵਿੱਚ ਵੋਟਾਂ ਨੇ, ਤੇ 7 ਮਹੀਨੇ ਕੰਮ ਕਰਨਾ ਪਊਗਾ। ਉਹਦੇ ਤੋਂ ਤੁਰੰਤ ਬਾਅਦ ਗੁਜਰਾਤ ਦੇ ਵਿੱਚ ਵੋਟਾਂ ਨੇ, ਇਹ 24 ਤੋਂ ਪਹਿਲੀਆਂ ਗੱਲਾਂ ਕਰਦਾ। ਤੇ ਉਹਦੇ ਤੋਂ ਤੁਰੰਤ ਬਾਅਦ ਅਗਲੇ ਸਾਲ ਦੇ ਅੰਤ ਤੱਕ ਕਰਨਾਟਕ 'ਚ ਵੋਟਾਂ ਨੇ, ਉਹਦੇ ਤੋਂ ਬਾਅਦ ਲੋਕ ਸਭਾ ਦੀਆਂ ਨੇ, ਫਿਰ ਹਰਿਆਣੇ ਦੀਆਂ ਵਿਧਾਨ ਸਭਾ ਨੇ, ਫਿਰ ਪੰਜਾਬ ਵਾਲੀਆਂ ਕਿਤੇ ਆਉਣੀਆਂ। ਇਸ ਕਰਕੇ 24 ਤੋਂ ਪਹਿਲਾਂ ਵੀ 3 ਇਮਤਿਹਾਨ ਇਹਨਾਂ ਦੇ ਆ, ਤੇ ਜੇ ਉਹਨਾਂ 3 ਇਮਤਿਹਾਨਾਂ ਦੇ ਵਿੱਚ ਕੋਈ ਖਾਤਾ ਖੂਤਾ ਨਾ ਖੁੱਲਾ, 2024 'ਚ ਲੱਭਣਾ ਕੱਖ ਨਹੀਂ ਜੇ। ਇਸ ਕਰਕੇ ਕੰਮ ਕਰਨਾ ਹੀ ਪੈਣਾ ਹੈ। ਉਦੋਂ ਪਹਿਲਾਂ ਦਿੱਲੀ ਵੀ ਆ ਜਾਣੀ, 27 ਤੋਂ ਪਹਿਲਾਂ ਇੱਕ ਨਾ ਦਿੱਲੀ ਵੀ ਆ ਜਾਣੀ ਹੈ ਨਾ। ਸੋ ਇਹ ਆ ਵੀ ਮਤਲਬ ਸਾਲ ਬਾਅਦ ਹੀ ਆ ਕੇ ਕੰਮ, ਵੀ ਇਸ ਸਾਲ ਆ ਹੀ, ਇਸ ਸਾਲ ਆ ਹੀ, ਨਿੱਤ ਮੁਹਿੰਮ ਵਾਲੀ ਗੱਲ ਆ। ਬਾਕੀ ਹੁਣ ਜਾਣੇ ਤੇ ਨਾ ਜਾਣੇ ਭਾਈ ਸਾਹਿਬ, ਉਹਨਾਂ ਦਾ ਕੰਮ, ਆਪਾਂ ਚੱਲੀਏ। ਬਹੁਤ ਸ਼ੁਕਰੀਆ ਜੀ ਸੰਧਾਲੀਆ ਸਾਹਿਬ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜ ਦਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।